ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਬਹੁਤ ਸਾਰੇ ਮੁੱਦਿਆਂ ਤੇ ਡਿਬੇਟ ਵੀ ਚੱਲ ਰਹੀ ਹੈ, ਲੋਕ ਆਪਸ ਦੇ ਵਿੱਚ ਵੀ ਗੱਲਬਾਤ ਕਰ ਰਹੇ ਨੇ ਤੇ ਡਿਬੇਟ ਦਾ ਜੋ ਲੈਵਲ ਹੈ ਖਾਸ ਤੌਰ ਦੇ ਉੱਤੇ ਜਿਹੜੇ ਕਨਸਟੀਟਿਊਸ਼ਨਲ ਪੋਸਟਾਂ ਤੇ ਬੈਠੇ ਲੋਕ ਨੇ, ਉਹ ਚੀਫ ਮਿਨਿਸਟਰ ਹੋਵੇ, ਗਵਰਨਰ ਹੋਏ ਜਾਂ ਬਾਕੀ ਦੇ ਜਿਹੜੇ ਲੋਕ ਨੇ, ਉਹਦੇ ਤੋਂ ਲੋਕ ਚਿੰਤਤ ਵੀ ਨੇ ਇੱਕ ਟਾਈਪ ਦੇ ਕਿ ਅਸੀਂ ਕਿੱਧਰ ਜਾ ਰਹੇ ਹਾਂ, ਕਿਸ ਲੈਵਲ ਦਾ ਸੰਵਾਦ ਹੋਣਾ ਚਾਹੀਦਾ ਸੀ ਔਰ ਸੰਵਾਦ ਦੀ ਭਾਸ਼ਾ ਛੱਡ ਕੇ ਬਲੇਮਬਾਜ਼ੀ ਦਾ ਜਿਹੜਾ ਇੱਕ ਦੌਰ ਹੈ ਜਿਸ ਲੈਵਲ ਤੇ ਚੱਲਿਆ, ਜਿਹੜਾ ਸਾਡੇ ਪਹਿਲਾਂ ਹੀ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇੱਕ ਇੰਟਲੈਕਚੁਅਲ ਜਿਹੜੀ ਡਿਬੇਟ ਦਾ ਸਵਾਲ ਸੀ, ਬੌਧਿਕ ਤੌਰ ਤੇ ਮਤਲਬ ਵਿਕਸਿਤ ਹੋਣ ਦਾ ਜਿਹੜਾ ਕੰਮ ਸੀ, ਉਹ ਖਤਮ ਹੋ ਰਿਹਾ। ਨਾਰਮਲੀ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਤਾਂ ਬੱਚਿਆਂ ਦਾ ਹੀ ਸੁਪਨਾ ਮਰ ਗਿਆ, +2 ਕਰਕੇ ਸਾਰੇ ਦਿਹਾੜੀਦਾਰ ਬਣਨ ਲਈ ਕੈਨੇਡਾ, ਅਮਰੀਕਾ ਜਾਂ ਕਿਤੇ ਜਾ ਰਹੇ ਨੇ, ਉਹ ਸਾਰਾ ਮਾਹੌਲ ਦੇ ਵਿੱਚ। ਔਰ ਉਹਦੇ 'ਚੋਂ ਬੱਚਿਆਂ ਦਾ ਨੁਕਸ ਨਹੀਂ ਹੈ, ਸ਼ਾਇਦ ਸਾਡੀ ਸੋਸਾਇਟੀ ਜਿਹੜੀ ਇਸ ਸਮੇਂ ਰੋਲ ਮਾਡਲ ਬਣਨੀ ਸੀ, ਜਿੱਧਰ ਉਹਨਾਂ ਨੂੰ ਸੁਪਨਾ ਸਿਰਜਣਾ ਸੀ, ਉਹ ਸੁਪਨੇ ਦੇ ਰਾਹ ਦੇ ਵਿੱਚ ਰੋੜਾ ਟਿਕਾਉਣ ਦਾ ਕੀ ਅਸੀਂ ਕੋਈ ਕਾਰਨ ਬਣ ਰਹੇ ਹਾਂ? ਸਾਡੀ ਸਿਆਸਤ ਕਿਹੋ ਜਿਹੀ ਹੈ? ਸਾਡੀ ਅਰਥ ਵਿਵਸਥਾ ਦਾ ਦੌਰ ਕਿਹੋ ਜਿਹਾ ਚੱਲ ਰਿਹਾ? ਕਿ ਅਸੀਂ ਅੱਖਾਂ ਵਿੱਚ ਰਿਹਾ ਉਹਨੂੰ ਦੇਖ ਕੇ ਜਾਂ ਉਹਨਾਂ ਨਾਲ 2-4 ਹੋਣ ਦੇ ਲਈ ਕੋਈ ਗੱਲ ਕਰ ਰਹੇ ਆਪਸ ਦੇ ਵਿੱਚ? ਸਾਡਾ ਸੱਭਿਆਚਾਰਕ ਕਿਰਦਾਰ, ਸਾਡਾ ਬਾਕੀ ਲੈਵਲ, ਗੱਲਬਾਤ ਦਾ ਸਲੀਕਾ, ਇਹ ਸਾਰਿਆਂ 'ਤੇ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇਸ ਖਿੱਤੇ ਦੇ ਵੱਡੇ ਵਿਦਵਾਨ ਡਾਕਟਰ ਪ੍ਰਮੋਦ ਕੁਮਾਰ ਜੀ ਨੇ, ਜਿਹੜੇ IDC ਦੇ ਚੇਅਰਮੈਨ ਨੇ ਅੱਜ ਕੱਲ੍ਹ, ਔਰ ਬਹੁਤ ਸਾਰੇ ਮੁੱਦਿਆਂ 'ਤੇ ਲਿਖਦੇ ਰਹਿੰਦੇ ਨੇ, ਰਿਸਰਚ ਪ੍ਰੋਜੈਕਟ ਵੀ ਬਥੇਰੇ ਕੀਤੇ ਨੇ, ਗਵਰਨੈਂਸ ਰਿਫਾਰਮ ਕਮਿਸ਼ਨ ਦੇ ਚੇਅਰਮੈਨ ਰਹੇ ਨੇ, ਜਿਹੜਾ ਪੰਜਾਬ ਦੇ ਵਿੱਚ ਕਿ ਹੇਠਲੇ ਲੈਵਲ ਦੀ ਕਰਪਸ਼ਨ ਘੱਟੋ ਘੱਟ ਕਿਵੇਂ ਦੂਰ ਕੀਤੀ ਜਾ ਸਕਦੀ ਹੈ, ਕੀ ਹੈ, ਔਰ ਉਹਦਾ ਵੀ ਕੀ ਬਣਿਆ ਨਾਲ ਸਵਾਲ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ ਨਾ, ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਭ ਤੋਂ ਪਹਿਲਾਂ ਜੇ ਮੈਂ ਇੱਥੋਂ ਹੀ ਗੱਲ ਕਰਾਂ, ਜਿਹੜੇ ਕਰੰਟ ਹੁਣ ਗੱਲ ਚੱਲ ਕੇ ਹਟੀ ਆ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੈ ਸਾਰਾ, ਔਰ ਉਹਦੇ 'ਤੇ 3 ਬਿੱਲ ਵੀ ਲਿਆਂਦੇ ਗਏ ਨੇ ਸਰਕਾਰ ਵੱਲੋਂ। ਇੱਕ ਰੈਜੂਲੇਸ਼ਨ ਲਿਆਂਦਾ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਮੁੱਦੇ 'ਤੇ, ਤੇ ਫਿਰ ਗਵਰਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ ਹੈ ਮੋੜਵੇਂ ਰੂਪ ਦੇ ਵਿੱਚ। ਇਹ ਜਿਹੜੀ ਬਲੇਮ ਗੇਮ ਹੈ, ਇਹ ਪੰਜਾਬ ਨੂੰ ਕਿੱਥੇ ਕੁ ਲੈ ਕੇ ਜਾਏਗੀ, ਜਾਂ ਪੰਜਾਬ ਉਦੋਂ ਸੀਰੀਅਸ ਕ੍ਰਾਈਸਿਸ ਹੈ ਜਿਹਨੂੰ ਅਸੀਂ ਐਡਰੈਸ ਨਹੀਂ ਕਰ ਰਹੇ? ਦੇਖੋ ਅਮੀਰ ਜੀ, ਆਮ ਤੌਰ 'ਤੇ ਮੰਨਿਆ ਜਾਂਦਾ ਔਰ ਕਿਹਾ ਵੀ ਜਾਂਦਾ ਕਿ ਰਾਜਨੀਤੀ ਜਿਹੜੀ ਹੈ ਉਹ ਸਭ ਚੀਜ਼ਾਂ ਦਾ ਧੁਰਾ ਹੈ। ਕਿੱਦਾਂ ਦੀ ਰਾਜਨੀਤੀ, ਕਿਸ ਲਈ ਤੁਸੀਂ ਕਰ ਰਹੇ ਹੋ, ਉਹ ਬੜੀ ਇੱਕ ਅਹਿਮ ਗੱਲ ਹੁੰਦੀ ਹੈ। ਜਿਵੇਂ ਮੈਂ ਇਹਦਾ ਛੋਟਾ ਜਿਹਾ ਐਗਜ਼ਾਮਪਲ ਦੇ ਦੇਵਾਂ, ਮੈਂ ਕਈ ਵਾਰ ਕਹਿੰਦਾ, ਲੋਕ ਕਹਿੰਦੇ ਜੀ ਬਹੁਤ ਓਨੈਸਟ ਆਦਮੀ ਹੈ, ਬੜਾ ਓਨੈਸਟੀ ਨਾਲ ਸਾਰੇ ਕੰਮ ਕਰਦਾ, ਤੇ ਮੇਰਾ ਹਮੇਸ਼ਾ ਇਹ ਉਹਦੇ 'ਤੇ ਸਵਾਲ ਹੁੰਦਾ ਕਿ ਓਨੈਸਟੀ, ਇਮਾਨਦਾਰੀ ਕਿਸ ਲਈ, ਉਹ ਕਿਹੜੇ ਕੰਮ ਲਈ? ਇਮਾਨਦਾਰ ਤਾਂ ਹਿਟਲਰ ਵੀ ਬੜਾ ਸੀ, ਵੈਜੀਟੇਰੀਅਨ ਵੀ ਸੀ ਬਾਈ ਦੀ ਵੇ। ਸੋ ਉਹਦੇ 'ਚ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਰਾਜਨੀਤੀ ਹੈ, ਉਹਦਾ ਰਾਜਨੀਤੀ ਦਾ ਇੱਕ ਬਹਾਵ ਕੀ ਹੈ, ਕਿੱਧਰ ਜਾ ਰਹੀ ਹੈ, ਕਿੱਥੇ ਲੈ ਕੇ ਜਾ ਰਹੀ ਹੈ, ਉਹਦਾ ਕੰਟੈਂਟ ਕੀ ਹੈ, ਇਹ ਸਮਾਜ ਨੂੰ ਉਹੀ ਇੱਕ ਨਵੀਂ ਦਿਸ਼ਾ ਰਾਜਨੀਤੀ ਦਿੰਦੀ ਹੈ। ਔਰ ਹੁਣ ਅੱਜ ਦੀ ਜਿਹੜੀ ਰਾਜਨੀਤੀ ਹੈ, ਮੈਂ ਅਕ੍ਰੋਸ ਪਾਰਟੀ ਗੱਲ ਕਰ ਰਿਹਾ, ਅੱਜ ਦੀ ਜਿਹੜੀ ਰਾਜਨੀਤੀ ਹੈ ਉਹ 'ਚ 3 ਗੱਲਾਂ ਬੜੀਆਂ ਇੰਪੋਰਟੈਂਟ ਹੈ। ਪਹਿਲੀ, ਸਾਰੇ ਦਲ, ਰਾਜਨੀਤਿਕ ਦਲ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੈ, ਇੱਕ ਕੰਸੈਂਸਸ ਹੈ, ਇੱਕ ਆਪਸ 'ਚ ਤਾਲਮੇਲ ਹੈ। ਉਹ ਇਹ ਹੈ ਕਿ ਜਿਹੜਾ ਇਕਨੋਮਿਕ ਮਾਡਲ ਹੈ ਲਿਬਰਲਾਈਜੇਸ਼ਨ ਦਾ, ਜਿਹਦੇ 'ਚ ਤੁਸੀਂ ਕਾਰਪੋਰੇਟਾਈਜੇਸ਼ਨ ਕਰਦੇ ਹੋ, ਜਿਹਦੇ 'ਚ ਜਿਹੜੀ ਬੇਸਿਕਲੀ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਤੁਸੀਂ ਮਾਰਕੀਟ ਦੇ ਸਪੁਰਦ ਕਰ ਦਿੰਦੇ ਹੋ। ਮਾਰਕੀਟ ਮੰਡੀਕਰਨ ਦਾ ਜਿਹੜਾ ਇੱਕ ਪ੍ਰੋਸੈਸ ਹੈ, ਹੁਣ ਮੰਡੀਕਰਨ ਦੇ ਸਾਰਿਆਂ ਦਾ ਇੱਕ ਕੰਸੈਂਸਸ ਹੈ। ਇਹ ਤੁਹਾਨੂੰ ਰਾਜਨੀਤੀ ਦੇ ਹਰ ਪਹਿਲੂ 'ਚ ਨਜ਼ਰ ਆਏਗਾ, ਚਾਹੇ ਉਹ ਇੰਪਲਾਈਜ਼ ਦੀਆਂ ਨੌਕਰੀਆਂ ਨੇ, ਉਹ ਵੀ ਆਊਟਸੋਰਸ ਕਰਤੀਆਂ ਜਾਂਦੀਆਂ ਨੇ। ਫਿਰ ਕਈ ਸਾਲ ਦੀ ਜਦੋਜਹਿਦ ਤੋਂ ਬਾਅਦ ਇੰਪਲਾਈਜ਼ ਨੂੰ ਰੈਗੂਲਰ ਕਰਨਾ ਜਾਂ ਪਰਮਾਨੈਂਟ, ਉਹਦੇ 'ਚ ਵੀ ਰਾਜਨੀਤੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਮੰਡੀਕਰਨ ਦਾ ਜੇ ਤੁਸੀਂ ਦੇਖੋ, ਅੱਜ ਕਿਸਾਨ ਅੰਦੋਲਨ ਜਿਹੜਾ ਹੈ, ਕਿ ਉਹ ਕਿਉਂ ਹੋਇਆ ਔਰ ਕਿਸ ਵੇਲੇ ਹੋਇਆ? ਉਦੋਂ ਹੋਇਆ ਜਦੋਂ ਮੰਡੀਕਰਨ ਦੇ ਵਿੱਚ ਕਿਸਾਨ ਪਹਿਲੇ ਬਾਇਰ ਮਾਰਕੀਟ 'ਚ ਹੁੰਦਾ ਸੀ। ਜਦੋਂ ਬਾਇਰ ਜਿਹੜਾ ਸੀ, ਉਹਦੀ ਲੋੜ ਸੀ, ਉਹ ਆ ਕੇ ਕਿਸਾਨ ਤੋਂ, ਪੰਜਾਬ ਤੋਂ ਫਸਲ ਲੈਂਦਾ ਸੀ। ਉਹਦੇ ਨਾਲ ਦੇਸ਼ ਦੀ ਫੂਡ ਸਿਕਿਉਰਿਟੀ, ਗਰੀਬਾਂ ਨੂੰ ਖਾਣਾ ਹੈ, ਉਹਦੇ ਨਾਲ ਨਾਲ ਜਿਹੜੀ ਦੇਸ਼ ਦੀ ਸੋਵਰੇਨਿਟੀ ਅਤੇ ਕਿਸਾਨ ਦਾ ਲਾਈਵਲੀਹੁੱਡ ਜੁੜਿਆ ਹੁੰਦਾ ਸੀ। ਹੁਣ ਕੀ ਹੋਇਆ ਮੰਡੀਕਰਨ ਦੇ ਨਾਲ? ਹੁਣ ਕਿਸਾਨ ਜਿਹੜਾ ਸੀ ਉਹ ਸੈਲਰ ਮਾਰਕੀਟ 'ਚ, ਬਾਇਰ ਮਾਰਕੀਟ ਤੋਂ ਸੈਲਰ 'ਚ ਚਲਾ ਗਿਆ। ਹੁਣ ਅਗਲੇ ਦੀ ਮਰਜ਼ੀ ਹੈ, ਮੈਂ ਨਹੀਂ ਲੈਂਦਾ, ਬਾਇਰ ਮਾਰਕੀਟ 'ਚ ਆ ਗਿਆ, ਪਹਿਲੇ ਸੈਲਰ ਸੀ ਮੈਂ, ਉਹ ਹੁਣ ਅਗਲੇ ਦੀ ਮਰਜ਼ੀ ਹੈ, ਉਹ ਕਹਿੰਦੇ ਨਹੀਂ ਲੈਣਾ, ਸਾਨੂੰ ਇੰਨਾ ਨਹੀਂ ਚਾਹੀਦਾ, ਅਸੀਂ ਇੰਨਾ ਚੱਕਾਂਗੇ। ਉਹ ਹੁਣ ਵੀ ਦੇਖੋ ਮੰਡੀਕਰਨ ਦੇ ਨਾਲ ਸਾਰੀ ਟਰਮ ਹੀ ਬਦਲ ਗਈਆਂ।
ਉਹਦੇ ਨਾਲ ਸਾਨੂੰ ਆਪਣੀ ਡਿਵੈਲਪਮੈਂਟ ਦੀ ਸੋਚ ਬਦਲਣੀ ਸੀ, ਅਸੀਂ ਬਦਲੀ ਨਹੀਂ। ਸੋ ਇਹ ਇੱਕ ਤੁਸੀਂ ਜਿਹੜਾ ਕੰਸੈਂਸਸ ਜਿਹੜੀ ਮੈਂ ਗੱਲ ਕਹਿ ਰਿਹਾ ਹਰ ਪੱਧਰ ਤੇ, ਉਹ ਕੰਸੈਂਸਸ। ਹੁਣ ਐਜੂਕੇਸ਼ਨ ਲੈ ਲਓ, ਐਜੂਕੇਸ਼ਨ 'ਚ ਇਹ ਹੈ ਵੀ ਤੁਹਾਡੀ ਪਲੇਸਮੈਂਟ ਕਿਹੜੀ ਹੈ ਜੀ, ਵੀ ਬੰਦਾ ਤੁਸੀਂ ਉਹ ਚੀਜ਼ ਪੜਾਓ ਜਿਹਦੀ ਨੌਕਰੀ ਮਿਲੇ। ਹੁਣ ਫਿਲਾਸਫੀ ਵਾਲਿਆਂ ਦੀ ਤਾਂ ਨੌਕਰੀ ਹੈ ਨਹੀਂ, ਸੋਸ਼ੀਓਲੋਜੀ, ਪੋਲੀਟੀਕਲ ਸਾਇੰਸ, ਇਕਨੋਮਿਕਸ, ਸੋਸ਼ਲ ਸਾਇੰਸਿਸ ਦੀ ਨੌਕਰੀਆਂ ਘੱਟ ਨੇ। ਤੁਸੀਂ ਉਸ ਯੂਨੀਵਰਸਿਟੀਆਂ ਤੋਂ ਉਹ ਸਾਰੀ ਚੀਜ਼ਾਂ ਬਾਹਰ ਕੱਢ ਲਏ ਕਿਉਂਕਿ ਪਲੇਸਮੈਂਟ ਕੋਈ ਨਹੀਂ। ਸੋ ਕਿਤੇ ਅਸੀਂ ਸਾਡੀ ਜਿਹੜੀ ਰਾਜਨੀਤੀ ਸੀ, ਜਿਹੜਾ ਸਾਡਾ ਸਟੇਟ ਸੀ, ਉਹਨੇ ਆਪਣਾ ਇੱਕ ਰੋਲ ਸੀ ਵੈਲਫੇਅਰ ਦਾ, ਜਿਹਦੇ 'ਚ ਇਹ ਜਿਹੜੇ ਡਿਸਿਪਲਿਨ ਸੀ, ਫਿਲਾਸਫੀ ਵਗੈਰਾ, ਸੰਸਕ੍ਰਿਤ, ਸਮਾਜਿਕ ਅਧਿਐਨ, ਇਹਨਾਂ ਨੂੰ ਇੰਟੀਗ੍ਰੇਟ ਕਰਨਾ ਸੀਗਾ ਆਪਣੇ ਲਾਰਜਰ ਸਿਸਟਮ 'ਚ, ਸੋ ਦੈਟ ਇਹਨਾਂ ਦੀ ਵੀ ਲਾਈਵਲੀਹੁੱਡ, ਪਲੇਸਮੈਂਟ ਹੋਏ ਤੇ ਅੱਗੇ ਦੇ ਅੱਗੇ ਉਹ ਸਿੱਖਿਆ ਵਧੇ। ਅਸੀਂ ਉਹ ਤਾਂ ਰੋਲ ਛੱਡਤਾ ਕਿਉਂਕਿ ਆਪਾਂ ਸਰੈਂਡਰ ਕਰਤਾ ਮਾਰਕੀਟ ਨੂੰ, ਤੇ ਮਾਰਕੀਟ ਜਿਹੜਾ ਹੈ ਗਰੀਬ ਦੀ ਆਵਾਜ਼ ਨਹੀਂ ਸੁਣਦਾ, ਸੈਕੂਲਰ ਹੁੰਦੀ ਹੈ, ਗਰੀਬ ਦੀ ਗੱਲ ਨਹੀਂ ਸੁਣਦੀ, ਕਿ ਬੜੀ ਸੈਕੂਲਰ ਹੈ, ਸਭ ਨੂੰ ਬਰਾਬਰ ਦੇਖਦੀ ਹੈ। ਜੇ ਅਮੀਰ ਨੂੰ ਵੀ, ਗਰੀਬ ਨੂੰ ਵੀ, ਜੇ ਗਰੀਬ ਭੁੱਖਾ ਮਰਦਾ ਤਾਂ ਮਰਨ ਦਿਓ, ਜੇ ਅਮੀਰ ਨੂੰ ਪੈਸੇ ਬਣਦੇ ਤਾਂ ਬਣਨ ਦਿਓ। ਮਾਰਕੀਟ ਬੜੀ ਸੈਕੂਲਰ ਚੀਜ਼ ਹੈ, ਤੇ ਅਸੀਂ ਉਹਨੂੰ ਹੀ ਸੈਕੂਲਰਿਜ਼ਮ ਸਮਝ ਲਿਆ, ਅਸੀਂ ਉਹਦੇ ਹੀ ਮਗਰ ਲੱਗ ਗਏ। ਦੂਜਾ ਜਿਹੜਾ ਇਹਦੇ 'ਚ ਇੱਕ ਬੜਾ ਇੰਟਰਸਟਿੰਗ ਆਇਆ ਕੰਸੈਂਸਸ, ਉਹ ਪਹਿਲੇ ਤੋਂ ਨਿਕਲ ਕੇ ਆਇਆ, ਉਹ ਆਇਆ ਫ੍ਰੀ ਬੀਜ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਮਤਲਬ ਸਿਟੀਜ਼ਨ ਰਾਈਟ ਦੀ ਬਜਾਏ, ਹਾਂ ਵੀ ਹੱਕ, ਸਿਟੀਜ਼ਨ ਦਾ ਹੱਕ ਹੈ ਵੀ ਉਹਨੂੰ ਜਿਹੜਾ ਜ਼ਿੰਦਗੀ ਦਾ ਜਿਹੜੇ ਜੀਣ ਦੇ ਜ਼ਰੀਏ ਦਿੱਤੇ ਜਾਣ, ਔਰ ਉਹਨੂੰ ਖਿਰਾਤ ਦੇ ਤੌਰ 'ਤੇ ਨਾ ਦਿੱਤੇ ਜਾਣ, ਉਹਦੇ ਆਪਣੇ ਹੱਕ 'ਤੇ ਦਿੱਤੇ ਜਾਣ। ਤਾਂ ਅਸੀਂ ਖਿਰਾਤ ਨੂੰ ਇੰਸਟੀਟਿਊਸ਼ਨਲਾਈਜ਼ ਕਰਤਾ, ਸਿਸਟਮ 'ਚ ਹੀ ਪਾਤਾ ਕਿ ਅਸੀਂ ਹੁਣ ਸਾਰੀ ਰਾਜਨੀਤੀ ਖਿਰਾਤ ਦੇ ਇਰਦ ਗਿਰਦ ਹੀ ਕਰਾਂਗੇ। ਇਹ ਨਿਕਲਿਆ ਪਹਿਲੀ ਗੱਲ ਤੋਂ, ਜਿੱਥੇ ਤੁਸੀਂ ਮਾਰਕੀਟ ਨੂੰ ਸਰੈਂਡਰ ਕਰਤਾ, ਉਸ ਕ੍ਰਾਈਸਿਸ ਨੂੰ ਤੁਸੀਂ ਦੇਖਣ ਲਈ ਵੀ ਲੋਕ ਪ੍ਰੋਟੈਸਟ ਨਾ ਕਰਨ, ਤੁਸੀਂ ਉਹਨਾਂ ਨੂੰ ਫਿਰ ਖਿਰਾਤ ਦੇਣ ਲੱਗ ਗਏ, ਨਾ ਕਿ ਉਹਨਾਂ ਨੂੰ ਉਹਨਾਂ ਦੀ ਕੈਪੈਸਿਟੀ ਬਿਲਡ ਕਰਕੇ ਕਿ ਆਪਣੀ ਅਰਨਿੰਗ ਉਹ ਅਰਨ ਕਰ ਸਕਣ, ਉਹਨਾਂ ਨੂੰ ਅਪਰਚੁਨਿਟੀਜ਼ ਦਿੱਤੀਆਂ ਜਾਣ। ਉਹਦੇ ਬਾਰੇ ਉਹ ਕਿਉਂਕਿ ਔਖਾ ਕੰਮ ਹੈ, ਥੋੜ੍ਹਾ ਜਿਹਾ ਲੰਬਾ ਕੰਮ ਹੈ, ਔਖਾ ਕੰਮ ਹੈ, TDS ਹੈ, ਆਸਾਨ ਹੈ ਥੋੜ੍ਹਾ ਜਿਹਾ, ਇਹ ਫ੍ਰੀ ਬੀਜ 'ਤੇ ਆ ਗਏ ਕਿਉਂਕਿ ਇਹਦੇ 'ਚ ਇਹਨੂੰ ਪਹਿਲੇ ਸਬਸਿਡੀ ਨਾਲ ਕਨਫਿਊਜ਼ ਕੀਤਾ ਗਿਆ। ਸਬਸਿਡੀ ਜਿਹੜੀ ਹੁੰਦੀ ਹੈ ਉਹਦੇ 'ਚ ਦੋ ਬੜੇ ਵਧੀਆ ਫੀਚਰ ਹੁੰਦੇ ਨੇ, ਇੱਕ ਹੁੰਦਾ ਇਕੁਇਟੀ, ਬਰਾਬਰਤਾ, ਦੂਜਾ ਹੁੰਦਾ ਉਹਦੇ 'ਚ ਪ੍ਰੋਡਕਟਿਵਿਟੀ। ਵੀ ਜੇ ਅਸੀਂ ਦੇ ਰਹੇ ਹਾਂ ਸਬਸਿਡੀ, ਤੇ ਜਿਹਨੂੰ ਦੇ ਰਹੇ ਹਾਂ, ਜਿਹੜੀ ਜਮਾਤ ਨੂੰ ਦੇ ਰਹੇ ਹਾਂ, ਜਿਹੜੇ ਬੰਦੇ, ਉਹ ਪ੍ਰੋਡਕਟਿਵ ਹੋ ਜਾਏ ਤੇ ਸਿਸਟਮ ਦੇ ਵਿੱਚ ਇੰਟੀਗ੍ਰੇਟ ਹੋ ਜਾਏ, ਤੇ ਉਹਦੇ ਨਾਲ ਇਕੁਇਟੀ ਵੀ ਆਊਗੀ ਤੇ ਉਹ ਇੰਟੀਗ੍ਰੇਟ ਵੀ ਹੋ ਜਾਏਗਾ। ਇਹ ਨਹੀਂ ਕਿ ਵੀ ਜਿਹੜੀ ਇਨਕਮ ਦੀ ਡਿਸਟ੍ਰੀਬਿਊਸ਼ਨ ਅਸੀਂ ਇਨਕਮ ਪੈਦਾ ਕਰਨ ਤੋਂ ਬਾਅਦ ਕਰਨੀ ਹੈ, ਅਸੀਂ ਉਸ ਇਨਕਮ ਦੀ ਪੈਦਾਵਾਰ 'ਚ ਹੀ ਉਹਨੂੰ ਨਾਲ ਜੋੜਨਾ। ਗਰੀਬ ਨੂੰ ਜਦੋਂ ਉਹ ਆਪ ਹੀ ਇਨਕਮ ਪੈਦਾ ਕਰੂਗਾ ਤੇ ਆਪ ਹੀ ਹਿੱਸੇਦਾਰ ਹੋ ਜਾਊਗਾ, ਤੇ ਉਹਦਾ ਰਾਈਟ ਹੋ ਜਾਏਗਾ, ਤੇ ਅਸੀਂ ਉਹਨੂੰ ਰਾਈਟ ਨਾ ਦੇ ਕੇ ਖਿਰਾਤ ਦੇ ਨਾਲ ਜੋੜਿਆ। ਇਹ ਦੂਜੀ ਜਿਹੜੀ ਇੱਕ ਰਾਜਨੀਤੀ ਚੇਂਜ। ਤੀਜੀ ਚੇਂਜ ਬੜੀ ਇੰਟਰਸਟਿੰਗ ਜਿਹੜੀ ਆਈ ਹੈ, ਉਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੈਕੂਲਰਿਜ਼ਮ ਦਾ ਜਿਹੜਾ ਡਿਬੇਟ ਸੀਗਾ। ਹੁਣ ਤੁਸੀਂ ਇਹ ਦੇਖੋ, ਵਿਚਕਾਰ ਅਪੋਲੋਜੈਟਿਕ ਕਮਿਊਨਲਿਜ਼ਮ ਆ ਗਿਆ, ਵੀ ਅਸੀਂ ਹਰ ਜਿਹੜੇ ਲੋਕੀ ਦਾਰੇ ਪਿੱਛੇ ਰਹਿ ਰਹੇ ਆ, ਕਮਿਊਨਿਟੀ, ਉਹਨਾਂ ਦੇ ਵਿਆਹ 'ਤੇ ਅਪੋਲੋਜੀ ਦਿੰਦੇ ਸੀ ਵੀ ਸਾਨੂੰ ਮਾਫ ਕਰ ਦਿਓ, ਪਿੱਛੇ ਰਹਿ ਗਏ। ਹੁਣ ਤਾਂ ਸਿੱਧਾ ਹੀ ਕਰ ਲਿਆ ਕਿ ਹੁਣ ਜਿਹੜੀ ਸੈਕੂਲਰਿਜ਼ਮ ਦੀ ਪਰਿਭਾਸ਼ਾ ਹੈ, ਉਹਦੇ ਵਿੱਚ ਸਾਰੇ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੇ ਉਹਨੂੰ ਮੰਨ ਲਿਆ ਵੀ ਸ਼ਿਵ ਭਗਤ ਹੋਣ 'ਚ ਹੀ ਫਾਇਦਾ ਹੈ, ਜਾਂ ਹਨੂੰਮਾਨ ਚਾਲੀਸਾ ਪੜ੍ਹਨ 'ਚ ਹੀ ਫਾਇਦਾ ਹੈ, ਜਾਂ ਗੁਰੂ ਗ੍ਰੰਥ ਸਾਹਿਬ, ਬਾਕੀ ਸਾਰਿਆਂ 'ਚ ਫਾਇਦਾ ਹੈ। ਤੇ ਉਹਦੇ 'ਚ ਫਾਇਦੇ ਦੇ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਜੁੜ ਗਈਆਂ। ਹੁਣ ਇਹ ਪ੍ਰੂਵ ਕਰਨ ਲੱਗ ਗਈਆਂ ਕਿ ਵੀ ਅਸੀਂ ਧਰਮ ਦੇ ਨੇੜੇ ਹਾਂ, ਔਰ ਉਹਦੇ ਨਾਲ ਇੱਕ ਜਿਹੜਾ ਸੈਕੂਲਰ ਫੈਬਰਿਕ ਸੀ, ਜਿਹਦੇ ਨਾਲ ਮੈਰਿਟ ਜਾਂ ਜਿਹਦੇ ਨਾਲ ਹਰ ਬੰਦੇ ਦਾ ਰਾਈਟ, ਉਹਦੇ ਨਾਲ ਵੀ ਉਹ ਰਾਈਟ ਵੀ ਖਤਮ ਹੋਏ, ਔਰ ਕਮਿਊਨਿਟੀ ਦੇ ਨਾਲ ਜਿਹੜਾ ਡਿਸਕ੍ਰਿਮੀਨੇਸ਼ਨ ਸੀ ਉਹ ਵਧਿਆ, ਜਿਹਦੇ 'ਚ ਜਿਹੜੀ ਬਨਸਵੰਨਤਾ ਦੇ ਅੰਦਰ ਸਿਕਿਉਰਿਟੀ ਦੀ ਫੀਲਿੰਗ ਸੀ, ਉਹ ਫੀਲਿੰਗ ਖਤਮ ਹੋ ਰਹੀ ਹੈ। ਔਰ ਇਹਦੇ ਨਾਲ ਜਿਹੜਾ ਡੈਰੀਵੇਟਿਵ ਇੱਕ ਜਿਹੜਾ ਮੈਂ ਗੱਲ ਇਹ ਕਹਿਣਾ ਚਾਹੁੰਦਾ, ਮੈਂ ਪੰਜਾਬ 'ਤੇ ਆਊਂਗਾ, ਕਿ ਜਿਹੜਾ ਇੱਕ ਰਾਜਨੀਤਿਕ ਦਲ ਸੀਗੇ, ਜਿੱਥੇ ਲੋਕਾਂ ਦੀਆਂ ਲੋੜਾਂ ਸੀ, ਪ੍ਰੋਟੈਸਟ ਹੁੰਦੇ ਸੀ, ਉਹ ਉੱਥੋਂ ਹਟ ਗਏ, ਉਹ ਸਪੇਸ ਹੀ ਛੱਡਤੀ। ਮਾਸ ਪ੍ਰੋਟੈਸਟ ਜਿਹੜੀ ਉੱਥੋਂ ਛੱਡ ਗਏ। ਕਿਸਾਨ ਮੂਵਮੈਂਟ ਸਾਰਿਆਂ ਨਾਲ ਵੱਡਾ ਐਗਜ਼ਾਮਪਲ ਹੈ, ਉਹ 'ਚ ਰਾਜਨੀਤਿਕ ਦਲ ਹੀ ਨਹੀਂ ਆਏ। ਅੱਛਾ, ਇਹ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ, ਚਾਹੇ ਉਹ ਕਿਸਾਨੀ ਦਾ ਮਸਲਾ ਹੋਵੇ, ਚਾਹੇ ਖੇਤ ਮਜ਼ਦੂਰ ਦਾ ਹੋਵੇ, ਚਾਹੇ ਫੈਕਟਰੀ 'ਚ ਜਾਂ ਕਿਤੇ ਕੰਮ ਕਰਦਾ ਹੋਵੇ, ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਇਸ਼ੂ ਲੈ ਕੇ ਪ੍ਰੋਟੈਸਟ ਦੀ ਜਿਹੜੀ ਇੱਕ ਸਾਡੀ ਰਿਵਾਇਤ ਸੀ, ਉਹਨੂੰ ਛੱਡਤੀ। ਹੁਣ ਤੁਸੀਂ ਦੇਖੋ ਵੀ ਅਲੱਗ-ਅਲੱਗ ਤਰ੍ਹਾਂ ਦੇ ਲੋਕ, ਨਾਨ ਇਲੌਜੀਕਲ ਲੋਕ, ਹਰ ਤਰ੍ਹਾਂ ਦੇ ਪ੍ਰੋਟੈਸਟ ਹੋਈ ਜਾਂਦਾ। ਉਹ ਪ੍ਰੋਟੈਸਟ ਦੇ ਵਿੱਚੋਂ ਆਨਸਰ ਸਹੀ ਨਹੀਂ ਮਿਲਦੇ, ਕਿਉਂਕਿ ਪੋਲੀਟੀਕਲ ਪਾਰਟੀਆਂ ਦਾ ਕੰਮ ਹੈ
ਕਿ ਤੁਸੀਂ ਉਸ ਪ੍ਰੋਟੈਸਟ ਦੇ ਵਿੱਚੋਂ ਕੁਝ ਚੀਜ਼ ਕੱਢਣੀ। ਤੁਸੀਂ ਇਸੇ ਕਰਕੇ ਕਿਸਾਨ ਦਾ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੋਲੀਟੀਕਲ ਲਿਟਰੇਸੀ ਕੱਢਣੀ ਹੁੰਦੀ ਹੈ ਤੇ ਉਹਦੇ ਤੋਂ ਅੱਗੇ ਜਾ ਕੇ ਤਾਂ ਕਿ ਕੋਈ ਡਾਇਰੈਕਸ਼ਨ ਮਿਲ ਪਾਵੇ, ਡਾਇਰੈਕਸ਼ਨ ਮਿਲ ਪਾਏ। ਉਹਦੇ 'ਚ ਇਹਨਾਂ ਦਾ ਕੰਮ ਹੁੰਦਾ ਮੋਡਰੇਸ਼ਨ ਦਾ ਵੀ। ਜੇ ਰਾਜਨੀਤਿਕ ਦਲ ਪ੍ਰੋਟੈਸਟ ਚੋਂ ਨਿਕਲ ਜਾਂਦੇ ਨੇ ਤੇ ਮੋਡਰੇਸ਼ਨ ਨਹੀਂ ਰਹਿੰਦੀ। ਮੋਡਰੇਸ਼ਨ ਜਦੋਂ ਨਹੀਂ ਰਹਿੰਦੀ ਉਦੋਂ ਵਾਇਲੈਂਸ ਆਉਂਦੀ ਹੈ, ਵਾਇਲੈਂਸ ਆਉਂਦੀ ਹੈ ਟੈਰਰਿਜ਼ਮ ਆਊਗਾ, ਲੋਕਾਂ ਦੇ ਹੱਕ ਜਿਹੜੇ ਨੇ ਚਾਹੇ ਉਹ ਇਹ ਵੀ ਮੈਂ ਨਾਲ ਕਹਿੰਦਾ ਕ੍ਰਾਈਮ ਵੀ ਆਉਣਗੇ, ਕਿਸੇ ਦਾ ਰੇਪ ਹੋ ਸਕਦਾ, ਕੁਛ ਵਧਣਗੇ ਉਹ ਚੀਜ਼ਾਂ ਸਾਰੀਆਂ। ਲੋਕੀ ਡਰੱਗ ਐਡਿਕਸ਼ਨ ਵੱਲ ਵੀ ਜਾਣਗੇ। ਇਹਨੂੰ ਐਸਕੇਪਿਜ਼ਮ ਅਸੀਂ ਡਿਫਰੈਂਟ ਤਰ੍ਹਾਂ ਦੇ ਲੋਕ ਲੱਭਣ। ਜਿਵੇਂ ਇੱਕ ਜ਼ਮਾਨੇ 'ਚ ਇੱਥੇ ਗੱਲ ਚੱਲਦੀ ਹੁੰਦੀ ਸੀ ਵੀ ਜਿਵੇਂ ਪੰਜਾਬ ਹੈ ਜਾਂ ਦੇਸ਼ ਵੀ, ਕਮਿਊਨਿਸਟਾਂ ਦੇ ਅਸੈਂਬਲੀ ਪਾਰਲੀਮੈਂਟ 'ਚ ਬਹੁਤੇ ਬੰਦੇ ਕਦੇ ਨਹੀਂ ਰਹੇ ਇੰਨੇ ਕਿ ਜੇ ਸਰਕਾਰ ਬਣ ਗਈ। ਪਰ ਉਹ ਜਦੋਂ ਆਰਗੇਨਾਈਜੇਸ਼ਨਾਂ ਦੇ ਵਿੱਚ ਕੰਮ ਕਰਦੇ ਸੀ, ਲੀਡ ਕਰਦੇ ਸੀ, ਤਾਂ ਇੱਥੇ ਬੈਠਾ ਬੰਦਾ ਸੈਕਟਰੀਏਟ 'ਚ ਵੀ ਸੋਚਦਾ ਸੀ ਵੀ ਕੱਲ੍ਹ ਨੂੰ ਉਹ ਕਿਵੇਂ ਰਿਐਕਟ ਕਰਨਗੇ, ਕਿਰਾਇਆ ਵਧਾਉਣਾ ਹੈ, ਆਹ ਕਰਨਾ ਹੈ, ਆਹ ਕਰਨਾ ਹੈ। ਉਹ ਕੰਮ ਖਤਮ ਹੋ ਗਿਆ। ਉਹ ਕੰਮ ਬਿਲਕੁਲ ਉਹ ਖਤਮ ਹੋ ਗਿਆ। ਲੋਕਾਂ ਦੀ ਆਵਾਜ਼ ਨੂੰ ਹੁਣ ਜਿਹੜਾ ਐਕਸਪ੍ਰੈਸ਼ਨ ਹੈ ਉਹ ਅਸੀਂ ਸਮਝਦੇ ਹਾਂ ਸ਼ਾਇਦ ਮੀਡੀਆ ਦੇਗਾ। ਹੁਣ ਮੀਡੀਆ ਤੇ ਲੈ ਲਓ, ਅਗਲਾ ਜਿਹੜਾ ਡੈਰੀਵੇਟਿਵ ਪਾਰਟੀਆਂ ਤੋਂ ਮੀਡੀਆ ਤੇ ਆ ਗਿਆ। ਹੁਣ ਮੀਡੀਆ ਦੀ ਗੱਲ ਤੁਸੀਂ ਇਹ ਦੇਖੋ ਕਿ ਅੱਜ ਇਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਲੋਕਾਂ ਨੂੰ ਇਸ ਕਾਰਨ ਉਹ ਮਜਬੂਰ ਕਰਤਾ ਕਿ ਉਹ ਆਸਾਨ ਜਵਾਬ ਲੱਭਣ ਮੁਸ਼ਕਲ ਸਵਾਲਾਂ ਦੇ, ਕਿ ਮੁਸ਼ਕਲ ਸਵਾਲ ਨੇ ਪਰ ਉਹਨਾਂ ਨੂੰ ਆਸਾਨ ਜਵਾਬ ਕਿ ਯੈਸ ਸਰ ਨੋ, ਹਾਂ ਜਾਂ ਨਾ, ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜਦਕਿ ਜਿਹੜੇ ਸਾਡੇ ਸਮਾਜ ਦੇ ਜਿਹੜੇ ਪ੍ਰਸ਼ਨ ਨੇ, ਸਾਡੀ ਜ਼ਿੰਦਗੀ ਦੇ ਪ੍ਰਸ਼ਨ ਨੇ, ਸਾਡੀ ਰੋਜ਼ਮर्रा ਦੀ ਜ਼ਿੰਦਗੀ, ਨੌਕਰੀ, ਉਹਦੇ ਨਾਲ ਸਾਰੇ ਮੁੱਦੇ ਉਹ ਕੰਪਲੈਕਸ ਨੇ, ਔਖੇ ਸਵਾਲ ਨੇ। ਉਹਨਾਂ ਦਾ ਸਿੰਪਲ ਆਨਸਰ ਨਹੀਂ ਹੈ ਵੀ ਸਿੱਧਾ ਜੀ ਤੁਸੀਂ ਜੇ ਲੋਕਾਂ ਨੂੰ ਨੌਕਰੀਆਂ ਦੇ ਚਿੱਠੀਆਂ ਦੇ ਦਿਓਗੇ, ਉਹਦੇ ਨਾਲ ਇਹ ਨਹੀਂ ਹੈ ਕਿ ਲੋਕ ਇਹ ਆਸਾਨ ਦੇ ਦਿੱਤਾ ਜੀ ਤੁਹਾਨੂੰ ਇੰਨੇ ਲੋਕਾਂ ਨੂੰ ਆਪਾਂ ਨੌਕਰੀਆਂ ਦੇ ਚਿੱਠੀਆਂ ਦੇ ਦਿੱਤੀਆਂ, ਜਾਂ ਤੁਸੀਂ ਬਾਹਰ ਨਾ ਜਾਓ, ਜਾਂ ਤੁਸੀਂ ਇੱਥੇ ਹੀ ਰਹਿ ਜਾਓ। ਇੱਥੇ ਤਾਂ ਬਾਹਰ ਕਿਉਂ ਜਾ ਰਿਹਾ? ਵੀ ਗੱਲ ਇਹ ਹੈ ਕਿ ਵਰਲਡ ਜਦੋਂ ਇੱਕ ਬੰਦਾ ਜੇ ਅੱਜ ਚੰਡੀਗੜ੍ਹ ਦੇ ਵਿੱਚੋਂ ਮੇਰੇ ਖਿਆਲ 'ਚ ਲੱਖ ਦੇ ਕਰੀਬ ਹਰ ਸਾਲ ਬੱਚਾ ਬਾਹਰ ਜਾਂਦਾ ਹੈ। ਜੇ ਮੇਰਾ ਤੁਹਾਡਾ ਬੱਚਾ ਬਾਹਰ ਜਾਂਦਾ ਤੇ ਗਰੀਬ ਕਿਸਾਨ ਦਾ ਚਲਾ ਗਿਆ ਤੇ ਉਹ ਬ੍ਰੇਨ ਡਰੇਨ ਹੋ ਗਿਆ, ਉਹਦੇ ਨਾਲ ਪੰਜਾਬ ਪਿੱਛੇ ਰਹਿ ਗਿਆ। ਵੀ ਅਸੀਂ ਤਾਂ ਸਾਰੇ ਭੇਜ ਰਹੇ ਹਾਂ ਬਾਹਰ, ਸਭ ਜਾ ਰਹੇ ਨੇ, ਉੱਥੋਂ ਪੜ੍ਹ ਕੇ ਫਿਰ ਵਾਪਸ ਆਉਂਦੇ। ਗਰੀਬ ਦਾ ਚਲਾ ਗਿਆ ਤੇ ਬੜਾ ਜੀ ਪੰਜਾਬ 'ਚੋਂ ਬ੍ਰੇਨ ਡਰੇਨ, ਪੰਜਾਬ ਖਾਲੀ ਹੋ ਗਿਆ ਜੀ। ਯਾਰ ਖਾਲੀ ਹੋ ਗਿਆ ਤੇ ਉਹ ਜਿਹੜਾ ਉੱਧਰੋਂ ਵਿਚਾਰਾ ਬਿਹਾਰੀ ਆ ਗਿਆ ਤੁਹਾਡੇ ਕੋਲ, ਉਹਦੇ ਵੀ ਤਾਂ ਰਾਈਟ ਨੇ, ਉਹ ਆ ਗਿਆ। ਤੁਸੀਂ ਨਹੀਂ ਉਹ ਕੰਮ ਕੀਤੇ, ਉਹ ਕੰਮ ਕਰ ਰਿਹਾ। ਤੇ ਪੰਜਾਬ ਦਾ ਜਿਹੜਾ ਬੱਚਾ ਹੈ ਉਹ ਬਾਹਰ ਜਾ ਕੇ ਜੇ ਉਹਦੀ ਅਗਲੀ ਜਨਰੇਸ਼ਨ ਡਾਕਟਰ ਬਣਦੀ ਹੈ, ਇੰਜੀਨੀਅਰ ਬਣਦੀ ਹੈ, ਕੰਮ ਕਰ, ਉਹਦਾ ਤਾਂ ਹੋ ਗਿਆ ਨਾ ਕੰਮ, ਠੀਕ ਹੋ ਗਿਆ। ਤੇ ਸਾਨੂੰ ਉਹਦੇ ਬਾਰੇ ਵੀ ਸੋਚਣਾ ਪਊਗਾ ਕਿ ਜੇ ਅਸੀਂ ਉਹਨਾਂ ਨੂੰ ਰੱਖਣਾ ਹੈ ਤੇ ਉਹਦੇ ਲਈ ਸਾਡੀ ਕੀ ਸਟ੍ਰੈਟਜੀ ਹੈ। ਮੈਂ ਉਹ ਡਿਵੈਲਪਮੈਂਟ ਦੀ ਸਟ੍ਰੈਟਜੀ ਬਾਅਦ 'ਚ ਆਊਂਗਾ। ਮੈਂ ਤੁਹਾਨੂੰ ਬੇਸਿਕ ਜਿਹੜਾ ਇੱਕ ਮੇਰਾ ਜਿਹੜਾ ਨਜ਼ਰੀਆ ਹੈ ਉਹ ਇਹ ਹੈ, ਜਿਹੜਾ ਮੈਂ ਰਾਜਨੀਤੀ ਦਾ ਹੁਣ ਇਸ ਵੇਲੇ ਹਾਲਾਤ ਦੇਖ ਰਿਹਾ, ਉਹ ਇਹ 4-5 ਧੁਰੇ ਤੇ ਉਹਦੇ ਸਭ ਨਾਲ ਜਿਹੜਾ ਆਊਟਕਮ ਹੋਇਆ ਕਿ ਜਿਹੜਾ ਸਾਡੀ ਇਲੈਕਸ਼ਨ ਨੇ ਉਹ ਇਸ ਰਾਜਨੀਤੀ ਤੋਂ ਅਲੱਗ ਹੋ ਗਏ। ਹੁਣ ਇਲੈਕਸ਼ਨ ਦਾ ਸਿਰਫ ਆ ਗਿਆ ਕਿ ਜਿੱਤਣਾ ਕਿਵੇਂ ਹੈ, ਤੇ ਜਿੱਤਣ ਲਈ ਕਿਹੜਾ ਬੰਦਾ ਜਿੱਤ ਸਕਦਾ? ਪੈਸੇ ਨਾਲ ਜਿੱਤ ਸਕਦੇ ਹੋ, ਜਾਂ ਉਸ ਬੰਦੇ ਦਾ ਜਿਹੜਾ ਉੱਥੇ ਲੋਕਲ ਇਨਫਲੂਐਂਸ ਹੈ, ਕੰਟਰੋਲ ਹੈ, ਜਾਂ ਕਾਸਟ ਫੈਕਟਰ ਨਾਲ, ਜਾਂ ਰਿਲੀਜਨ ਦੇ ਫੈਕਟਰ ਨਾਲ। ਕੋਈ ਜਿਹੜਾ ਫੈਕਟਰ ਹੈ ਉਹ 'ਚ ਹੁਣ ਕੋਈ ਬਾਹਰ ਨਹੀਂ। ਹੁਣ ਤਾਂ ਇਹ ਕਹਿੰਦੇ ਨੇ ਲੋਕ, ਬਥੇਰੇ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰ ਕਹਿੰਦੇ ਨੇ ਹਰ ਬੰਦਾ ਟਿਕਟ ਮੰਗਦਾ ਵੀ ਇਹਨੂੰ ਉੱਥੋਂ ਨਾ ਦਿਓ ਜਿੱਥੋਂ ਪਹਿਲਾਂ ਜਿੱਤਿਆ ਸੀ, ਕਿਉਂਕਿ ਉੱਥੋਂ ਤਾਂ ਲੋਕਾਂ ਨੇ ਜਿਤਾਉਣਾ, ਹੋਰ ਜਿੱਥੋਂ ਮਰਜ਼ੀ ਦੇ ਜਿੱਤੋ, ਕਿਉਂਕਿ ਮੈਨੇਜਮੈਂਟ ਹੈਗੀ, ਮੈਕੈਨਿਜ਼ਮ ਹੈਗਾ, ਪੈਸਾ ਹੈਗਾ ਜਿਹਦੇ 'ਚ ਸੋ ਵਿਨੇਬਿਲਿਟੀ ਐਟ ਐਨੀ ਕਾਸਟ, ਵੀ ਕਿਸ ਵੀ ਕਾਸਟ 'ਤੇ ਮੈਂ ਇਲੈਕਸ਼ਨ ਜਿੱਤਣਾ, ਉਹਦਾ ਰਾਜਨੀਤੀ ਖਤਮ ਹੋ ਗਈ। ਔਰ ਉਹਦੇ ਨਾਲ ਜਿਹੜੀਆਂ ਰਾਜਨੀਤਿਕ ਦਲ ਸੀ ਉਹ ਧਰਮਸ਼ਾਲਾ ਬਣ ਗਈਆਂ, ਜਿਨ੍ਹਾਂ ਦੇ ਦਰਵਾਜ਼ੇ ਹੈ ਨਹੀਂ। ਇੱਕ ਰਾਤ ਇੱਥੇ ਰਹਿ ਜਾਓ ਧਰਮਸ਼ਾਲਾ 'ਚ, ਅਗਲੇ ਰਾਤ 'ਚ ਦੂਜੇ ਚਲੇ ਗਏ। ਤੁਹਾਨੂੰ ਯਾਦ ਹੀ ਭੁੱਲ ਜਾਂਦਾ ਹੈ ਕਿ ਇਹ ਜਿਹੜਾ ਲੀਡਰ ਸੀ ਕੱਲ੍ਹ ਕਿਹੜੀ ਪਾਰਟੀ ਸੀ। ਉਹਨੂੰ ਪੁੱਛਣਾ ਪੈਂਦਾ ਕਿ ਭਾਈ ਸਾਹਿਬ ਤੁਸੀਂ ਕੱਲ੍ਹ ਕਿੱਥੇ ਸੀ? ਫਿਰ ਉਹ ਤੁਹਾਨੂੰ ਦੱਸਦਾ ਵੀ ਕੱਲ੍ਹ ਭਾਰਤੀ ਜਨਤਾ ਪਾਰਟੀ ਸੀ। ਅੱਜ ਕਿੱਥੇ ਆ ਗਏ ਜੀ? ਅੱਜ ਮੈਂ ਕਾਂਗਰਸ 'ਚ ਆ ਗਿਆ ਜੀ। ਇਹ ਹੁਣ ਇੱਕ ਧਰਮਸ਼ਾਲਾ ਬਣ ਗਈਆਂ ਨੇ। ਉਹ ਧਰਮਸ਼ਾਲਾ ਦੀ ਆਪਣੀ ਆਈਡੀਓਲੋਜੀ ਦਾ ਨਾ ਹੋਣਾ, ਪਾਰਟੀਆਂ ਦੀ ਬਾਉਂਡਰੀ ਵੀ ਖਤਮ ਹੋ ਗਈ, ਉਹਦੇ ਨਾਲ ਮੁੱਦੇ ਵੀ ਸਾਫ਼ ਨਹੀਂ ਹੁੰਦੇ। ਸੋ ਮੈਨੂੰ ਇਹ ਲੱਗਦਾ ਵੀ ਇਸ ਵੇਲੇ ਅਸੀਂ ਇੱਕ, ਜੇ ਮੈਂ ਸਟਰੋਂਗ ਵਰਡ ਯੂਜ਼ ਕਰਦਾ, ਐਨਾਰਕੀ ਵਾਲੀ ਸਟੇਜ 'ਤੇ ਹੀ ਹੈਗੇ। ਇਸੇ ਕਰਕੇ ਜਿਹੜਾ ਬਹੁਤ ਸੀਰੀਅਸ ਇਸ਼ੂ ਨੇ, ਵੈਸੇ ਤਾਂ ਦੇਸ਼ ਪੱਧਰ 'ਤੇ ਤਾਂ ਇਹ ਕਿਹਾ ਜਾਂਦਾ ਕਿ ਅਸੀਂ ਤਾਂ ਜੀ ਪੂਰੀ ਗਲੋਬਲ ਇਕਨੋਮੀ ਬਣ ਰਹੇ ਹਾਂ, ਬਹੁਤ ਤਾਕਤਵਰ ਦੇਸ਼, ਪਤਾ ਨਹੀਂ ਪੰਜਾਬ ਵਾਲੇ ਵੀ ਇਹੀ ਕਹਿਣ ਲੱਗੇ ਸਾਡੇ ਕੋਲ ਪੈਸੇ ਬਹੁਤ ਨੇ, ਖਜ਼ਾਨਾ। ਪਰ ਪਿਛਲੇ ਕਾਫੀ ਸਾਲਾਂ ਤੋਂ ਆਪਾਂ ਸੁਣਦੇ, ਮੈਂ ਤਾਂ ਸੁਣਦਾ ਘੱਟੋ ਘੱਟ 2-2.5 ਦਹਾਕਿਆਂ ਤੋਂ, ਕਿ ਪੰਜਾਬ ਐਸੇ ਹੀ ਖਤਰਨਾਕ ਇਕਨੋਮਿਕ ਉਸ ਸਾਈਡ 'ਤੇ ਜਾ ਰਿਹਾ ਹੈ ਜਿੱਥੇ ਡੈਟ ਇੰਨਾ ਵੱਧ ਗਿਆ, 20,000 ਕਰੋੜ ਕੇਵਲ ਡੈਟ ਦਾ ਕਿਸ਼ਤ ਦੇਣੀ ਪੈ ਰਹੀ ਹੈ, ਹੋਰ ਨਵਾਂ ਡੈਟ ਲਿਆ ਜਾ ਰਿਹਾ। ਅੱਜ ਇੱਕ ਖਬਰ ਛਪੀ ਹੈ ਕਿ ਗੌਰਮੈਂਟ ਆਫ ਇੰਡੀਆ ਨੇ 18,000 ਕਰੋੜ ਤੁਹਾਡਾ ਕੱਟ ਲਾਤਾ ਕਿ ਇਦੋਂ ਜ਼ਿਆਦਾ ਤੁਸੀਂ ਨਹੀਂ, ਹੋਰ ਜ਼ਿਆਦਾ ਲੋਨ ਨਹੀਂ ਲੈ ਸਕਦੇ।
ਇਹ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ ਵੀ ਉਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਜਿਆਦਾ ਰੱਖ ਕੇ ਤਾਂ ਲਿਆ ਸੀ 10,000 ਕਰੋੜ, ਇੱਕ ਲਿਮਟ ਕ੍ਰਾਸ ਕਰ ਰਿਹਾ GSDP ਦੀ ਉਸ ਮਾਮਲੇ 'ਚ। ਤੇ ਸਰਕਾਰ ਇਸ ਤਰੀਕੇ ਨਾਲ ਵੀ ਚੱਲ ਸਕਦੀ ਹੈ ਫਿਰ ਮਤਲਬ ਇਕਨੋਮੀ ਦਾ ਕੋਈ ਖਾਕਾ ਤਿਆਰ ਕੀਤੇ ਬਿਨਾਂ ਸਟੇਟ ਰਨ ਤਾਂ ਉਹਦੇ ਨਾਲ ਹੀ ਹੁੰਦੀ ਹੈ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਡਿਵੈਲਪਮੈਂਟ ਦੇ ਪ੍ਰੋਜੈਕਟ ਹੋਣ, ਐਮਪਲੋਇਮੈਂਟ ਦਾ ਕੁਐਸਚਨ ਹੋਵੇ ਜਾਂ ਬਾਕੀ। ਇਸ ਐਟੀਟਿਊਡ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹਦੇ ਤੁਸੀਂ ਪਹਿਲੀ ਗੱਲ ਅਮੀਰ ਜੀ ਬੜੀ ਵਧੀਆ ਕਹੀ ਕਿ ਦੇਸ਼ ਹੁਣ ਇਸ ਵੇਲੇ ਬੜਾ ਗਲੋਬਲ ਲੈਵਲ 'ਤੇ ਵੱਡੀ ਪਾਵਰ ਬਣ ਰਿਹਾ। ਅਤੇ ਮੈਨੂੰ ਇਹ ਲੱਗਦਾ ਵੀ ਜਦੋਂ ਕਹਿੰਦੇ ਨੇ, ਮੈਂ ਕਿਤਾਬ ਪੜ੍ਹ ਰਿਹਾ ਸੀ ਅੰਮ੍ਰਿਤਾ ਸੈਨ ਹੋਰਾਂ ਦੀ, ਉਹ ਕਹਿ ਰਹੇ ਨੇ ਉਹਦੇ 'ਚ ਕਿ ਵੀ ਮੈਜ਼ਰ ਮਾਪਣਾ ਕਿਵੇਂ ਹੈ ਦੇਸ਼ ਦੀ ਤਰੱਕੀ ਨੂੰ। ਹੁਣ ਉਹਦੇ 'ਚ ਮਾਪਣਾ ਇੱਦਾਂ ਹੈ GDP, ਗ੍ਰੋਸ ਡੋਮੈਸਟਿਕ ਪ੍ਰੋਡਕਟ। ਉਹ ਇੰਡੀਕੇਟਰ ਕੀ ਹੈ? ਪ੍ਰੋਡਕਸ਼ਨ ਹੈ। ਸਾਡੇ ਪ੍ਰੋਡਕਸ਼ਨ ਕਿੰਨੀ ਹੋਈ। ਪ੍ਰੋਡਕਸ਼ਨ ਤਾਂ ਬਹੁਤ ਹੋ ਸਕਦੀ ਹੈ। ਹੁਣ ਉਹ ਲਿਖਦੇ ਨੇ ਉਹ 'ਚ ਵੀ ਪ੍ਰੋਡਕਸ਼ਨ ਤਾਂ ਜੇ ਟ੍ਰੈਫਿਕ ਜੈਮ ਹੋ ਜਾਏ ਤੇ GDP ਵੱਧ ਜਾਂਦੀ ਹੈ। ਜੇ ਅਰਥਕੁਐਕ ਆ ਗਏ ਤੇ ਉਹ ਮਕਾਨ ਗਿਰ ਜਾਂਦੇ, ਦੁਬਾਰਾ ਮਕਾਨ ਬਣਾਉਣੇ, GDP ਵੱਧ ਜਾਂਦੀ ਹੈ। ਹੁਣ GDP ਦਾ ਤਾਂ ਆਪਣੇ ਆਪ 'ਚ ਲੋਕਾਂ ਦੇ ਵੈਲਬੀਇੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਬਣ ਗਏ ਉਹਦੇ 'ਚ ਅੱਗੇ ਜਾਵਾਂਗੇ। GDP ਤਾਂ ਰੋਜ਼ ਤੁਸੀਂ ਦੇਖੋ ਫਿਗਰ ਰਿਲੀਜ਼ ਹੁੰਦੀ ਹੈ GDP ਦੀਆਂ, ਪਰ ਸਿਟੀਜ਼ਨ ਵੈਲਬੀਇੰਗ ਕਿੰਨਾ ਅਚੀਵ ਕੀਤਾ। ਹੁਣ ਉਹ ਜਿਹੜਾ ਮੁੱਦਾ ਹੈ ਉਹਦਾ ਜਵਾਬ ਜਿਹੜਾ ਹੈਗਾ ਉਹ ਅਸੀਂ ਲੱਭਣਾ ਆਪਣੀ ਡਿਵੈਲਪਮੈਂਟ 'ਚ, ਕਿ ਲੋਕਾਂ ਦਾ ਵੈਲਫੇਅਰ, ਲੋਕਾਂ ਅਸੀਂ ਫ੍ਰੀਬੀਜ਼ 'ਚ ਦੇ ਰਹੇ ਹਾਂ। ਉਹ ਅਸੀਂ ਫ੍ਰੀਬੀਜ਼ ਦੇ ਰਹੇ ਹਾਂ। ਪਰ ਉਹਦੇ 'ਚ ਇੱਕ ਹੋਰ ਪੁਆਇੰਟ ਆ ਜਾਂਦਾ ਹੈ। ਇੱਕ ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਗਿਆ ਬਾਹਰ USA 'ਚ, ਤੇ ਉਹਨੂੰ ਪੁੱਛਿਆ ਵੀ ਤੇਰਾ ਕੰਟਰੀ, ਕਾਫੀ ਪਹਿਲੇ ਦੀ ਗੱਲ ਹੈ, ਕਿਸੇ ਕਿਤਾਬ 'ਚ ਵੀ ਛਪਿਆ ਹੈ, ਉਹਨੂੰ ਪੁੱਛਿਆ ਵੀ ਤੇਰਾ ਕੰਟਰੀ ਕਿੱਦਾਂ ਕਰ ਰਿਹਾ, ਦੇਸ਼ ਕਿੱਦਾਂ ਤੇਰਾ ਕਰ ਰਿਹਾ। ਕਹਿੰਦਾ ਵੀ ਕੰਟਰੀ ਇਜ਼ ਡੂਇੰਗ ਵੈਰੀ ਵੈਲ ਪਰ ਪੀਪਲ ਆਰ ਨਾਟ। ਵੀ ਦੇਸ਼ ਦੀ ਤਾਂ GDP ਵੱਧ ਰਹੀ ਹੈ, ਲੋਕ ਹੋਰ ਗਰੀਬ ਹੋ ਰਹੇ। ਹੁਣ ਇਹ ਜਿਹੜੀ ਇੱਕ ਸਾਡੀ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਇੱਕ ਦੁਖਾਂਤ ਹੈ ਕਿ ਅਸੀਂ ਮੈਜ਼ਰ ਜਿਹਦੇ ਨਾਲ ਕਰਦੇ ਹਾਂ, ਮਾਪਦੇ ਹਾਂ, ਉਹੀ ਗਲਤ ਮਾਪਦੰਡ ਹੈ। ਮਾਪਦੰਡ ਇਹ ਹੋਣਾ ਚਾਹੀਦਾ ਹੈ ਜਾਂ ਕਿ ਉਹ ਆਊਟਡੇਟਡ ਹੋ ਗਿਆ, ਕਿਸੇ ਜ਼ਮਾਨੇ ਸੀਗਾ। ਹਾਂ, ਉਹ ਸਾਰਾ ਉਹਨਾਂ ਨੇ, ਹੁਣ ਇਕਨੋਮਿਸਟ ਤਾਂ ਗੱਲ ਕਰਦੇ ਹੀ ਨੇ ਉਹਦੀ ਗੱਲ ਦੀ, ਪਰ ਉਹਦੇ ਨਾਲ ਜੁੜੀ ਵੈਲਬੀਇੰਗ ਦਾ ਕਿਹੜਾ ਇੰਡੀਕੇਟਰ ਹੋਊਗਾ, ਇਹ ਸੋਚਣ ਦੀ ਲੋੜ ਹੈ। ਹੁਣ ਪੰਜਾਬ 'ਚ ਤੁਸੀਂ ਜਿਹੜੀ ਗੱਲ ਕਹੀ ਹੈ, ਮੈਂ ਪੰਜਾਬ 'ਚ ਮੈਨੂੰ ਜਿਹੜਾ ਲੱਗਦਾ, ਪੰਜਾਬ ਇੱਕ ਕਾਫੀ, ਜਿਵੇਂ 2 ਦਹਾਕੇ ਤੋਂ ਤੁਸੀਂ ਕਿਹਾ, ਔਰ ਉਸ ਤੋਂ ਪਹਿਲੇ ਇੱਕ ਸਟੈਗਨੇਸ਼ਨ ਦੀ ਸਟੇਜ 'ਤੇ ਆ ਗਿਆ, ਖੜੋਤ ਆ ਗਈ ਸੀ। ਔਰ ਅਸੀਂ ਉਦੋਂ ਸਾਰੇ ਗੱਲ ਕਰਦੇ ਸੀ ਕਿ ਪੈਰਾਡਾਈਮ ਸ਼ਿਫਟ ਦੀ ਲੋੜ ਹੈ। ਪੰਜਾਬ ਇੱਥੋਂ ਅੱਗੇ ਲੈਵਲ 'ਤੇ ਕਿੱਦਾਂ ਜਾਊਗਾ, ਵੀ ਇੱਥੇ ਜੇ ਡਿਵੈਲਪਮੈਂਟ 'ਤੇ ਆ ਗਏ ਤਾਂ ਉਸ ਤੋਂ ਅੱਗੇ ਕਿੱਦਾਂ ਜਾਏਗਾ, ਇਹਦੀ ਸੋਚ ਦੀ ਗੱਲ ਕਰਦੇ ਸੀ। ਔਰ ਸਟੈਗਨੇਸ਼ਨ, ਜਿਵੇਂ ਨਾ ਤੁਸੀਂ ਪਿੰਡ ਦੇ ਵਿੱਚ ਜਿਹੜਾ ਛੱਪੜ ਹੁੰਦਾ, ਜੇ ਉਹਦੇ ਅੱਗੇ ਕਾਈ ਜੰਮ ਜਾਵੇ ਨਾ, ਤੇ ਉਹ ਫਿਰ ਕਾਈ ਉਸ ਬਦਬੂ ਨੂੰ ਦਬਾ ਕੇ ਰੱਖਦੀ ਹੈ। ਤੇ ਜੇ ਕੋਈ ਚੰਦਰਾ ਆ ਕੇ ਉਹ 'ਚ ਪੱਥਰ ਸੁੱਟ ਦੇਵੇ ਤੇ ਉਹ ਬਦਬੂ ਤੇ ਮੱਛਰ ਸਾਰੇ ਫੈਲ ਜਾਂਦੇ ਨੇ, ਤੇ ਲੋਕ ਕਹਿੰਦੇ ਵੀ ਇਹ ਚੰਦਰਿਆ ਤੂੰ ਸਾਰੀ ਬਦਬੂ ਫੈਲਤੀ। ਹੁਣ ਵਿੱਚੋਂ ਚੰਦਰੇ ਆਉਂਦੇ ਰਹੇ ਜਿਨ੍ਹਾਂ ਨੇ ਇਹ ਬਦਬੂ ਜ਼ਰੂਰ ਫੈਲਾਈ, ਪਰ ਉਹਦੇ ਨਾਲ ਸਾਡੀ ਜਿਹੜੀ ਸਿਮਟਮ ਸੀ, ਤੁਹਾਡੇ ਵਰਗੇ ਚੰਦਰੇ ਜਿਨ੍ਹਾਂ ਨੇ ਕਿਹਾ ਜੀ ਦੇਖੋ ਥੱਲੇ ਤਾਂ ਕੁਛ ਨਹੀਂ, ਥੱਲੇ ਬਦਬੂ ਹੈ, ਤੇ ਉਹਨੂੰ ਕਿਸ ਤਰ੍ਹਾਂ ਕਰਨਾ ਸੀ, ਉਹਦੇ ਬਾਰੇ ਕੋਈ ਸੋਚ ਵਿਚਾਰ ਮੈਨੂੰ ਲੱਗਦਾ ਲੰਬੇ ਸਮੇਂ ਤੋਂ ਨਹੀਂ ਹੋਇਆ। ਹੁਣ ਇਹਦੇ ਵਿੱਚ ਤੁਸੀਂ ਜਿਵੇਂ ਹੁਣ ਐਗਰੀਕਲਚਰ ਡਿਵੈਲਪਮੈਂਟ ਦੀ ਗੱਲ ਹੈ, ਆਮ ਆਉਂਦੀ ਹੈ, ਔਰ ਉਹਦੇ ਬੜੇ ਪੱਖ ਨੇ ਐਗਰੀਕਲਚਰ ਡਿਵੈਲਪਮੈਂਟ ਦੇ। ਉਦੋਂ ਡਾਇਵਰਸੀਫਿਕੇਸ਼ਨ ਦੀ ਗੱਲ ਮੈਨੂੰ ਯਾਦ ਹੈ 1986 'ਚ ਸ਼ੁਰੂ ਹੋਈ, ਔਰ ਹੁਣ ਡਾਇਵਰਸੀਫਿਕੇਸ਼ਨ ਅਸੀਂ ਉਦੋਂ ਕਹਿੰਦੇ ਸੀ ਕਿ ਡਾਇਵਰਸੀਫਿਕੇਸ਼ਨ ਦੇ 2 ਆਸਪੈਕਟ ਨੇ, ਕਿ ਤੁਸੀਂ ਇਕਨੋਮੀ ਨੂੰ ਡਾਇਵਰਸੀਫਾਈ ਕਰਨ ਦੀ ਗੱਲ ਕਰਨੀ ਹੈ ਕਿ ਕ੍ਰੌਪਸ ਨੂੰ। ਕ੍ਰੌਪਸ ਡਾਇਵਰਸੀਫਾਈ ਹੋ ਨਹੀਂ ਸਕਦੇ ਜੇ ਇਕਨੋਮੀ ਡਾਇਵਰਸੀਫਾਈ ਨਾ ਹੋਏ, ਉੱਥੇ ਹੀ ਫਸੇ ਰਹਿ ਗਏ। ਉਸ ਤੋਂ ਬਾਅਦ ਦੂਜੀ ਗੱਲ ਉਹਦੇ 'ਚ ਇਹ ਆ ਗਈ ਕਿ ਆਪਾਂ ਗ੍ਰੇਨ ਦੇ ਖਿਲਾਫ ਕਿਉਂ ਆ, ਵੀ ਅਸੀਂ ਕਮਰਸ਼ੀਅਲ ਕ੍ਰੌਪਸ ਕਹਿੰਦੇ ਆ ਵੀ ਉਗਾਓ, ਤੇ ਗ੍ਰੇਨਸ, ਫੂਡ ਗ੍ਰੇਨ ਨਾ ਉਗਾਈਏ। ਉਦੋਂ ਚੱਲਿਆ ਵੀ 16 ਮਿਲੀਅਨ ਟਨ ਮੈਨੂੰ ਯਾਦ ਹੈ ਕਿ ਵੀ ਸਾਡੇ ਕੋਲ ਪਿਆ, ਤੇ ਇਸ ਕਰਕੇ ਸਾਨੂੰ ਨਾ ਉਗਾਓ ਗ੍ਰੇਨ, ਕੋਈ ਗੱਲ ਨਹੀਂ, ਕਮਰਸ਼ੀਅਲ ਕ੍ਰੌਪਸ ਉਗਾਓ। ਉਹ ਇੱਕ ਡਰਾਟ ਆਇਆ ਤਾਂ ਉਹ ਖਤਮ ਹੋ ਗਿਆ। ਫਿਰ ਉਹ ਕਹਿਣ ਲੱਗੇ ਨਹੀਂ, ਇਸ ਕਰਕੇ ਨਹੀਂ ਡਾਇਵਰਸੀਫਾਈ ਕਰਨਾ, ਸਾਡਾ ਜਿਹੜਾ ਪਾਣੀ ਦਾ ਮਸਲਾ ਹੈਗਾ ਉਹਦੇ ਕਰਕੇ ਅਸੀਂ ਇਹ ਕਰਨਾ। ਫਿਰ ਉਹਨਾਂ ਨੇ ਕਿਹਾ ਨਹੀਂ, ਪਾਣੀ ਹੁਣ ਜਿਹੜੀ ਪੈਡੀ ਹੈ ਇਹ ਘੱਟ ਪਾਣੀ ਨਾਲ ਚਾਵਲ ਉਗਾਇਆ ਜਾ ਸਕਦਾ, ਉਹ ਵੀ ਟੈਕਨੋਲੋਜੀ ਆ ਗਈ। ਮੈਡਗਾਸਕਰ ਐਕਸਪੈਰੀਮੈਂਟ ਹੋਇਆ, ਪਰ ਉਹ ਜਿੰਨੀ ਕੁ ਅਡੋਪਟ ਕੀਤੀ ਉਨੀ ਕੁ ਅਡੋਪਟ ਕੀਤੀ, ਪਰ ਉਹਦੇ ਨਾਲ ਹੁਣ ਜਿਹੜੀ ਗੱਲ ਆ ਗਈ ਵੀ ਐਂਟੀ ਗ੍ਰੇਨ ਪੋਲਿਸੀਜ਼, ਵੀ ਅਸੀਂ ਉੱਥੇ 2 ਕੰਮ ਕਰ ਸਕਦੇ ਸੀ ਕਿ ਜੇ ਇੰਨਾ ਹੀ ਜ਼ਰੂਰੀ ਮਸਲਾ ਹੈ ਦੇਸ਼ ਦੇ ਸਰਵਾਈਵਲ ਲਈ, ਤੇ ਇਹਨਾਂ ਨੂੰ ਕਮਰਸ਼ੀਅਲ ਕ੍ਰੌਪ ਦੇ ਬਰਾਬਰ ਦੀ MSP ਦੇ ਦਿਓ। ਹੁਣ ਜਿਹੜੀ ਗੱਲ ਸਿੱਧੀ ਵੀ ਮੈਂ ਜੇ MSP ਗੇਹੂੰ ਦੀ ਉਨੀ ਦੇ ਦਿੰਦਾ ਜਿੰਨੀ ਕਿ ਕਮਰਸ਼ੀਅਲ ਕ੍ਰੌਪਸ ਦੀ ਹੈ, ਕਿਉਂ ਨਹੀਂ ਦਿੱਤੀ ਜਾ ਸਕਦੀ? ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਂਦੀ। ਜੇ ਤੁਹਾਡਾ ਡੈਫੀਸਿਟ ਬਜਟ ਵੱਧ ਜਾਂਦਾ ਹੈ ਤਾਂ ਆਪਣੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ, ਤੇ ਜਿਹੜੇ ਕਿਸਾਨ ਜਿਹੜਾ ਉਗਾਉਂਦਾ ਤੇ ਉਹਨੂੰ ਮਤਲਬ ਸੁਸਾਈਡ ਕਰਨ ਤੋਂ ਬਚਾ ਲੈਂਦਾ,
ਤੇ ਕਮਰਸ਼ੀਅਲ ਕ੍ਰੌਪਸ ਵਰ ਕਰਕੇ ਉਹ ਜਿਵੇਂ ECG ਦੀ ਰਿਪੋਰਟ ਆਉਂਦੀ ਨਾ, ਤੁਸੀਂ ਦੇਖੋ ਇਦਾਂ ਜੀ ਹੁੰਦੀ ਫਲਕਚੁਏਟ, ਉਹ ਕਮਰਸ਼ੀਅਲ ਕ੍ਰੌਪ ਦੀ ਹੈ ਲਾਈਨ, ਉਹ ਹਾਰਟ ਅਟੈਕ ਪੱਕਾ ਹੀ ਹੈ ਉਹਦੇ 'ਚ। ਤੇ ਗ੍ਰੇਨ ਦਾ ਇਹ ਹੈ ਕਿ ਪ੍ਰਾਈਸ ਇਦਾਂ ਰਹਿੰਦੀ ਤੇ ਹਾਰਟ ਅਟੈਕ ਕਿਸਾਨ ਨੂੰ ਨਹੀਂ ਹੋਊਗਾ। ਤੇ ਅਸੀਂ ਕਿਹਾ ਵੀ ਦੋਨਾਂ ਦਾ ਤੁਸੀਂ ਮਿਕਸਚਰ ਕਰ ਲਓ ਤੇ ਉਹਦੇ ਨਾਲ ਜਿਹੜੀ MSP ਜਿਹੜੀ ਦੇਣੀ ਹੈ ਕਮਰਸ਼ੀਅਲ ਕ੍ਰੌਪ ਦੇ ਬਰਾਬਰ ਦੇ ਦਿਓ। ਕੋਈ ਕਿਸੇ ਨੂੰ ਮਤਲਬ ਉਹ 'ਚ ਕੀ ਇਤਰਾਜ਼ ਹੈ, ਮੈਨੂੰ ਉੱਧਰੋਂ ਮਿਲ ਰਹੀ ਹੈ, ਤੇ ਫਿਰ ਉਹਦੇ ਨਾਲ ਪਰ ਨੈਸ਼ਨਲ ਇੱਕ ਪਾਲਿਸੀ ਬਣਨੀ ਸੀ ਕਿ ਤੁਸੀਂ ਵੈਸਟਰਨ UP ਤੇ ਬਿਹਾਰ ਤੇ ਆਪਣਾ ਮੱਧ ਪ੍ਰਦੇਸ਼, ਇੱਥੋਂ ਤੁਸੀਂ ਫਿਰ ਉੱਥੇ ਕਿਉਂ ਤੁਸੀਂ ਇਹ ਕ੍ਰੌਪਸ ਲੈ ਰਹੇ ਹੋ, ਗ੍ਰੇਨਸ ਕਿਉਂ ਉੱਥੇ ਉਗਾ ਰਹੇ ਹੋ, ਉੱਥੇ ਡਾਇਵਰਸੀਫਾਈ ਪਹਿਲੇ ਹੀ ਕਰ ਲਓ। ਹੁਣ ਉਹਨਾਂ ਨੂੰ ਪਹਿਲੇ ਉਗਾਓਗੇ ਫਿਰ ਕਹੋਗੇ 10 ਸਾਲ ਬਾਅਦ ਵੀ ਉੱਧਰ ਡਾਇਵਰਸੀਫਾਈ ਕਰਨਾ। ਇਹ ਤੁਹਾਡੀ ਫਲਿੱਪ ਫਲॉप ਐਗਰੀਕਲਚਰ ਪਾਲਿਸੀ। ਤੁਸੀਂ ਕਹਿ ਦਿਓ ਜੀ ਹੁਣ ਜਿਹੜਾ ਇਹ ਗ੍ਰੇਨ ਦੀ ਨੀਡ ਹੈ ਪੰਜਾਬ ਹਰਿਆਣਾ ਪੂਰੀ ਕਰ ਰਹੇ ਨੇ, ਬਾਕੀ ਸਟੇਟਾਂ ਕਮਰਸ਼ੀਅਲ ਕ੍ਰੌਪ ਕਰ ਰਹੀਆਂ, ਉਹਨਾਂ ਨੂੰ ਕਮਰਸ਼ੀਅਲ ਕ੍ਰੌਪ ਕਰਕੇ ਆਪਣੀ ਪਾਲਿਸੀ ਬਣਾ ਕੇ ਸਪੋਰਟ ਦਿਓ। ਅੱਛਾ ਚਲੋ, ਇਹ ਵੀ ਜੇ ਤੁਸੀਂ ਨਹੀਂ ਕੀਤਾ, ਹੁਣ ਪੰਜਾਬ 'ਚ ਜੇ ਤੁਸੀਂ ਕਰਦੇ ਕਿ ਜਿਹੜੇ ਬੰਦੇ ਪੈਡੀ ਉਗਾਉਂਦੇ ਤੁਸੀਂ ਉਹਨਾਂ ਨੂੰ ਕਹੋ ਵੀ ਜੇ ਜਿੰਨੇ 'ਚ ਤੁਸੀਂ ਪੈਡੀ ਨਹੀਂ ਉਗਾਉਂਦੇ ਤੁਹਾਨੂੰ ਉਨੇ ਹੀ ਪੈਸੇ ਦੇਵਾਂਗੇ ਜਿੰਨੇ ਪੈਡੀ ਦੇ ਮਿਲਣੇ ਨੇ, 3 ਸਾਲ ਨਾ ਉਗਾਓ, 3 ਸਾਲ ਇਹ ਦੂਜੀ ਕ੍ਰੌਪ ਉਗਾਓ, ਤਾਂ ਮੈਂ ਤੁਹਾਨੂੰ ਗਰੰਟੀ ਕਰਦਾ ਡਾਇਵਰਸੀਫਿਕੇਸ਼ਨ ਹੋ ਜੂਗੀ। ਤੁਸੀਂ ਉਹਨਾਂ ਨੂੰ ਕੋਈ ਉਸ ਤਰ੍ਹਾਂ ਦੀ ਪਾਲਿਸੀ ਤੁਹਾਡੀ ਜਿਹੜੀ ਹੈ ਉਹ ਤੁਸੀਂ ਲੈ ਕੇ ਨਹੀਂ ਆ ਰਹੇ। ਅਸੀਂ ਉਹਨਾਂ ਨੂੰ ਉਲਟ ਤਰੀਕੇ ਦੀ ਦਿੱਤੀ ਨਾ, ਸਗੋਂ ਕਿ ਫ੍ਰੀ ਬਿਜਲੀ ਦਿੱਤੀ। ਹਾਂ, ਇਹਦੀ ਬਜਾਏ ਕਿ ਹੁਣ ਦੇਖੋ ਤੁਸੀਂ ਫ੍ਰੀ ਬਿਜਲੀ ਦਾ ਜਿਹੜੀ ਗੱਲ ਹੈ, ਦੇਖੋ ਇਹ ਬੜਾ ਫਰਕ ਹੈ ਕਿ ਫ੍ਰੀ ਬਿਜਲੀ ਕਹਿਣਾ ਇਹਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਨੂੰ ਹੱਕ ਨਹੀਂ ਦੇ ਰਹੇ, ਜੋ ਤੁਸੀਂ ਸ਼ੁਰੂ 'ਚ ਗੱਲ ਕੀਤੀ ਬੜੀ ਇੰਪੋਰਟੈਂਟ ਗੱਲ ਹੈ, ਔਰ ਇਹ ਇੱਕ ਕਿਸਮ ਦਾ ਖਿਰਾਤ ਕਰਕੇ ਦਿੱਤੀ। ਪਰ ਵਰਲਡ 'ਚ ਐਗਰੀਕਲਚਰ 'ਚ ਸਬਸਿਡੀ ਦਿੱਤੀ ਜਾਂਦੀ ਹੈ। ਬਿਲਕੁਲ। ਔਰ ਤੁਹਾਨੂੰ ਪਤਾ ਹੀ ਹੈ ਕਿ 35% ਜਾਪਾਨ ਦਿੰਦਾ ਹੈ, 40% ਯੂਰਪ ਦਿੰਦਾ ਹੈ, 45% USA ਦਿੰਦਾ ਹੈ, ਅਸੀਂ 10% ਤੋਂ ਘੱਟ ਦਿੰਦੇ ਹਾਂ। ਅਸੀਂ ਦਿੰਦੇ ਵੀ ਉਹ ਤੋਂ ਘੱਟ ਆ ਤੇ ਜ਼ਿਆਦਾ ਪ੍ਰਚਾਰਦੇ ਪ੍ਰਚਾਰਦੇ ਔਰ ਦਿੰਦੇ ਵੀ ਪਤਾ ਕਿਹੜੇ, ਐਂਬਰ ਬਾਕਸ, ਇਹ ਬੜੀ ਜਿਹੜੀ ਸਬਸਿਡੀਆਂ ਨਾ ਅਸੀਂ ਗ੍ਰੀਨ ਬਾਕਸ 'ਚ ਦਿੰਦੇ ਹਾਂ ਨਾ ਬਲੂ ਬਾਕਸ। ਗ੍ਰੀਨ ਬਾਕਸ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਨਾਲ ਐਨਰਜੀ ਦਾ ਲਾਸ ਨਹੀਂ ਹੁੰਦਾ, ਉਹਦੇ ਨਾਲ ਉਹ 'ਚ ਤੁਹਾਨੂੰ ਸਬਸਿਡੀ ਦਿੱਤੀ ਜਾਂਦੀ ਹੈ, ਕਿਸਾਨ ਫਿਰ ਦੂਜੇ ਪਾਸੇ ਚੱਲਦੇ ਨੇ। ਬਲੂ ਬਾਕਸ 'ਚ ਹੁੰਦਾ ਜੇ ਤੁਸੀਂ ਨਾ ਉਗਾਓ ਤਦ ਵੀ ਤੁਹਾਨੂੰ ਸਬਸਿਡੀ। ਅਸੀਂ ਫ੍ਰੀ ਬਿਜਲੀ ਦੇ ਕੇ ਐਂਬਰ ਬਾਕਸ 'ਚੋਂ ਵੀ 10% ਤੋਂ ਘੱਟ, ਤੇ ਉਹ ਵੀ ਖਰਾਬ ਦੀ ਤਰ੍ਹਾਂ। ਜੇ ਅਸੀਂ ਉਹਨਾਂ ਨੂੰ ਉਨੀ ਸਬਸਿਡੀ ਵੈਸੇ ਦਈਏ ਫ੍ਰੀ ਬਿਜਲੀ ਦੇ ਨਾਲ ਨਾ ਉਨੇ ਹੀ ਪੈਸੇ ਦੇ ਦਈਏ ਜਾਂ ਉਸ ਤੋਂ ਜ਼ਿਆਦਾ ਦੇ ਦਈਏ, ਤੇ ਮੈਨੂੰ ਲੱਗਦਾ ਜ਼ਿਆਦਾ ਪ੍ਰੋਡਕਟਿਵ ਹੋਏਗਾ। ਪਰ ਇਸ ਤਰ੍ਹਾਂ ਦੀ ਸੋਚ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਕਿ ਪੰਜਾਬ ਦਾ ਮਾਡਲ ਆਫ ਡਿਵੈਲਪਮੈਂਟ ਇੱਦਾਂ ਦਾ ਨਹੀਂ ਹੋਇਆ। ਔਰ ਇਹਦੇ ਨਾਲ ਦੂਜੀ ਗੱਲ ਜੁੜੀ ਹੋਈ ਕਹਿ ਦਿੰਦਾ ਕਿ ਜਿਹੜੀ ਕਿਸਾਨੀ, ਜਦੋਂ ਕਿਸਾਨੀ ਕੋਲ ਸਰਪਲਸ ਆਇਆ, ਉਹ ਟਰਾਂਸਪੋਰਟ ਤੇ ਸਿਰਫ ਰੀਅਲ ਏਸਟੇਟ ਤੱਕ ਰਹਿ ਗਏ। ਉਹਨਾਂ ਨੂੰ ਇੰਡਸਟਰੀ ਤੇ ਦੂਜੀ ਜਿਹੜੀ ਅਗਲੀ ਫਾਰਮ ਆਫ ਡਿਵੈਲਪਮੈਂਟ ਸੀ ਉਹਦੇ ਨਾਲ ਲਿੰਕ ਨਹੀਂ ਕੀਤਾ ਗਿਆ, ਇੰਟੀਗ੍ਰੇਟ ਨਹੀਂ ਕੀਤਾ ਗਿਆ। ਜਿਹੜਾ ਕਿ ਹੈਦਰਾਬਾਦ 'ਚ ਰੇਡੀਜ਼ ਹੋਏ, ਕੰਮਾਜ਼ ਹੋਏ, ਉਹ ਅਗਲੀ ਫਾਰਮ ਆਫ ਡਿਵੈਲਪਮੈਂਟ। ਉਹਦੇ ਲਈ ਵੀ ਤਾਂ ਫਿਰ ਸਟੇਟ ਦੀ ਇੱਕ ਰਿਸਪੌਂਸਿਬਿਲਿਟੀ, ਉਹਦਾ ਟ੍ਰੇਨਿੰਗ ਦੇਣੀ, ਮੋਟੀਵੇਟ ਕਰਨਾ, ਸਟੇਟ ਨੇ ਕੋਈ ਪਾਲਿਸੀ ਨਹੀਂ, ਬਾਕੀ ਚੀਜ਼ਾਂ ਹੁੰਦੀਆਂ ਨੇ ਨਾ ਇਹ ਸਟੇਟ ਦੀ ਲੈਜਿਸਲੇਚਰ ਦੇ ਵਿੱਚ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਡਿਬੇਟ ਦਾ ਲੈਵਲ, ਜੇ ਤੁਸੀਂ ਪਿਛਲੇ 60 ਸਾਲ ਦਾ ਪੰਜਾਬ ਦਾ ਲੈਜਿਸਲੇਚਰ ਦਾ ਡਿਬੇਟ ਕੱਢ ਲਵੋ, ਤੁਹਾਨੂੰ ਗੱਲ ਸਮਝ ਆਏਗੀ ਇੱਥੇ ਕਿਉਂ ਨਹੀਂ ਹੋਇਆ। ਮੈਂ ਪੜ੍ਹਿਆ ਸਾਰਾ, ਉਹਦੇ 'ਚ ਜੇ ਮੈਂ ਕਹਾਂ ਵੀ ਸਿਰਫ 5 ਘੰਟੇ ਕੋਈ ਇੰਡਸਟਰੀ ਦੀ ਗੱਲ ਹੋਈ ਹੋਣੀ ਹੈ, 10 ਘੰਟੇ ਹੋਈ ਹੋਣੀ ਹੈ, ਬਾਕੀ ਤਾਂ ਸਾਰੀ ਗੱਲ ਹੀ MSP ਦੀ ਜਾਂ ਕੁਛ ਹੋਰ। ਤੇ ਕਿਤੇ ਵੀ ਸੋਚ ਵਿਚਾਰ ਲੈਜਿਸਲੇਚਰ 'ਚ ਇਹ ਨਹੀਂ ਹੋਇਆ ਕਿ ਅਸੀਂ ਇਹਨਾਂ ਤੋਂ ਅਸੀਂ ਅਗਲੀ ਲੈਵਲ ਆਫ ਡਿਵੈਲਪਮੈਂਟ 'ਤੇ ਕਿੱਦਾਂ ਲੈ ਕੇ ਜਾਣਾ। ਜਿਹੜਾ ਕੁਆਲਿਟੀ ਐਜੂਕੇਸ਼ਨ, ਦੇਖੋ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਦੋਂ ਸ਼ੁਰੂ ਹੋਈ ਹੈ, ਮੈਂ ਸਮਝਦਾ ਪਹਿਲੇ 2007 ਤੋਂ ਬਾਅਦ ਹੀ IIM, IIT, ISB, ਏਮਜ਼, ਟਾਟਾ ਮੈਮੋਰੀਅਲ ਜਦ ਕਿ ਇਹ ਆਉਣੇ ਚਾਹੀਦੇ ਸੀਗੇ 70 ਦੀ ਉਸ ਦਹਾਕੇ 'ਚ ਆ ਜਾਣੇ ਚਾਹੀਦੇ ਸੀ। ਲੋਕਾਂ ਕੋਲ ਜਦੋਂ ਪੈਸੇ ਸੀਗੇ ਉਹ ਬੱਚੇ ਭੇਜ ਸਕਦੇ ਸੀ। ਇਹ ਹੁਣ ਆਏ ਨੇ, 2007 ਤੋਂ ਬਾਅਦ ਹੀ ਸ਼ੁਰੂ ਹੋਏ ਨੇ ਆਣੇ ਸਾਰੇ। ਔਰ ਇੱਥੇ ਜਿਹੜਾ ਤੁਸੀਂ ਦੇਖੋ ਵੀ ਪੰਜਾਬ ਯੂਨੀਵਰਸਿਟੀ 'ਚੋਂ ਬੰਦੇ ਪੜ੍ਹਨ ਆਉਂਦੇ ਸੀ ਵਿਚਾਰੇ, ਇੱਕ MA ਕੀਤੀ, ਫਿਰ ਲਾ ਕੀਤੀ, ਫਿਰ ਵਿਹਲੇ ਰਹਿ ਗਏ। ਸੋ ਮੈਨੂੰ ਲੱਗਦਾ ਵੀ ਅਸੀਂ ਉਹ ਜਿਹੜਾ ਕੁਆਲਿਟੀ ਐਜੂਕੇਸ਼ਨ, ਯੂਥ ਨੂੰ ਜਿਹੜਾ ਅਸੀਂ ਉਹਦੀ ਕਪੈਸਿਟੀ ਬਿਲਡ ਕਰਕੇ ਉਹਨੂੰ ਮਾਰਕੀਟ ਨਾਲ ਇੰਟੀਗ੍ਰੇਟ ਕਰਨਾ ਕਿ ਵਰਲਡ ਦੀਆਂ ਵੱਡੀਆਂ ਕੰਪਨੀਆਂ ਜਾ ਕੇ ਕੰਮ ਕਰ ਸਕਣ, ਅਸੀਂ ਉੱਤੇ ਵੀ ਜਿਹੜਾ ਪੋਲਿਟੀ ਫੇਲ ਹੋਈ। ਤਾਂ ਜਿਹੜਾ ਇੱਕ ਮਾਡਲ ਆਫ ਡਿਵੈਲਪਮੈਂਟ ਜਿਹੜਾ ਸਾਡਾ ਸੀਗਾ ਉਹ 'ਚ ਖੜੋਤ ਆਉਣਾ, ਔਰ ਉਹਦੇ 'ਚ ਪੈਰਾਡਾਈਮ ਜਿਹੜੀ ਛੋਟੀ ਸਾਡੇ ਜਿਹੜੀ ਐਗਰੀਕਲਚਰ ਸੀ, ਉਹਦੇ 'ਚ ਇੱਕ ਤਾਂ ਓਵਰਆਲ ਗਵਰਨਮੈਂਟ ਆਫ ਇੰਡੀਆ ਲੈਵਲ 'ਤੇ ਪਾਲਿਸੀਜ਼ ਦਾ ਵੀ ਰੋਲ ਹੋਏਗਾ, ਕਿਉਂਕਿ ਜਦੋਂ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਨੈਸ਼ਨਲ ਲੈਵਲ 'ਤੇ, ਤੁਸੀਂ ਸਟੇਟ ਨੂੰ ਉਧਰ ਨੂੰ ਪੁਸ਼ ਕਰਦੇ ਹੋ ਉਸ ਗੱਲ ਦੇ ਕਿ ਤੁਸੀਂ ਇੱਧਰ ਜਾਓ। ਦੂਜਾ, ਐਡੇ ਵੱਡੇ ਡਾਇਵਰਸ ਕੰਟਰੀ 'ਚ ਆਪੋ ਆਪਣਾ ਮਾਡਲ ਵੀ ਤਾਂ ਕੋਈ, ਮਤਲਬ ਜਿਵੇਂ ਪੰਜਾਬ ਦੀ ਆਪਣੀ ਨੇਚਰ ਮੁਤਾਬਕ ਵੀ ਕੋਈ ਚੀਜ਼ ਇਵੋਲਵ ਹੋ ਸਕਦੀ ਹੈ ਕਿ ਆਪਾਂ ਨਹੀਂ। ਬਿਲਕੁਲ, ਹੁਣ ਤੁਹਾਨੂੰ ਮੈਂ ਸਿੰਪਲ ਐਗਜ਼ਾਮਪਲ ਦੇ ਦਿੰਦਾ ਤੁਹਾਡੀ ਇਸ ਗੱਲ 'ਤੇ। ਪਾਪੜ ਵੜੀਆਂ ਇੰਡਸਟਰੀ ਅੰਮ੍ਰਿਤਸਰ ਦੀ ਬ੍ਰਾਂਡ ਨੇਮ ਹੈ, ਸਾਰੇ ਖਾਂਦੇ ਆ। ਲਿੱਜਤ ਪਾਪੜ ਜੇ 300 ਕਰੋੜ ਦੀ ਟਰਨਓਵਰ ਹੋ ਸਕਦੀ ਹੈ, ਤੇ ਇਸ ਇੰਡਸਟਰੀ ਦੀ ਕਿਉਂ ਨਹੀਂ ਹੋਈ?
ਇਹਦਾ ਵੀ ਇੱਕ ਮਾਡਲ ਆਫ ਡਿਵੈਲਪਮੈਂਟ ਹੋ ਸਕਦਾ ਸੀ। ਜਿਹੜੀ ਚਿੱਲੀ ਬੈਲਟ ਹੈ ਉਹਦੇ 'ਤੇ ਜਿਹੜੀ ਕਲੈਕਸ਼ਨ ਹੈ ਚਿਲੀਜ਼ ਦੀ, ਉਹ ਅਸੀਂ ਪ੍ਰੋਸੈਸਿੰਗ ਤੋਂ ਬਾਅਦ ਕਲੈਕਸ਼ਨ ਸੈਂਟਰ ਕਿਉਂ ਨਹੀਂ ਬਣਾ ਲਏ ਜਿਵੇਂ ਦੁੱਧ ਦੇ ਬਣਾਏ? ਕਿਉਂ ਨਹੀਂ ਕੀਤਾ? ਆਪਣਾ ਮਾਡਲ ਹੋ ਸਕਦਾ ਸੀਗਾ। ਤੁਸੀਂ ਉਹਦੇ 'ਚ ਐਗਜ਼ਾਮਪਲ MDH ਮਸਾਲੇ ਵਾਲੇ ਨੂੰ ਕਹੋ ਜੀ ਤੂੰ ਇਹ ਕਲੈਕਸ਼ਨ ਕਰ ਲਓ, ਅਸੀਂ ਇਹਨਾਂ ਨੂੰ ਪ੍ਰੋਸੈਸਿੰਗ ਦੀ ਦੇਤੀ ਹੈ। ਕਈ ਮਾਡਲ ਹੋ ਸਕਦੇ, ਮੈਂ ਤਾਂ ਸਿਰਫ ਇੱਕ ਐਗਜ਼ਾਮਪਲ ਹੀ ਦੇ ਰਿਹਾ। ਇੱਦਾਂ ਹੀ ਜਿਹੜਾ ਤੁਹਾਨੂੰ ਮੈਂ ਪਾਪੜਵੜੀ ਇੰਡਸਟਰੀ ਕਿਹਾ, ਉਹਨਾਂ ਨੂੰ ਸਪੋਰਟ ਤੁਸੀਂ ਦੇਣੀ ਹੈ 300-400 ਪਿੰਡ ਜਿੱਥੇ ਵੀ ਬੰਦੇ ਨੇ ਕਿ ਰਾ ਮਟੀਰੀਅਲ ਸਟੈਂਡਰਡਾਈਜ਼ ਕਰਨਾ ਹੈ, ਉਹਦੇ ਨਾਲ ਜਿਹੜੀ ਪੈਕੇਜਿੰਗ ਸਪੋਰਟ ਤੇ ਮਾਰਕੀਟਿੰਗ ਕਰ ਲੈਂਦੇ, ਪਰ ਉਹ ਪਿੰਡ 'ਚ ਜਾ ਕੇ ਮਿਹਨਤ ਕਰਨੀ ਪੈਂਦੀ ਹੈ, ਉਹ 'ਚ ਕਮਿਸ਼ਨ ਹੈ ਨਹੀਂ। ਤੇ ਜਿਹੜੀ ਓਵਰਆਲ ਪੋਲਿਟਿਕਸ ਦਾ ਸਾਡੇ ਰਿਹਾ, ਮਤਲਬ ਇੱਕ ਤਾਂ ਪੰਜਾਬ ਦੀ ਪੋਲਿਟਿਕਸ ਇਹਦੇ ਤੇ ਕੇਂਦਰ ਬਹੁਤ ਲੰਮਾ ਸਮਾਂ ਰਹੀ ਹੈ ਕਿ ਪੰਜਾਬ ਵਰਸਸ ਦਿੱਲੀ ਦਾ ਜਿਹੜਾ ਇੱਕ ਟਕਰਾਅ ਹੈ ਨਾ, ਚਾਹੇ ਅਕਾਲੀ ਦਲ ਦੀ ਤਾਂ ਕਾਫੀ ਸਮੇਂ ਤੋਂ ਰਿਹਾ ਕਿਉਂਕਿ ਉਹ ਫੈਡਰਲ ਸਟਰਕਚਰ ਦੀ ਮੰਗ ਕਰਦੇ ਰਹੇ। ਬਾਕੀ ਬਾਅਦ ਦੇ ਵਿੱਚ ਛਾ ਕੇ ਜਦੋਂ BJP ਨਾਲ ਪਰਮਾਨੈਂਟ ਅਲਾਇੰਸ ਹੋਇਆ 96 'ਚ, ਫਿਰ ਥੋੜ੍ਹਾ ਜਿਹਾ ਇੱਕ ਅਲੱਗ ਟਾਈਪ ਦਾ ਮਾਹੌਲ, ਅਲੱਗ ਟਾਈਪ ਦੀ ਪੋਲਿਟਿਕਸ ਆਈ ਹੈ ਉਸ ਲੈਵਲ ਦੇ ਉੱਤੇ। ਹੁਣ ਵੀ ਜਿਹੜਾ ਆ ਤਾਜ਼ਾ ਗੌਰਮੈਂਟ ਵੀ ਇਹੀ ਕਹਿੰਦੀ ਹੈ, ਚਾਹੇ ਉਹ ਆਰਡੀਨੈਂਸ ਦਾ ਗੱਲ ਹੋਵੇ, ਚਾਹੇ ਉਹ ਡਿਫਰੈਂਟ ਟਾਈਪ ਦੀ ਗੱਲ ਹੋਵੇ, ਕਿ ਸਾਨੂੰ ਗੌਰਮੈਂਟ ਆਫ ਇੰਡੀਆ ਕੰਮ ਨਹੀਂ ਕਰਨ ਦੇ ਰਹੀ। ਉਹਦਾ ਕਿੰਨਾ ਕੁ ਰੋਲ ਤੁਸੀਂ ਫੀਲ ਕਰਦੇ ਹੋ, ਤੇ ਆਪਣਾ ਰੋਲ ਜਿਹੜੇ ਗੌਰਮੈਂਟ ਨੇ ਸਟੇਟ ਦੇ ਵਿੱਚ ਕਰਨਾ ਸੀ, ਇਹ ਦੋਨਾਂ ਨੂੰ ਜੇਕਰ ਦੇਖਣਾ ਹੋਵੇ ਤਾਂ? ਦੇਖੋ, ਦੋਨੋਂ ਹੀ ਰਿਸਪੌਂਸੀਬਲ ਨੇ। ਅਸੀਂ ਆਪਣਾ ਇਨੀਸ਼ੀਏਟਿਵ ਨਹੀਂ ਲਿਆ, ਆਪਣੀ ਡਰਾਈਵ ਨਹੀਂ ਲਈ। ਮੈਨੂੰ ਯਾਦ ਹੈ ਕਿ ਡਿਬੇਟ ਹੁੰਦਾ ਸੀ ਵੀ ਗੁਜਰਾਤ ਸਟੇਟ ਮੈਕਸਿਮਮ ਪੈਸੇ ਉਹਨਾਂ ਨੇ ਸੈਂਟਰ ਤੋਂ ਲਏ ਨੇ, ਜਦੋਂ ਕਿ ਉੱਥੇ ਮੋਦੀ ਜੀ ਚੀਫ ਮਿਨਿਸਟਰ ਹੋਇਆ ਕਰਦੇ ਸੀ ਔਰ ਸੈਂਟਰ 'ਚ ਸਰਦਾਰ ਮਨਮੋਹਨ ਸਿੰਘ ਦੀ ਗਵਰਨਮੈਂਟ ਸੀ। ਅਤੇ ਉਹ ਕਿੱਦਾਂ ਇੰਨੇ ਫੰਡ ਲੈ ਜਾਂਦੇ ਸੀ? ਇਹਦਾ ਮਤਲਬ ਉਹਨਾਂ ਨੇ ਆਪਣਾ ਇੱਕ ਲੋਕਲ ਮਾਡਲ, ਆਪਣੀ ਇੱਕ ਲੋਕਲ ਗਲਤ ਠੀਕ ਜੋ ਵੀ ਉਹਨਾਂ ਨੇ ਡਿਵੈਲਪ ਕੀਤਾ, ਜਿਹਦੇ ਨਾਲ ਮੈਕਸਿਮਮ ਸ਼ੇਅਰ ਆਪਣਾ ਰੈਵਨਿਊ ਦਾ ਉੱਥੋਂ ਟੈਕਸਿਸ ਦਾ ਲੈ ਲੈਂਦੇ ਸੀਗੇ। ਸੋ ਮੈਂ ਸਮਝਦਾ ਕਿ ਦੋਨੋਂ ਪਾਸੇ ਹੀ ਸੈਂਟਰ ਜਿਹੜਾ ਹੈਗਾ ਕਿਸੇ ਲੈਵਲ 'ਤੇ, ਜਿਵੇਂ ਮੈਂ ਪਹਿਲੇ ਐਗਰੀਕਲਚਰ ਦੀ ਗੱਲ ਕੀਤੀ, ਕਿ ਜੇ ਸੈਂਟਰ ਆਪਣੀ ਇੱਕ ਐਗਰੀਕਲਚਰ ਪਾਲਿਸੀ ਬਣਾਉਂਦਾ ਜਿਹਦੇ 'ਚ ਪੰਜਾਬ ਤੇ ਹਰਿਆਣੇ ਨੂੰ ਸਪੈਸ਼ਲਾਈਜ਼ ਕਰਨ ਲਈ ਗ੍ਰੇਨਸ ਦੇ ਵਿੱਚ ਡਿਫਰੈਂਟ ਟੈਕਨੋਲੋਜੀ ਸਪੋਰਟ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਸਾਰੀਆਂ ਦਿੰਦਾ ਸਪੋਰਟਸ, ਇੱਦਾਂ ਹੀ ਸਕਿੱਲ ਉਹਨਾਂ ਦੇ ਐਗਰੀਕਲਚਰ ਯੂਨੀਵਰਸਿਟੀਆਂ 'ਚ ਉੱਦਾਂ ਦੇ ਸਕਿੱਲ ਡਿਵੈਲਪ ਹੁੰਦੇ। ਅਤੇ ਅੱਜ ਇੱਥੇ ਤੁਹਾਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਐਜੀਟੇਸ਼ਨਾਂ ਹੋ ਰਹੀਆਂ ਜਾਂ ਲੋਕਾਂ 'ਚ ਇਸ ਵੇਲੇ ਬੜੀ ਮੁਸ਼ਕਿਲ 'ਚ ਲੋਕ ਹੈਗੇ ਨੇ, ਉਹ ਨਹੀਂ ਹੁੰਦੇ। ਸੋ ਸੈਂਟਰ ਦਾ ਇੱਕ ਰੋਲ ਹੈਗਾ, ਸੈਂਟਰ ਨੇ ਉਸ ਰੋਲ ਨੂੰ ਨਹੀਂ ਨਿਭਾਇਆ। ਔਰ ਪੰਜਾਬ ਵੱਲੋਂ ਇਹ ਹੈ ਕਿ ਇਹਨਾਂ ਨੇ ਸੈਂਟਰ ਨੂੰ ਫੋਰਸ ਨਹੀਂ ਕੀਤਾ ਕਿ ਵੀ ਉੱਦਾਂ ਦੇ ਰੋਲ ਨਿਭਾਵੇ। ਮੈਨੂੰ ਯਾਦ ਹੈ ਕਿ ਜਿਹੜੀ ਫਿਸਕਲ ਰੈਜੂਲੇਸ਼ਨ ਜਿਹੜਾ ਪਾਸ ਹੋਇਆ ਸੈਂਟਰਲ ਸਟੇਟ ਫਾਈਨਾਂਸ ਕਮਿਸ਼ਨ ਨੂੰ ਦਿੱਤਾ ਗਿਆ 1980 ਦੇ ਆਸ-ਪਾਸ, ਉਹਦੇ 'ਚ ਗੱਲ ਕੀਤੀ ਗਈ ਫਿਸਕਲ ਆਟੋਨਮੀ ਦੀ ਸਟੇਟ ਦੀ। ਔਰ ਉਹ ਫਿਸਕਲ ਆਟੋਨਮੀ ਹੁਣ ਤਾਂ ਬਿਲਕੁਲ ਜਦੋਂ ਮਾਰਕੀਟ ਕੋਲ ਹੀ ਹੋ ਗਿਆ ਸਾਰਾ ਕੁਝ, ਅਤੇ ਹੁਣ ਤਾਂ ਸੈਂਟਰ ਕੋਲ ਵੀ ਆਟੋਨਮੀ ਹੈ ਨਹੀਂ ਅਤੇ ਸਟੇਟਾਂ ਕੋਲ ਕੀ ਹੋਣੀ ਹੈ। ਪਰ ਉਹਦਾ ਸ਼ੇਅਰ ਜਿਹੜਾ ਹੈ ਪੰਜਾਬ ਨੂੰ ਘੱਟ ਮਿਲਿਆ, ਔਰ ਉਹਦਾ ਮੈਂ ਇੱਕ ਬੜਾ ਵੱਡਾ ਕਾਰਨ ਸਮਝਦਾ, ਬੜੇ ਲੋਕੀ ਨਹੀਂ ਮੇਰੇ ਨਾਲ ਐਗਰੀ ਕਰਦੇ, ਪੰਜਾਬ ਦੀ ਆਪਣੀ ਕੈਪੀਟਲ ਨਾ ਹੋਣਾ ਬੜਾ ਵੱਡਾ ਦੁਖਾਂਤ ਹੈ। ਔਰ ਜਿਹਨੂੰ ਅਸੀਂ ਇਕਨੋਮਿਕਸ 'ਚ ਕਹਿੰਦੇ ਹਾਂ ਕਿ ਜਿਹੜੀ ਕੈਪੀਟਲ ਹੈ ਉਹ ਇਨਵੈਸਟਮੈਂਟ ਪੋਲ ਹੁੰਦਾ, ਜਿਹਦੇ ਇਰਦ ਗਿਰਦ ਇਨਵੈਸਟਮੈਂਟ ਸਟੇਟ ਚੱਲਦੀ ਹੈ। ਉਹ ਰੈਵਨਿਊ ਕਲੈਕਸ਼ਨ ਦਾ ਸੈਂਟਰ ਵੀ ਹੁੰਦਾ ਕਿ ਅੱਜ ਸਾਰੇ, ਮੈਂ ਥੋੜ੍ਹਾ ਲਾਈਟਲੀ ਇਹ ਕਹਿ ਦਿੰਦਾ ਕਿ ਜਿੰਨੀ ਲੋਕ ਤਨਖਾਹ ਦਾ ਪੰਜਾਬ ਗਵਰਨਮੈਂਟ ਤੋਂ ਲੈਂਦੇ ਨੇ ਅਤੇ TV ਚੰਡੀਗੜ੍ਹ 'ਚੋਂ ਖਰੀਦਦੇ, ਜਿਹਦਾ ਟੈਕਸ ਸੈਂਟਰ ਨੂੰ ਜਾਂਦਾ। ਮੈਂ ਮਤਲਬ ਤੁਹਾਨੂੰ ਸਿੰਪਲੀਫਾਈ ਕਰਕੇ ਜੇ ਗੱਲ ਦਿੱਤੀ ਜੀ, ਜੇ ਐਕਸਾਈਜ਼ ਦੀ ਕਲੈਕਸ਼ਨ ਚੰਡੀਗੜ੍ਹ ਦੀ ਸਟੇਟ, ਜੇ ਮੈਂ ਇੱਕ ਰਫ ਐਸਟੀਮੇਟ, ਚੰਡੀਗੜ੍ਹ ਦੀ ਐਕਸਾਈਜ਼ ਕਲੈਕਸ਼ਨ ਪੰਜਾਬ ਸਾਰੇ ਤੋਂ ਜ਼ਿਆਦਾ ਹੈ, ਮੇਰਾ ਇੱਕ ਰਫ ਐਸਟੀਮੇਟ ਹੈ। ਹੁਣ ਤੁਹਾਡੇ ਕੋਲ ਟੈਕਸ ਕਲੈਕਸ਼ਨ ਦਾ ਸ਼ੇਅਰ ਵੀ ਘੱਟ ਮਿਲਿਆ, ਇਨਵੈਸਟਮੈਂਟ ਪੋਲ ਨਹੀਂ ਰਿਹਾ। ਹੁਣ ਜਿੰਨਾ ਤੁਹਾਡਾ ਡਾਇਸਪੋਰਾ 'ਚ ਹੋਲਡ ਹੈ, ਅਤੇ ਅਸੀਂ ਡਿਪਲੋਮੈਟਿਕ ਐਨਕਲੇਵ ਚੰਡੀਗੜ੍ਹ 'ਚ ਬਣਾ ਦਿੰਦੇ, ਅਤੇ ਤੂੰ ਅੱਜ ਦੇਖਦੇ ਕਿੰਨੀਆਂ ਐਮਬੈਸੀਆਂ ਇੱਥੇ ਹੋਣੀਆਂ ਸੀ, ਔਰ ਤੁਹਾਡਾ ਟ੍ਰੇਡ ਡਿਫਰੈਂਟ ਕੰਟਰੀਜ਼ ਨਾਲ ਕਿੱਦਾਂ ਹੋਣਾ ਸੀ। ਸੋ ਇਸ ਵੇਲੇ ਡਿਫਰੈਂਟ ਸਟੇਟਾਂ ਦੀ ਜਿਹੜੀ ਕੈਪੀਟਲ ਨੇ ਉਹ 5% ਤੋਂ ਲੈ ਕੇ ਹੈਦਰਾਬਾਦ 35-40% ਕੰਟਰੀਬਿਊਟ ਕਰਦੀਆਂ GDP 'ਚ ਸਟੇਟ ਦੀਆਂ, ਅਤੇ ਸਾਡਾ ਦੁਖਾਂਤ ਹੈ ਸਾਡੇ ਕੋਲ ਕੈਪੀਟਲ ਹੈ ਨਹੀਂ। ਅਤੇ ਮੈਂ ਇਹ ਸਮਝਦਾ ਕਿ ਇਹ ਅਸੀਂ ਆਮ ਤੌਰ 'ਤੇ ਇਸ ਗੱਲ ਨੂੰ ਨਿਗਲੈਕਟ ਕਰਦੇ, ਇਹਦੇ ਬਾਰੇ ਸੋਚਦੇ ਨਹੀਂ। ਇਹਦੇ ਬਾਰੇ ਜੇ ਹੋਰ ਨਾ ਅਸੀਂ ਸੈਂਟਰ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਸਾਨੂੰ ਕੰਪਨਸੇਸ਼ਨ ਦੇ ਦਿਓ, ਜਿੰਨਾ ਤੁਸੀਂ ਇੱਥੋਂ ਰੈਵਨਿਊ ਇਕੱਠਾ ਕੀਤਾ ਹੈ ਉਹਦਾ 60% ਸਾਨੂੰ ਦੇ ਦਿਓ, 40% ਹਰਿਆਣੇ ਨੂੰ ਦੇ ਦਿਓ 1971 ਤੋਂ ਬਾਅਦ, ਅਤੇ ਕਰ ਲਓ ਨਾ ਗੱਲ ਕਰਨ ਨੂੰ, ਉਹਦੇ ਤਾਂ ਕੋਈ ਹਰਜ ਨਹੀਂ ਹੈ। ਮੈਂ ਸਮਝਦਾ ਬੜਾ ਵੱਡਾ ਮੁੱਦਾ ਹੈ। ਅੱਛਾ, ਔਰ ਇਹਦੇ ਵਿੱਚ ਕਈ ਵਾਰ ਮਿਲਦਾ ਰਹਿ ਗਿਆ ਕਹਿੰਦੇ ਨੇ ਪੋਲੀਟੀਕਲੀ ਵੀ, ਇਹਨਾਂ ਨੇ ਕਿਹਾ ਵੀ ਨਹੀਂ। ਸਿਰਫ ਇੱਕ ਵਾਰ NDC ਦੀ ਮੀਟਿੰਗ 'ਚ ਸੁਖਬੀਰ ਬਾਦਲ ਨੇ ਕਿਹਾ ਸੀਗਾ, ਔਰ ਉਸ ਤੋਂ ਬਾਅਦ ਉੱਥੇ ਇੰਟਰਸਟਿੰਗ ਗੱਲ ਹੈ, ਕੇਜਰੀਵਾਲ ਨੇ ਖੜੇ ਹੋ ਕੇ ਇਹ ਕਿਹਾ ਸੀ ਉਸੇ ਮੀਟਿੰਗ 'ਚ, ਮੈਂ ਕੋਟ ਕਰ ਰਿਹਾ, ਉਹਨੇ ਕਿਹਾ ਸੀਗਾ भी प्रधानमंत्री जी इनको इनकी बात मान लें क्योंकि अब हमने ही पंजाब में आना है, इसके बाद हमें फ़ायदा हो जाएगा। अच्छा,
ਇਹ ਗੱਲ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ 'ਚ ਹੋਈ ਹੈ, ਪਰ ਕੋਈ ਵੀ ਉਹਨੂੰ ਅੱਗੇ ਲੈ ਕੇ ਨਹੀਂ ਗਿਆ। ਤੇ ਇਸ ਕਰਕੇ ਇਹ ਦੁਖਾਂਤ ਵੀ ਮੈਂ ਕਹਿੰਦਾ ਵਰਲਡ 'ਚ ਸ਼ਾਇਦ ਕੋਈ ਵੀ ਸਟੇਟ ਨਹੀਂ ਬਿਨਾਂ ਕੈਪੀਟਲ ਤੋਂ, ਉਹ ਪੰਜਾਬ ਹੈ। ਹਰਿਆਣਾ ਵੀ ਹੈ, ਹਰਿਆਣੇ ਕੋਲ ਕਿਉਂਕਿ ਗੁੜਗਾਉਂ ਆ ਗਿਆ, ਫਰੀਦਾਬਾਦ ਆ ਗਿਆ, ਉਹਨਾਂ ਨੂੰ ਉਹਦਾ ਕੰਪਨਸੇਸ਼ਨ ਮਿਲ ਗਿਆ, ਐਨਸੀਆਰ ਦੇ ਨੇੜੇ ਹੋ ਗਿਆ, ਐਨਸੀਆਰ ਦੇ ਨੇੜੇ ਹੋਣ ਕਰਕੇ ਹੋ ਗਿਆ। ਤੇ ਇਹ ਇੱਕ ਜਿਹੜਾ ਮੈਂ ਸਮਝਦਾ ਵੀ ਇਹਦੇ ਬਾਰੇ ਵੀ ਵਿਚਾਰ ਹੋਣਾ ਚਾਹੀਦਾ ਕਿ ਵੀ ਚੰਡੀਗੜ੍ਹ ਜਿਹੜਾ ਤੁਸੀਂ ਜਦੋਂ ਦੇਣਾ ਦੇ ਦਿਓ, ਦੇਣਾ ਤਾਂ ਹੈ ਹੀ ਹੈ। ਚੰਡੀਗੜ੍ਹ ਪੰਜਾਬ ਦੀ ਬਿਲਡ ਪੰਜਾਬ ਨੇ ਖਰਚਾ ਕੀਤਾ ਬਣਾਉਣ ਦਾ, ਫਿਰ ਆਰਗੂਮੈਂਟ ਇਹ ਦੇ ਦਿੰਦੇ ਨੇ ਕਿ ਜੀ ਇੱਥੇ ਹੁਣ ਸੈਂਟਰ ਖਰਚਾ ਤਾਂ ਕਰਦਾ ਚਲਾਉਣ ਨੂੰ, ਉਹ ਅਸੀਂ ਕਰ ਲਾਂਗੇ, ਸਾਨੂੰ ਰੈਵਨਿਊ ਸ਼ੇਅਰ ਦੇ ਦਿਓ ਤੇ ਪੰਜਾਬ ਚੰਡੀਗੜ੍ਹ ਨੂੰ ਚਲਾ ਲਊਗਾ, ਉਹ ਕੋਈ ਦਿੱਕਤ ਨਹੀਂ ਹੈ। ਤੁਸੀਂ ਇਹਦੇ ਤੇ ਗਵਰਨੈਂਸ ਰਿਫਾਰਮ ਤੇ ਕਾਫੀ ਕੰਮ ਕੀਤਾ, ਵੱਡੀਆਂ ਰਿਪੋਰਟਾਂ ਵੀ ਦਿੱਤੀਆਂ। ਅੱਜ ਕੱਲ੍ਹ ਇੱਕ ਦੌਰ ਚੱਲਦਾ, ਮਤਲਬ ਇੱਕ ਸ਼ਬਦਾਵਲੀ ਬਾਰ-ਬਾਰ ਹੈ, ਕੱਟੜ ਇਮਾਨਦਾਰ ਸਰਕਾਰ। ਹੁਣ ਇਮਾਨਦਾਰੀ ਤੋਂ ਨਾ ਜਦੋਂ ਡਿਗਰੀ ਵਧਾ ਦਿਓ, ਜਦ ਕਈ ਵਾਰ ਗੱਲ ਨਾ ਬਣਦੀ ਹੋਵੇ, ਕੱਟੜ ਇਮਾਨਦਾਰ ਸਰਕਾਰ ਲੈ ਕੇ ਚੱਲੋ। ਤੇ ਆਏ ਦਿਨ ਹੁਣੀ ਅਜੇ 4 ਦਿਨ ਪਹਿਲਾਂ 2-3 ਦਿਨ ਪਹਿਲਾਂ ਵਿਜੀਲੈਂਸ ਚੀਫ ਨੇ ਇੱਕ ਚੀਫ ਸੈਕਟਰੀ ਨੂੰ ਦਿੱਤੇ 48 ਤਹਿਸੀਲਦਾਰਾਂ ਦਾ ਨਾਮ, ਨਾਇਬ ਤਹਿਸੀਲਦਾਰਾਂ ਦਾ ਨਾਮ, ਉਹਦਾ 'ਚ ਗਾਹ ਪਿਆ ਉਹ ਮਾਸ ਲੀਵ ਤੇ ਚਲੇ ਗਏ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਔਰ ਉਹ ਸਾਰਾ ਜਿਹੜਾ ਇੱਕ ਵਰਤਾਰਾ ਹੈ, ਚਾਹੇ ਜੋ ਮਰਜ਼ੀ ਕਹੀ ਜਾਓ, ਕੋਈ ਪੋਲੀਟੀਕਲ ਪਾਰਟੀ ਆ ਗਈ ਉਹ ਕਹਿੰਦੀ ਮੈਂ ਸਾਰਾ ਸਿਸਟਮ ਠੀਕ ਕਰ ਦੂੰਗੀ, ਸ਼ਾਇਦ ਉਹਦੀ ਉਮੀਦ ਵੀ ਨਹੀਂ ਕਰਨੀ ਚਾਹੀਦੀ, ਤੇ ਬਾਕੀ ਦੀ ਗੱਲ ਹੈ। ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਗਵਰਨੈਂਸ ਦੇ ਵਿੱਚ ਕੋਈ ਚੇਂਜ ਆ ਰਹੀ ਹੈ ਜਾਂ ਨਹੀਂ? ਜਿਹੜੀਆਂ ਤੁਹਾਡੀਆਂ ਰਿਪੋਰਟਾਂ ਨੇ ਉਦੋਂ ਤੋਂ ਬਾਅਦ ਕੋਈ ਫਰਕ ਉਹਦੇ ਤੇ ਇੰਪਲੀਮੈਂਟੇਸ਼ਨ ਹੋਈ, ਜਾਂ ਹੁਣ ਕੋਈ ਉਦੋਂ ਵੀ ਪਿੱਛੇ ਚਲੀ ਜੀ ਗਈ, ਜਾਂ ਥੋੜਾ ਬਹੁਤ ਅੱਗੇ ਵਧ ਰਹੀ ਹੈ ਗੱਲ? ਦੇਖੋ, ਮੈਂ ਇਹ 'ਚ ਗਵਰਨੈਂਸ ਦੇ ਨਾ ਮੈਂ 2-3 ਗੱਲਾਂ ਕਹਿਣੀਆਂ। ਪਹਿਲੀ ਗੱਲ ਕਿ ਗਵਰਨੈਂਸ ਦੀ ਲੋੜ ਕਿਉਂ ਪਈ ਚੇਂਜ ਕਰਨ ਦੀ, ਰਿਫਾਰਮ ਸੀ ਕਿ ਅਸੀਂ ਰੂਲਸ ਆਫ ਦਾ ਗੇਮ ਹੁੰਦੀ ਗਵਰਨੈਂਸ ਵੀ, ਕੁਝ ਰੂਲ ਹੁੰਦੇ ਨੇ ਜਿਹਦੇ ਤੁਸੀਂ ਗਵਰਨੈਂਸ ਕਰਨੀ ਹੁੰਦੀ ਹੈ, ਤੇ ਸਾਡੇ ਰੂਲ ਪੁਰਾਣੇ ਸੀ ਤੇ ਸਾਡੀਆਂ ਲੋੜਾਂ ਨਵੀਆਂ ਨੇ, ਇਸ ਕਰਕੇ ਉਹ ਰੂਲ ਰਿਡੰਡੈਂਟ ਹੋ ਗਏ ਤੇ ਉਹ ਵਾਇਲੇਟ ਹੋਣ ਲੱਗ ਗਏ ਰੋਜ਼। ਤੇ ਜਿਵੇਂ ਕਹਿੰਦੇ ਵੀ ਤੁਸੀਂ ਬਾਸਕਟਬਾਲ ਦੀ ਗੇਮ ਦੇ ਵਿੱਚ ਕਬੱਡੀ ਦੇ ਰੂਲ ਲਾਏ ਹੋਏ ਸੀ, ਗੇਮ ਸੀਗੀ ਬਾਸਕਟਬਾਲ ਦੀ, ਹੁਣ ਅਸੀਂ ਕਿਹਾ ਵੀ ਬਾਸਕਟਬਾਲ ਦੇ ਰੂਲ ਲਾ ਲਓ, ਉਹਦੇ ਨਾਲ ਤੁਹਾਡੇ ਵਾਇਲੇਸ਼ਨ ਵੀ ਘੱਟ ਹੋਣਗੀਆਂ, ਸਿਸਟਮ ਵੀ ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਜਿਹੜੀ ਕਰਪਸ਼ਨ ਦੀ ਗੱਲ ਆਉਂਦੀ ਹੈ, ਮੈਂ ਕਰਪਸ਼ਨ ਨੂੰ ਵੱਡਾ ਮੁੱਦਾ ਨਹੀਂ ਸਮਝਦਾ। ਤੁਸੀਂ ਕਹੋਗੇ ਵੀ ਇਹ ਬੜੀ ਅਜੀਬ ਗੱਲ ਹੈ। ਕਰਪਸ਼ਨ ਹੈ ਇਲੀਗਲ ਐਕਸਚੇਂਜ, ਤੁਸੀਂ ਇਹਨੂੰ ਲੀਗਲਾਈਜ਼ ਕਰ ਦਿਓ, ਓਨੈਸਟੀ ਬਣ ਜਾਂਦੀ ਹੈ। ਤਾਂਹੀਓ ਤਾਂ ਕਈ ਅਮੈਂਡਮੈਂਟ ਲਿਆਉਂਦੇ ਨੇ, ਜਿਵੇਂ ਹੁਣ ਉੱਥੇ ਲੌਬਿੰਗ USA 'ਚ ਲੀਗਲਾਈਜ਼ ਹੈ, ਕਮਿਸ਼ਨ ਲੈ ਕੇ ਕੰਮ ਕਰਨਾ, ਤੇ ਉਹ ਲੀਗਲਾਈਜ਼ ਹੋ ਗਈ ਤੇ ਉਹ ਕਰਪਸ਼ਨ ਨਹੀਂ ਰਹੀ। ਸੋ ਮੈਨੂੰ ਇਹ ਲੱਗਦਾ ਵੀ ਕਰਪਸ਼ਨ ਤੋਂ ਜ਼ਿਆਦਾ ਜਿਹੜਾ ਇਸ਼ੂ ਹੈ ਉਹ ਹੈ ਕਰਪਸ਼ਨ ਐਕਚੁਅਲੀ ਜਿਵੇਂ ਤੁਸੀਂ ਕਹਿੰਦੇ ਕਿ ਸਿੰਪਟਮ ਹੈ, ਉਹਦੇ 'ਚ ਡਿਜ਼ੀਜ਼ ਨਹੀਂ ਹੈ। ਹਾਂ, ਉਹਦੇ 'ਚ ਇਹ ਹੈ ਕਿ ਤੁਸੀਂ ਸਿਸਟਮ ਦੇ ਵਿੱਚ ਜਿਹੜੀ ਜਿੱਥੇ ਸਰਪਲਸ ਜ਼ਿਆਦਾ ਹੈ, ਰੈਗੂਲੇਟਰੀ ਸਟੇਟ ਹੈ, ਤੁਸੀਂ ਬੀਅਰ ਬਾਰ ਦਾ ਲਾਇਸੈਂਸ ਦੇਣਾ, ਸ਼ਰਾਬ ਦਾ ਦੇਣਾ, ਦੂਜਾ ਦੇਣਾ, ਜਾਂ ਤੁਸੀਂ ਹੋਟਲਾਂ ਦੇ ਦੇਣਾ, ਰਜਿਸਟਰੀਆਂ ਹੋਣੀਆਂ, ਉਹਦੇ ਤੁਸੀਂ ਪੈਸੇ ਖਾਣੇ, ਉਹਨੂੰ ਸ਼ੇਅਰਿੰਗ ਆਫ ਸਪਾਇਲ ਮੰਨ ਕੇ ਆਪਣਾ ਖਾਈ ਜਾਣਾ। ਇਹ ਬਿਲਟ ਇਨ ਹੈ। ਇਹ 'ਚ ਡਿਸਕ੍ਰਿਸ਼ਨ ਘਟਾਓਗੇ ਤੇ ਇਹਨੂੰ ਜ਼ਿਆਦਾ ਟਰਾਂਸਪੇਰੈਂਟ ਕਰੋਗੇ ਤੇ ਇਹ 'ਚ ਤੁਹਾਨੂੰ ਉਹ ਘਟ ਸਕਦੀ ਹੈ ਆਪੇ ਜਿਹੜੀ ਇਹ ਐਕਸਚੇਂਜ ਹੈ। ਸੋ ਸਾਡੀ ਸੋਚ ਇਹ ਬਣੀ ਕਿ ਜਿਵੇਂ ਅਸੀਂ ਇਹ ਕੀਤਾ ਕਿ ਜਦੋਂ ਕਿਸਾਨ ਨੇ ਕਰਜ਼ਾ ਲੈਣਾ ਹੈ, ਉਹਨੂੰ ਪਟਵਾਰੀ ਜਾਂ ਕਿਸੇ ਤੋਂ ਜ਼ਿਆਦਾ ਅਟੈਸਟੇਸ਼ਨ ਨਾ ਕਰਾਉਣੀ ਪਵੇ। 35,000 ਕਰੋੜ ਦਾ ਸ਼ਾਰਟ ਟਰਮ ਕ੍ਰੈਡਿਟ ਹੈ, ਜੇ ਤੁਸੀਂ ਐਕਟਿਵ ਅਮੈਂਡ ਕਰ ਦਿਓ ਵੀ ਸਿੱਧਾ ਬੈਂਕ ਵਾਲਾ ਦੇ ਦੇਗਾ, ਤੇ ਹੁਣ ਉਹਦੇ ਲੀਕੇਜ ਜਿੰਨੀ ਵੀ ਹੈਗੀ ਹੈ, ਬੜੀ ਵੱਡੀ ਲੀਕੇਜ ਹੁੰਦੀ ਸੀ, ਉਹ ਲੀਕੇਜ ਖਤਮ ਹੋ ਜਾਏਗੀ। ਤੇ ਤੁਸੀਂ ਪ੍ਰੋਸੀਜਰ ਚੇਂਜ ਕਰ ਲਓ ਜਿਹਦੇ ਨਾਲ ਲੀਕੇਜ ਘਟ ਜਾਏ ਤੇ ਅਪਰਚੂਨਿਟੀਜ਼ ਕਰਪਸ਼ਨ ਦੀ ਘਟ ਜਾਓ। ਤੁਹਾਨੂੰ ਫਿਰ ਤਹਿਸੀਲਦਾਰਾਂ ਦੀ ਲਿਸਟ ਦੇਣ ਦੀ ਲੋੜ ਨਹੀਂ ਹੈ, ਤੁਸੀਂ ਉਹ 'ਚ ਉਹਨਾਂ ਦਾ ਸਕੋਪ ਹੀ ਡਿਸਕ੍ਰਿਸ਼ਨ ਘਟਾਤੀ ਕਰਪਸ਼ਨ ਦੀ। ਜੇ ਹੋਏਗੀ ਤੇ ਉਹ ਨੋਟਿਸ 'ਚ ਆ ਜਾਏਗੀ। ਤੁਸੀਂ ਸਿਸਟਮ ਨੂੰ ਫੰਕਸ਼ਨਲ ਨਹੀਂ ਕਰ ਰਹੇ। ਇਹ ਇੱਥੇ ਦੂਜੀ ਔਰ ਤੀਜੀ ਗੱਲ ਇਹਦੇ 'ਚ ਮੈਂ ਕਹਿ ਦਿੰਦਾ, ਟਰਸਟ ਡੈਫੀਸਿਟ। ਸਿਟੀਜ਼ਨ 'ਚ ਜਦੋਂ ਟਰਸਟ ਨਹੀਂ ਤੁਹਾਡਾ ਰਹਿੰਦਾ, ਹੈ ਹੀ ਨਹੀਂ। ਅਸੀਂ ਤਾਂਹੀਓ ਕਿਹਾ ਸੀ ਵੀ ਐਫੀਡੇਵਿਟ ਖਤਮ ਤੇ ਸੈਲਫ ਸਰਟੀਫਿਕੇਸ਼ਨ। ਉਹ ਇਸ ਕਰਕੇ ਕਹੀ ਸੀ ਕਿ ਜੇ ਮੈਂ ਪ੍ਰਮੋਦ ਕੁਮਾਰ ਹਾਂ, ਮੈਂ ਕਹਿੰਦਾ ਵੀ ਉਹ ਮੈਂ ਮੈਜਿਸਟ੍ਰੇਟ ਅਟੈਸਟ ਕਰਦਾ ਵੀ ਇਹ ਪ੍ਰਮੋਦ ਕੁਮਾਰ ਹੈ, ਮੈਂ ਕਹਦਾ ਯਾਰ ਇਹ ਅਸੀਂ ਕਿਹਾ ਜੀ ਮੈਂ ਪ੍ਰਮੋਦ ਕੁਮਾਰ ਕਰ ਰਿਹਾ, ਮੈਜਿਸਟ੍ਰੇਟ ਆਪਣਾ ਅਟੈਸਟ ਮੈਜਿਸਟ੍ਰੇਟ ਦੂਜੇ ਅਟੈਸਟ ਤੋਂ ਕਰਾਉਂਦਾ ਕਿ ਉਹ ਮੈਜਿਸਟ੍ਰੇਟ ਹੈ, ਦੂਜਾ ਅਟੈਸਟ ਕਰਦਾ ਬੰਦਾ ਉਹਦਾ। ਅਸੀਂ ਕਿਹਾ ਵੀ ਸੈਲਫ ਸਰਟੀਫਿਕੇਸ਼ਨ, ਕਿ ਮੈਂ ਜੇ ਕਹਿੰਦਾ ਮੈਂ ਪ੍ਰਮੋਦ ਕੁਮਾਰ ਹੈ, ਸਟੇਟ ਮੰਨੇ, ਔਰ ਉਹਦੀ ਸਜ਼ਾ ਉਨੀ ਹੈ ਜਿੰਨੀ ਗਲਤ ਐਫੀਡੇਵਿਟ ਦੇਣ ਦੀ। 60 ਸਾਲ ਇਹ ਪ੍ਰਥਾ ਚੱਲਦੀ ਰਹੀ। ਅਸੀਂ ਉਹ ਟਰਸਟ ਡੈਫੀਸਿਟ ਜਿਹੜਾ ਸੀਗਾ ਖਤਮ। ਹੁਣ ਜਿਹੜਾ ਹੋ ਰਿਹਾ ਪ੍ਰੋਸੈਸ, ਉਹਦੇ ਵਿੱਚ ਜ਼ਿਆਦਾ ਜਿਹੜਾ ਹੈ ਪ੍ਰੀਵੈਂਟਿਵ ਨਹੀਂ ਹੈ, ਪਿਊਨਿਟਿਵ ਹੈ ਜ਼ਿਆਦਾ। ਉਹਦੇ 'ਚ ਐਗਜ਼ੀਬਿਸ਼ਨਿਜ਼ਮ ਜ਼ਿਆਦਾ। ਮੈਂ ਸਮਝਦਾ ਗਵਰਨੈਂਸ ਦੇ ਵਿੱਚ ਅੱਜ ਕੱਲ੍ਹ ਤਹਿਸੀਲਦਾਰਾਂ ਨੇ ਕੀ ਕਿਹਾ, ਹੁਣ ਉਹਨਾਂ ਦੇ ਨਾ ਸੋਸ਼ਲ ਗਰੁੱਪ ਬਣੇ ਨੇ ਸੋਸ਼ਲ ਮੀਡੀਆ 'ਤੇ। ਤਹਿਸੀਲਦਾਰ ਇਹ ਕਹਿੰਦੇ ਨੇ ਬਹੁਤੇ ਡੀਸੀਆਂ ਦੇ ਘਰ ਸਾਡੇ ਮੁਤਾਬਕ ਚੱਲਦੇ ਨੇ, ਜਿਹੜਾ ਸਾਰਾ ਲਾਮ ਲਸ਼ਕਰ ਲੈ ਕੇ ਪੋਲੀਟੀਸ਼ੀਅਨ ਆ ਜਾਂਦਾ ਹੈ, ਉਹਨਾਂ ਨੂੰ ਜਿਹੜਾ ਰੋਟੀਆਂ ਖਵਾਉਣ ਤੋਂ ਲੈ ਕੇ ਹੋਟਲਾਂ 'ਚ ਰੱਖਣ ਤੱਕ ਦਾ, ਕਿੱਥੋਂ ਸਾਡੀ ਡਿਊਟੀ ਲਾ ਦਿੰਦੇ ਹੋ।
ਤੇ ਅਸੀਂ ਕਿੱਥੋਂ ਪੂਰੀ ਕਰਾਂਗੇ ਜਿਹੜਾ ਕਰਪਸ਼ਨ ਦਾ ਲੈਵਲ ਹੈ ਵੀ ਉਹ ਸਾਰੀਆਂ ਚੀਜ਼ਾਂ ਵੀ ਤਾਂ ਠੀਕ ਕਰੋ। ਉਹੀ ਦੇਖੋ ਗੱਲ ਬਿਲਕੁਲ ਠੀਕ ਗੱਲ, ਮੈਂ ਤਾਂ ਹੀ ਉਹ ਕਿਹਾ ਵੀ ਸਿਸਟਮ ਦੇ ਵਿੱਚ ਰਿਫਾਰਮ ਹੋਣਾ, ਉਹਦੇ ਨਾਲ ਹੀ ਇਹ ਜਿਹੜੀਆਂ ਡਿਸਟੋਰਸ਼ਨਸ ਹੈ ਖਤਮ ਹੋਣਗੀਆਂ। ਅਸੀਂ ਡਿਸਟੋਰਸ਼ਨ ਨੂੰ ਰੂਲ ਤਾਂ ਨਹੀਂ ਮੰਨ ਲੈਣਾ ਨਾ, ਤੇ ਹੁਣ ਤਹਿਸੀਲਦਾਰ ਨੂੰ ਰੂਲ ਬਣ ਰਹੇ ਨੇ ਕਿ ਵੀ, ਪਰ ਉਹਨਾਂ ਦੀ ਡਿਮਾਂਡ ਠੀਕ ਹੈ ਵੀ ਤੁਸੀਂ ਸਿਸਟਮ ਠੀਕ ਕਰੋ, ਸਾਨੂੰ ਇਹ ਫੈਸਿਲਿਟੀਜ਼ ਮਿਲ ਜਾਣ ਤੇ ਸਾਨੂੰ ਲੋੜ ਹੀ ਨਹੀਂ ਇਹ ਕੰਮ ਕਰਨ ਦੀ ਗਲਤ। ਸੋ ਮੈਂ ਸਮਝਦਾ ਵੀ ਜਿਹੜਾ ਇਹ ਬੇਸਿਕ ਸਮਝ ਹੈ ਇਹ ਹੋਣੀ ਚਾਹੀਦੀ ਹੈ। ਖਾਲੀ ਇਹ ਕਹਿ ਦੇਣਾ ਵੀ ਇੰਨੇ ਬੰਦੇ ਫੜ ਕੇ ਅੰਦਰ ਕਰਤੇ ਤੇ ਕਰਪਸ਼ਨ ਘਟ ਜੂਗੀ, ਉਹ ਨਹੀਂ ਹੋਣੀ, ਕਿਉਂਕਿ ਉਹਨਾਂ ਨੇ ਅੰਦਰ ਵੀ ਕਰਪਸ਼ਨ ਦੇ ਕੇ ਬਾਹਰ ਆ ਜਾਣਾ ਪੈਸੇ ਦੇ ਕੇ। ਕੋਈ ਸਿਸਟਮ ਜਿਹੜਾ ਹੈਗਾ ਉਹਨੂੰ ਆਪਾਂ ਇੱਦਾਂ ਬਣਾਈਏ ਜਿਹਦੇ ਵਿੱਚ ਡਿਸਕ੍ਰਿਸ਼ਨ ਘਟੇ, ਕਰਪਸ਼ਨ ਦਾ ਸਕੋਪ ਘਟੇ, ਔਰ ਉਹਦੇ ਨਾਲ ਇਹ ਹੋਏਗਾ ਕਿ ਵੀ ਜਿਹੜੀ ਜ਼ਿਆਦਾ ਰਿਫਾਰਮ ਦਾ ਪ੍ਰੋਸੈਸ ਹੋਏਗਾ ਉਹ ਖਤਮ ਹੋਏ। ਉਹ 'ਚ ਅਸੀਂ ਕਹਿੰਦੇ ਹੈਰੈਸਮੈਂਟ ਘਟ ਜਾਏ, ਦੂਜਾ ਜਿਹੜਾ ਛੋਟੀ ਕਰਪਸ਼ਨ ਹੈ, ਬ੍ਰਾਈਬ ਹੈ, ਉਹ ਘਟ ਜਾਏ, ਤੀਜਾ ਸ਼ੇਅਰਿੰਗ ਆਫ ਸਪੋਇਲਸ ਘਟ ਜਾਏ। ਜਿਹੜਾ ਆਪਾਂ ਕਹਿੰਦੇ ਵੀ ਆਪਾਂ ਸ਼ੇਅਰ ਕਰ ਲਈਏ ਜ਼ਮੀਨ ਦੀ ਰਜਿਸਟਰੀ ਕਰਾ ਗਲਤ ਕਰਾ ਲਈ, ਉਹ ਖਤਮ ਕਰੀਏ। ਉਹਦੇ ਲਈ ਰਿਫਾਰਮ ਮੈਨੂੰ ਨਹੀਂ ਲੱਗਦਾ ਵੀ ਕੋਈ ਕੁਆਲਿਟੇਟਿਵ ਰਿਫਾਰਮ ਦਾ ਪ੍ਰੋਸੈਸ ਅੱਗੇ ਚੱਲਿਆ। ਉਦੋਂ 5-7 ਸਾਲ ਪਹਿਲੇ ਚੱਲਿਆ ਪੰਜਾਬ 'ਚ ਕਾਫੀ ਚੀਜ਼ਾਂ, ਜਿਵੇਂ ਤੁਸੀਂ ਦੇਖਿਆ ਵੀ ਸਾਂਝ ਕੇਂਦਰ ਵੀ ਬਣੇ, ਸੇਵਾ ਕੇਂਦਰ ਵੀ ਬਣੇ, ਸਾਂਝ ਕੇਂਦਰਾਂ ਦੇ ਵਿੱਚ ਪੁਲਿਸ ਦੀਆਂ ਸਰਵਿਸਿਜ਼ ਮਿਲਣਾ ਸ਼ੁਰੂ ਹੋਈਆਂ, ਪਰ ਮੈਨੂੰ ਲੱਗਦਾ ਵੀ ਹਾਲੇ ਬੜਾ ਕੁਝ ਉਹਦੇ 'ਚ ਹੋਣ ਵਾਲਾ ਔਰ ਅੱਗੇ ਹੋਰ ਵੀ ਹੋ ਸਕਦਾ। ਪਰ ਇੱਕ ਓਵਰਆਲ ਟ੍ਰੈਂਡ ਜਿਹੜੀਆਂ ਗਲੋਬਲ 1-2 ਰਿਪੋਰਟਾਂ ਆਈਆਂ ਨੇ ਤੇ ਜਿਹਦੇ 'ਚ ਇਹ ਕਹਿੰਦਾ ਅਥਾਰਟੇਰੀਅਨਿਜ਼ਮ ਵੱਧ ਰਿਹਾ ਹੈ ਨਾ ਕਿਸੇ ਨਾ ਕਿਸੇ ਰੂਪ 'ਚ। ਪਹਿਲਾਂ ਉਹ ਕਹਿ ਰਹੇ ਨੇ ਉਹ ਜਿਹੜੀ ਸਵੀਡਨ ਵਾਲੀ ਸੰਸਥਾ ਹੈ ਉਹ ਕਹਿ ਰਹੀ ਹੈ ਪਹਿਲਾਂ 46% ਸੀ, ਹੁਣ 72% ਅਥਾਰਟੇਰੀਅਨ ਰੂਲ ਦੇ ਤਹਿਤ ਚਲਾ ਗਿਆ, ਜਿਹਨੇ ਇੰਡੀਆ ਬਾਰੇ ਵੀ ਇਹ ਕਹਿਤਾ ਕਿ ਜੀ ਇਹ ਪਾਰਸਲ ਫ੍ਰੀ ਕੰਟਰੀ ਦੇ ਤੌਰ 'ਤੇ ਹੁਣ ਉਸ ਕੈਟਾਗਰੀ 'ਚ ਚਲਾ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਓਵਰਆਲ ਜਿਹੜਾ ਡੈਮੋਕ੍ਰੈਟਿਕ ਐਟੀਟਿਊਡ ਹੈ ਮਤਲਬ ਚੀਜ਼ਾਂ ਨੂੰ ਦੇਖਣ ਦਾ, ਜੇ ਪੰਜਾਬ ਦੀ ਅਸੈਂਬਲੀ 'ਚ ਵੀ ਦੇਖਦੇ ਆ ਉਹ ਕਹਿੰਦੇ ਸਾਨੂੰ 92 ਨੂੰ ਜਿਤਾਇਆ, ਆਪੋਜੀਸ਼ਨ ਤੋਂ ਕੀ ਲੈਣਾ, ਇਹਨਾਂ ਨੂੰ ਕਦੇ ਬੁਲਾਇਆ ਨਾ ਕਰੋ, ਚਾਹੇ ਜੋ ਮਰਜ਼ੀ ਕਰੋ। ਈਵਨ ਉੱਥੇ ਵੀ ਇਹ ਚੱਲਦਾ, ਚਾਹੇ ਰਾਜ ਸਭਾ ਲੋਕ ਸਭਾ ਦੇ ਵਿੱਚ ਵੀ ਸਾਡੇ ਕੋਲ ਮੈਜੋਰਟੀ, ਅਸੀਂ ਤੁਹਾਡੇ ਤੋਂ ਲੈਣਾ ਕੀ ਹੈ। ਐਕਚੁਅਲੀ ਤਾਂ ਉਹਦੇ ਪ੍ਰਤੀ ਤੁਹਾਡਾ ਇੱਕ ਨਜ਼ਰੀਆ ਹੁੰਦਾ ਸੋਸਾਇਟੀ ਨੂੰ ਦੇਖਣ ਪ੍ਰਤੀ ਕਿ ਤੁਸੀਂ ਡੈਸੈਂਟ ਨੂੰ ਕਿੰਨਾ ਕੁ ਸਮਝਦੇ ਹੋ। ਜਿਵੇਂ ਮਿਨੋਰਟੀ ਦਾ ਕੁਐਸਚਨ ਵੀ ਉਹ 'ਚ ਹੀ ਆਉਂਦਾ ਵੀ ਜਿਹੜੇ ਘੱਟ ਨੇ ਫਿਰ ਕਿਤੇ ਵੀ ਪੰਜਾਬ 'ਚ ਮਿਨੋਰਟੀ ਦੇ ਨਾਲ ਤੁਸੀਂ ਕਿਵੇਂ ਸਲੂਕ ਕਰਨਾ ਹੈ, ਦੇਸ਼ ਦੇ ਵਿੱਚ ਮਿਨੋਰਟੀ ਦੇ ਨਾਲ ਤੁਸੀਂ ਕਿਵੇਂ ਸਲੂਕ ਕਰਨਾ ਹੈ, ਇਹ ਉੱਥੋਂ ਮਾਈਂਡਸੈਟ 'ਚੋਂ ਨਿਕਲਦੀ ਹੈ। ਜੇ ਉਹਦੇ 'ਚ ਅਥਾਰਟੇਰੀਅਨਿਜ਼ਮ ਆ ਜਾਏਗਾ, ਮੈਂ ਜਿੱਤਿਆ ਹੋਇਆ, ਮੇਰੇ ਕੋਲ ਜ਼ਿਆਦਾ ਨੇ, ਤਾਂ ਇਹ ਸੋਸ਼ਲ ਪੋਲੀਟੀਕਲ ਲੈਵਲ ਦੀ ਪ੍ਰੋਬਲਮ ਕ੍ਰੀਏਟ ਕਰਦਾ ਹੀ ਹੋਏਗਾ ਉਸ ਲੈਵਲ। ਕਿਉਂਕਿ ਡੈਮੋਕ੍ਰੇਸੀ ਦੀ ਜਿਹੜੀ ਪਰਿਭਾਸ਼ਾ ਹੈ ਉਹ 'ਚ 2 ਗੱਲਾਂ ਬੜੀਆਂ ਇੰਪੋਰਟੈਂਟ ਹੈ, ਕਨਸੈਂਟ ਤੇ ਡਿਸੈਂਟ। ਤੇ ਜੇ ਮੈਂ ਕਨਸੈਂਟ ਨਹੀਂ ਕਰਦਾ ਤੇ ਉਹਨੂੰ ਪਨਿਸ਼ ਕੀਤਾ ਜਾਂਦਾ, ਜਦ ਕਿ ਉਹਨੂੰ ਡਿਸੈਂਟ ਜੇ ਤੁਸੀਂ ਪਰਜ ਕਰਤਾ, ਕੱਢਤਾ ਬਾਹਰ, ਤੇ ਉਹ ਡੈਮੋਕ੍ਰੇਸੀ ਨਹੀਂ ਰਹਿੰਦੀ, ਉਹ ਅਥਾਰਟੇਰੀਅਨਿਜ਼ਮ ਵੱਲ ਮੂਵ ਕਰਨ ਲੱਗ ਜਾਂਦੀ ਹੈ। ਹੁਣ ਤੁਸੀਂ ਕਿੰਨੇ ਲੈਵਲ ਤੇ ਡਿਸੈਂਟ ਨੂੰ ਤੁਸੀਂ ਸਾਇਲੈਂਸ ਕਰਨ ਲੱਗ ਗਏ ਜਾਂ ਡਿਸੈਂਟ ਨੂੰ ਕੋਆਪਟ ਕਰ ਲਿਆ। ਹੁਣ ਮੈਂ ਮੀਡੀਆ ਦੇਖਦਾ ਤੁਹਾਡਾ ਸਾਰੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਢੰਗ ਨਾਲ ਮੀਡੀਆ ਨੂੰ ਕੋਆਪਟ ਕਰ ਲਿਆ। ਇਹਦਾ ਮਤਲਬ ਵੀ ਡਿਸੈਂਟ ਉਹਨਾਂ ਕੋਆਪਟ ਹੋ ਗਿਆ ਤੇ ਇਹ 'ਚ ਮੀਡੀਆ ਦੀ ਰਿਸਪੌਂਸਿਬਿਲਟੀ ਆ ਗਈ, ਇਹਦੇ 'ਚ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀ ਜਿਹੜੀਆਂ ਕਰ ਰਹੀਆਂ ਉਹਨਾਂ ਦੀ ਵੀ ਆ ਗਈ। ਤੇ ਇੱਦਾਂ ਜੇ ਇੰਸਟੀਟਿਊਸ਼ਨ ਜੇ ਅਸੀਂ ਕਈ ਜਿਹੜੀਆਂ ਹੈ ਉਹ ਡਿਫੰਕਟ ਕਰਤੀਆਂ, ਨਾਨ ਫੰਕਸ਼ਨਲ ਕਰਤੀਆਂ, ਕਿ ਇੰਸਟੀਟਿਊਸ਼ਨ ਜਿਹੜੀ ਹੈਗੀ ਹੈ ਸਰਪੰਚ ਦੀ ਇੰਸਟੀਟਿਊਸ਼ਨ, ਪੰਚਾਇਤ ਦੀ, ਸਰਪੰਚ ਤਾਂ ਪਾਵਰਫੁਲ ਹੋ ਸਕਦਾ, ਪੰਚਾਇਤ ਦੀ ਇੰਸਟੀਟਿਊਸ਼ਨ, ਇੱਦਾਂ ਹੀ ਜਿਹੜੀ ਤੁਹਾਡੀ ਇੰਸਟੀਟਿਊਸ਼ਨ ਜਿਹੜੀ ਹੈਗੀਆਂ ਸਟੇਟ ਲੈਵਲ ਦੀਆਂ ਮਿਊਨਿਸਪਲ ਕਾਰਪੋਰੇਸ਼ਨ, ਉਹ ਸਾਰੀਆਂ ਨੂੰ ਅਸੀਂ ਡਿਫੰਕਟ ਕਰਤਾ। ਉਹ ਸਾਰਿਆਂ ਨੂੰ ਇੱਕ ਵੀ ਜੇ ਸਿਰਫ ਚੀਫ ਮਿਨਿਸਟਰ ਚਾਹੇ ਤੇ ਉਹ ਸਾਰੇ ਕੰਮ ਹੋ ਸਕਦੇ ਨੇ। ਤੇ ਅਸੀਂ ਪਾਵਰ ਜਿਹੜੀ ਸੀ ਪ੍ਰਾਈਮ ਮਿਨਿਸਟਰ 'ਚ, ਚੀਫ ਮਿਨਿਸਟਰ 'ਚ, ਸਰਪੰਚ 'ਚ, ਜ਼ਿਲ੍ਹਾ ਪ੍ਰਧਾਨ 'ਚ, ਉਹਨਾਂ 'ਚ ਕੰਸਨਟ੍ਰੇਟ ਹੋ ਗਈ। ਉਹ ਕੰਸਨਟ੍ਰੇਸ਼ਨ ਦੇ ਨਾਲ ਡਿਸੈਂਟ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਪਿੱਛੇ ਚਲਾ ਗਿਆ, ਉਹਦੇ ਨਾਲ ਅਥਾਰਟੇਰੀਅਨ ਟੈਂਡੈਂਸੀਜ਼ ਵਧੀਆਂ। ਸੋ ਇੱਕ ਇੰਸਟੀਟਿਊਸ਼ਨਲ ਕੋਲੈਪਸ, ਇੱਕ ਡਿਸੈਂਟ ਦੀ ਸਪੇਸ ਘਟ ਗਈ। ਔਰ ਕਿਉਂ ਘਟੀ? ਕਿਉਂਕਿ ਜਿਹੜਾ ਸੀਗਾ ਵੀ ਪਾਵਰ 'ਚ ਆਉਣਾ ਕਿਸੇ ਵੀ ਕਾਸਟ ਤੇ ਪਾਵਰ 'ਚ ਆ ਕੇ ਫਿਰ ਕੰਟਰੋਲ ਕਰਨਾ ਔਰ ਉਹਨਾਂ ਇੰਸਟੀਟਿਊਸ਼ਨ ਨੂੰ ਖਤਮ ਕਰਨਾ ਜਿਹੜੇ ਤੁਹਾਨੂੰ ਪਾਵਰ 'ਚ ਲੈ ਕੇ ਆਏ ਸੀ। ਅਸੀਂ ਇਹਨੂੰ ਥ੍ਰੈਟ ਐਂਡ ਨੀਡ ਪੈਰਾਡੌਕਸ ਆਫ ਡੈਮੋਕ੍ਰੇਸੀ ਕਹਿੰਦੇ ਹਾਂ ਕਿ ਤੁਸੀਂ ਉਹਨਾਂ ਇੰਸਟੀਟਿਊਸ਼ਨ ਤੋਂ ਥ੍ਰੈਟਨ ਮਹਿਸੂਸ ਕਰਦੇ ਹੋ ਜਿਹੜੇ ਕਿ ਤੁਹਾਡੀ ਲੋੜ ਸੀ ਪਾਵਰ 'ਚ ਆਉਣ ਲਈ, ਤੇ ਪਾਵਰ ਆਉਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਹੀ ਖਤਮ ਕਰਨ ਲੱਗ ਜਾਂਦੇ ਹੋ ਸੋ ਦੈਟ ਦੂਜਾ ਉਹ ਸੀੜੀਆਂ ਚੜ੍ਹ ਕੇ ਨਾ ਆ ਜਾਏ, ਤੇ ਉਹ ਸੀੜੀਆਂ ਨੂੰ ਹਟਾਉਣ ਲੱਗ ਜਾਂਦੇ ਹੋ। ਇਹ ਪੈਰਾਡੌਕਸ ਹੈ ਡੈਮੋਕ੍ਰੇਸੀ ਦਾ, ਇਹ ਚੱਲਦਾ ਹੈ ਔਰ ਕਦੋਂ ਜ਼ਿਆਦਾ ਬਲੇਟੈਂਟ ਹੋ ਜਾਂਦਾ। ਜਿਵੇਂ ਇੰਸਟੀਟਿਊਸ਼ਨ ਦਾ CBI ਦੀ ਤੁਹਾਨੂੰ ਯਾਦ ਹੋਣਾ, ਈਵਨ ਕਾਂਗਰਸ ਵੇਲੇ ਕਿਹਾ ਗਿਆ ਸੀ ਇਸੇ ਕੇਜਡ ਪੈਰਟ, ਉਹ ਅੱਗੇ ਟ੍ਰੈਂਡ ਚੱਲਿਆ, ਉਹਦੀ ਅਲੱਗ ਫਾਰਮ ਆ ਗਈਆਂ, ਹੁਣ ਤੁਹਾਨੂੰ ਅਲੱਗ ਉਹਦੇ ਕਲਰ ਆ ਗਏ। ਅੱਛਾ, ਸਟੇਟ ਦੇ ਵਿੱਚ ਵਿਜੀਲੈਂਸ ਵਾਲਿਆਂ ਦਾ ਅਲੱਗ ਕਲਰ ਆ ਗਿਆ। ਸੋ ਇਹ ਜਿਹੜੀਆਂ ਇੰਸਟੀਟਿਊਸ਼ਨ ਸਾਰੀਆਂ ਇੰਨੀਆਂ ਪਾਵਰਫੁਲ ਹੋ ਗਈਆਂ, ਨਹੀਂ ਤੇ ਇੰਤਜ਼ਾਰ ਕਰਿਆ ਕਰਦੀ ਸੀ ਇਹ ਕਿ ਕੋਈ ਵੱਡਾ ਕੋਈ ਕਰਪਸ਼ਨ ਕਰੇ ਤੇ CBI ਦਾ ਰੋਲ ਹੋਵੇ ਜਾਂ ਕਿਸੇ ਦਾ ਰੇਪ ਹੋ ਜਾਏ ਤੇ ਹੋ ਜਾਏ। ਹੁਣ ਤਾਂ ਮਤਲਬ ਤੁਸੀਂ ਰੋਜ਼ ਯੂਜ਼ ਹੁੰਦੇ ਹੋ। ਸੋ ਮੈਨੂੰ ਲੱਗਦਾ ਵੀ ਜਿਹੜਾ ਐਕਸੈਸਿਵ ਯੂਜ਼ ਹੈ, ਸਟੇਟ ਦਾ ਜਿਹੜਾ ਰਿਪਰੈਸਿਵ ਆਪਰੇਟਸ ਹੈ,
ਉਹਦਾ ਐਕਸੈਸਿਵ ਯੂਜ਼ ਹੋਣਾ ਇਹ ਇੱਕ ਸਿੰਪਟਮ ਹੈ ਦੈਟ ਵੀ ਆਰ ਮੂਵਿੰਗ ਟੂ ਅਵੇ ਫਰੋਮ ਡੈਮੋਕ੍ਰੇਸੀ। ਕਿਉਂਕਿ ਜਿਹੜਾ ਐਨਫੋਰਸਮੈਂਟ ਓਰੀਐਂਟਿਡ ਗਵਰਨੈਂਸ ਹੈ ਉਹ ਤੁਹਾਨੂੰ ਪਰੇ ਲੈ ਜਾਂਦੀ ਹੈ ਡੈਮੋਕ੍ਰੈਟਿਕ ਗਵਰਨੈਂਸ ਤੋਂ, ਔਰ ਉਸ ਗਵਰਨੈਂਸ ਤੋਂ ਜਿਹਦੇ ਵਿੱਚ ਐਨਫੋਰਸਮੈਂਟ ਨਹੀਂ ਹੁੰਦੀ, ਲੋਕਾਂ ਦੇ ਰਾਈਟ ਬੇਸਡ ਗਵਰਨੈਂਸ ਹੁੰਦੀ ਹੈ। ਅਸੀਂ ਰਾਈਟ ਬੇਸਡ ਗਵਰਨੈਂਸ ਤੋਂ ਬੜੇ ਲੋਕਾਂ ਨੂੰ ਡੈਮੋਕ੍ਰੈਟਿਕ ਗਵਰਨੈਂਸ ਤੋਂ ਪਰੇ ਲੈ ਕੇ ਜਾ ਰਹੇ ਹਾਂ, ਔਰ ਉਸੇ ਹੀ ਟ੍ਰੈਂਡ ਦੇ ਨਾਲ ਕੰਟਰਡਿਕਸ਼ਨ ਹੋਰ ਜਗ੍ਹਾ 'ਤੇ ਆ ਰਹੀ ਹੈ ਕਿ ਫੈਮਲੀਆਂ ਡੈਮੋਕ੍ਰੈਟਿਕ ਹੋ ਰਹੀਆਂ ਔਰ ਸਮਾਜ ਜਿਹੜਾ ਹੈਗਾ ਜਾਂ ਰਾਜਨੀਤੀ ਹੈ ਉਹ ਲੈਸ ਡੈਮੋਕ੍ਰੈਟਿਕ ਹੋ ਰਹੀ ਹੈ। ਇਹ ਇੱਕ ਟ੍ਰੈਂਡ ਤੁਹਾਨੂੰ ਪਹਿਲੇ ਫੈਮਲੀ ਹੁੰਦੀਆਂ ਸੀ ਅਥੋਰਿਟੇਰੀਅਨ ਪੈਟਰੀਆਰਕਲ, ਹੁਣ ਫੈਮਲੀਆਂ 'ਚ ਤਾਂ ਮਾੜੀ ਮੋਟੀ ਡੈਮੋਕ੍ਰੇਸੀ ਆ ਰਹੀ ਹੈ ਪਰ ਇੱਧਰ ਨਹੀਂ ਆ ਰਹੀ। ਇਹ ਵੀ ਇੱਕ ਕੰਟਰਡਿਕਸ਼ਨ ਹੈ, ਔਰ ਮੈਨੂੰ ਸਮਝਦਾ ਕਿ ਵੀ ਇਸ ਵੇਲੇ ਇਹ ਇੱਕ ਬੜਾ ਵੱਡਾ ਚੈਲੰਜ ਹੈ ਸਾਡੀ ਸੁਸਾਇਟੀ 'ਚ ਕਿ ਡਿਸੈਂਟ ਨੂੰ ਅਸੀਂ ਪਰਜ ਨਾ ਕਰੀਏ। ਯੂਨੀਵਰਸਿਟੀਆਂ ਦੇ ਵਿੱਚ ਇੱਕ ਡਾਇਲਾਗ ਹੋਵੇ, ਡਿਬੇਟ ਹੋਵੇ, ਉੱਥੇ ਗੱਲ ਹੋਵੇ ਇਸ਼ੂਜ਼। ਅੱਛਾ, ਕਿਉਂਕਿ ਜੇ ਯੂਨੀਵਰਸਿਟੀਆਂ ਦੀ ਡਿਬੇਟ ਨਹੀਂ ਹੋਏਗਾ, ਡਾਇਲਾਗ ਨਹੀਂ ਹੋਏਗਾ, ਤੇ ਉਹਦੇ ਨਾਲ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਉਹ ਡਿਵੈਲਪ ਨਹੀਂ ਹੋਏਗੀ, ਔਰ ਉਹਦੇ ਨਾਲ ਇੱਕ ਕਿਸਮ ਦੀ ਸਬਮਿਸ਼ਨ ਆ ਜਾਏਗੀ ਕਿਸੇ ਵੀ ਇੱਕ ਥਾਟ ਨੂੰ, ਇੱਕ ਆਈਡੀਆ ਨੂੰ, ਜਿਹੜੀ ਕਿ ਹੁਣ ਆ ਰਹੀ ਹੈ। ਐਟ ਪ੍ਰੈਜੈਂਟ ਜਿਵੇਂ ਗਵਰਨਮੈਂਟ ਬਿਹੇਵ ਕਰ ਰਹੀ ਹੈ, ਲੱਗ ਰਿਹਾ ਪੰਜਾਬ ਦੀ ਗਵਰਨਮੈਂਟ ਇੱਕ ਨੈਰੇਟਿਵ ਸਿਰਜ ਰਹੀ ਹੈ ਵੀ ਪੈਸੇ ਦੀ ਕੋਈ ਪ੍ਰੋਬਲਮ ਨਹੀਂ, ਇਕਨੋਮੀ ਸਭ ਠੀਕ ਠਾਕ ਹੈ, ਪੈਸੇ ਆਉਂਦੇ ਰਹਿੰਦੇ ਨੇ ਜੀ, ਖਜ਼ਾਨਾ ਭਰਦਾ ਰਹਿੰਦਾ ਹੈ, ਤਾਂ ਐਵੇਂ ਹੀ ਲੋਕਾਂ ਨੇ ਵਾਧੂ ਕੀਤਾ ਹੋਇਆ ਸੀ। ਪਰ ਜਦੋਂ ਜਿਹੜੇ ਲੋਕ ਇਕਨੋਮਿਸਟ, ਜਿਹੜੇ ਲੋਕ ਤੱਥਾਂ 'ਤੇ ਗੱਲ ਕਰਦੇ ਨੇ, ਉਹ ਤਾਂ ਦੇਖ ਹੀ ਰਹੇ ਨੇ ਕਿ ਪੰਜਾਬ 'ਚ ਕ੍ਰਾਈਸਿਸ ਤਾਂ ਇਕਨੋਮੀ ਦਾ ਹੈ, ਪੈਸੇ ਦਾ। ਤੇ ਤੁਸੀਂ ਇਹਨੂੰ ਕਿੰਨਾ ਕੁ ਗੰਭੀਰ ਸਮਝਿਆ, ਕਿੰਨਾ ਕੁ ਚਿਰ ਅੱਖਾਂ ਮੀਚ ਕੇ ਇਹਨੂੰ ਅਸੀਂ ਹੋਰ ਰੱਬ ਧੱਕ ਸਕਦੇ ਹਾਂ ਅੱਗੇ ਇਸ ਕ੍ਰਾਈਸਿਸ ਨੂੰ ਕਿ ਸਾਡੇ ਆੜੇ ਨਾ ਆਏ? ਵੈਸੇ ਤਾਂ ਆ ਹੀ ਰਿਹਾ ਰੋਜ਼, ਇੰਪਲਾਇਮੈਂਟ ਦਾ ਕੁਐਸਚਨ ਸਾਡੇ ਸਾਹਮਣੇ ਖੜਾ ਹੈ। ਜੇ ਬੱਚੇ ਜਾ ਵੀ ਰਹੇ ਨੇ, ਜੇ ਉਸ ਪਾਏ ਦੀ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਸ਼ਾਇਦ ਇੱਥੇ ਵੀ ਰਹਿ ਜਾਣ ਕੁਛ ਨਾ ਕੁਛ, ਸਾਰੇ ਮਾਮਲੇ ਦੇ ਵਿੱਚ ਹੈ। ਈਵਨ ਡਰੱਗ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੇ ਨੇ। ਜੇ ਕਿਸਾਨ ਖੁਦਕਸ਼ੀਆਂ ਦਾ ਸਵਾਲ ਹੈ, ਇਹ ਸਾਰੇ ਤਾਂ ਇੱਕ ਲੈਵਲ ਦਾ ਇਕਨੋਮਿਕ ਉਹਦਾ ਤਾਂ ਰੋਲ ਇਹਦੇ 'ਚ ਹੈ ਹੀ ਹੈ ਨਾ, ਬਾਕੀ ਗੱਲਾਂ ਦੇ ਨਾਲ ਨਾਲ। ਦੇਖੋ, ਜਦੋਂ ਤੁਸੀਂ ਡਿਵੈਲਪਮੈਂਟ ਨੂੰ ਆਪਣੇ ਗਵਰਨੈਂਸ ਮਾਡਲ 'ਚ ਕੱਢਦੇ ਹੋ ਤੇ ਫਿਰ ਤਾਂ ਪੈਸੇ ਦੀ ਲੋੜ ਵੀ ਹੈ ਨਹੀਂ ਜ਼ਿਆਦਾ ਦੀ, ਕਿਉਂਕਿ ਪੈਸੇ ਜਿਹੜੇ ਨੇ ਯੂ ਨੀਡ ਰਿਸੋਰਸਿਸ ਟੂ ਰੇਜ਼ ਐਲੋਕੇਸ਼ਨ ਫਾਰ ਹੈਲਥ। ਹੁਣ ਮੈਂ ਪੰਜਾਬ 'ਚ ਹੈਲਥ ਨੂੰ ਕਿਉਂ ਇੰਪੋਰਟੈਂਟ ਸਮਝਦਾ, ਕਿਉਂਕਿ ਪੰਜਾਬ 'ਚ ਸੈਕੰਡਰੀ ਤੇ ਟਰਸ਼ਰੀ ਸੈਕਟਰ ਦੀ ਲੋੜ ਹੈ। ਪ੍ਰਾਇਮਰੀ ਸੈਕਟਰ ਤਾਂ ਪੰਜਾਬ 'ਚ, ਜੇ ਮੈਂ ਲਾਈਟਰ ਵੇਨ 'ਚ ਕਹਿਦਾ ਵੀ ਫੋਨ ਕਰਕੇ ਡੋਲੋ ਜੇ ਲੈਣੀ ਹੈ ਤਾਂ ਕੈਮਿਸਟ ਤੋਂ ਵੀ ਲੈ ਲੈਣੀ ਹੈ, ਉਹਦੇ ਲਈ ਮੈਨੂੰ ਕਿਸੇ ਕਲੀਨਿਕ ਜਾਣ ਦੀ ਲੋੜ ਨਹੀਂ ਹੈ। ਪਰ ਮੈਨੂੰ ਜੇ ਆਪਣੀ ਕੈਂਸਰ ਦਾ ਮੈਂ ਇਲਾਜ ਕਰਾਉਣਾ ਹੈ ਤੇ ਉਹਦੇ ਲਈ ਮੈਨੂੰ ਸੈਕੰਡਰੀ ਕੇਅਰ ਤੇ ਟਰਸ਼ਰੀ ਕੇਅਰ ਚਾਹੀਦੀ ਹੈ ਡਿਵੈਲਪ। ਜਾਂ ਮੈਨੂੰ ਜਦ ਹਾਰਟ ਦੀ ਬਿਮਾਰੀਆਂ ਪੰਜਾਬ 'ਚ ਹੈ ਤੇ ਮੈਨੂੰ ਆਪਣੇ ਕਾਰਡੀਓਲੋਜੀ ਯੂਨਿਟ ਜਿਹੜੇ ਨੇ ਸੈਕੰਡਰੀ ਤੇ ਟਰਸ਼ਰੀ 'ਚ ਡਿਵੈਲਪ ਹੋਣੇ ਹੈ। ਪੰਜਾਬ ਦੀ ਲੋੜ ਸੀਗੀ ਸੈਕੰਡਰੀ ਤੇ ਟਰਸ਼ਰੀ ਸੈਕਟਰ, ਪੰਜਾਬ ਦੀ ਲੋੜ ਪ੍ਰਾਇਮਰੀ ਸੈਕਟਰ ਦੀ ਨਹੀਂ ਸੀ। ਉਹ ਵੈਲ ਇੰਟਰੈਂਸ ਸੀ, ਪੰਜਾਬੀ ਵੈਰੀ ਵੈਲ, ਮਤਲਬ ਬੜੇ ਤਰੀਕੇ ਨਾਲ ਵੈਲ ਇੰਟਰੈਂਸ ਹੈਗਾ ਥੱਲੇ ਉਹਦੇ 'ਤੇ। ਸੋ ਇੱਕ ਤਾਂ ਉਹਦੇ ਲਈ ਐਲੋਕੇਸ਼ਨ ਚਾਹੀਦੀਆਂ ਹੁੰਦੀਆਂ, ਫਿਰ ਐਲੋਕੇਸ਼ਨ ਲਈ ਜੇ ਤੁਸੀਂ ਨਹੀਂ ਕਰੋਗੇ ਤਾਂ ਕੋਈ ਲੋੜ ਵੀ ਹੈ ਨਹੀਂ, ਬੰਦਾ ਪ੍ਰਾਈਵੇਟ 'ਚ ਕਰਾਈ ਜਾਊਗਾ ਤੇ ਉੱਥੇ ਫਿਰ ਇੰਸ਼ੋਰੈਂਸ ਕਰਕੇ ਆਪਣਾ ਲੱਗਾ ਰਹੂਗਾ, ਜਾਂ ਜੋ ਮਰਜ਼ੀ ਉਹਦੇ ਨਾਲ ਹੋਏਗਾ, ਉਹ ਲੋਕਾਂ ਨੇ ਦੇਖਣਾ, ਆਪਣੇ ਘਰ ਦੇ ਰਿਸੋਰਸਿਸ ਮੈਨੇਜ ਕਰ ਰਹੇ ਨੇ। ਇੱਦਾਂ ਹੀ ਜਿਹੜੀ ਪੰਜਾਬ ਦੀ ਜਿਹੜੀ ਸੀਗੀ, ਜਿੱਦਾਂ ਆਪਾਂ ਗੱਲ ਕੀਤੀ ਹੈ ਡਾਇਵਰਸੀਫਿਕੇਸ਼ਨ ਦੀ, ਪੰਜਾਬ ਨੀਡ ਮੇਜਰ ਰਿਸੋਰਸਿਸ ਟੂ ਡਾਇਵਰਸੀਫਾਈ ਬਿਕੋਜ਼ ਦ ਪੈਰਾਡਾਈਮ ਸ਼ਿਫਟ ਕੈਨਟ ਹੈਪਨ without proper training, without education, without technology input, without artificial intelligence, without ਮਤਲਬ ਇੱਕ ਪੂਰਾ ਮਾਡਲ ਉਹਦਾ ਜਿਹੜਾ ਹੈਗਾ ਉਹ ਤੁਹਾਨੂੰ ਬਣਾ ਕੇ ਕਲਾਈਮੇਟ ਚੇਂਜ ਸਾਰਾ ਲੈ ਕੇ ਆਉਣਾ ਪੈਣਾ, ਉਹਦੇ ਨਾਲ ਹੁਣ ਚੇਂਜ ਆਊਗੀ। ਜੇ ਉਹਦੇ ਲਈ ਤੁਸੀਂ ਰਿਸੋਰਸਿਸ ਨਹੀਂ ਐਲੋਕੇਟ ਕਰਨੇ ਤੇ ਫਿਰ ਪੈਸੇ ਦੀ ਕੋਈ ਲੋੜ ਵੀ ਨਹੀਂ। ਉਹ ਜੀ ਟ੍ਰੇਨਡ ਮੈਨ ਪਾਵਰ ਵੀ ਚਾਹੀਦੀ ਹੈ ਨਾ, ਸਾਰਾ ਕੁਝ ਚਾਹੀਦਾ, ਟ੍ਰੇਨਿੰਗ ਦੇਣੀ ਪੈਣੀ ਉਸ ਮੈਨ ਪਾਵਰ ਨੂੰ ਸਾਰਾ। ਤੇ ਜਿੱਥੇ ਸਾਡੇ ਕਾਲਜ ਤਾਂ ਬਿਲਕੁਲ ਖਾਲੀ ਹੋ ਰਹੇ ਨੇ, ਡਿਕਲਾਈਨ 'ਚ ਨੇ ਗਵਰਨਮੈਂਟ ਦੇ ਵਿੱਚ, ਇਸੇ ਯੂਨੀਵਰਸਿਟੀਆਂ ਜਿਹੜੀਆਂ ਨੇ ਜਿਹੋ ਜਿਹਾ ਹਾਲ ਹੈ ਸਾਡੇ ਸਾਹਮਣੇ। ਤੇ ਇਸੇ ਕਰਕੇ ਮੈਨੂੰ ਇਹ ਲੱਗਦਾ ਕਿਸੇ ਲੈਵਲ ਤੇ ਰਿਸੋਰਸਿਸ ਦੀ ਲੋੜ ਹੁੰਦੀ ਹੈ ਪੈਰਾਡਾਈਮ ਸ਼ਿਫਟ ਲਈ। ਜੇ ਆਪਾਂ ਪੈਰਾਡਾਈਮ ਸ਼ਿਫਟ ਨਹੀਂ ਕਰਨਾ ਫਿਰ ਰਿਸੋਰਸਿਸ ਦੀ ਕੋਈ ਕਮੀ ਨਹੀਂ ਹੈ। ਤੇ ਸ਼ਾਇਦ ਸਰਕਾਰ ਠੀਕ ਕਹਿੰਦੀ ਹੈ ਵੀ ਰਿਸੋਰਸਿਸ ਦੀ ਕਮੀ ਨਹੀਂ ਹੈ। ਹੁਣ ਅਦਰਵਾਈਜ਼ ਰਿਸੋਰਸਿਸ ਤਾਂ ਲੋੜ ਹੀ ਹੋਏਗੀ, ਜਿੰਨੀ ਡਿਵੈਲਪਮੈਂਟ ਕਰੋਗੇ ਉਨੀ ਰਿਸੋਰਸ ਦੀ ਲੋੜ ਹੈ। ਤੇ ਇਹ ਤਾਂ ਤੁਸੀਂ ਦੇਖਣਾ ਵੀ ਤੁਹਾਡੀ ਸੋਚ ਕਿੱਥੇ ਦੂਰ ਤੱਕ ਲੈ ਜਾਂਦੀ ਹੈ। ਉਹ ਇਹਨੂੰ ਇਸ ਰੂਪ 'ਚ ਦਿਖਾਉਂਦੇ ਨੇ ਨਾ, ਫਰੀ ਵੀ ਜਿਹਨੂੰ ਕੰਪਿਊਟਰ, ਜਿਵੇਂ ਦਿੱਲੀ ਦੇ ਵਿੱਚ ਆ ਚਾਹੇ ਇੱਥੇ ਵੀ ਦੇਖੋ, ਅਸੀਂ ਇੰਨੇ 80% ਘਰਾਂ ਦੇ ਜਾਂ 88% ਘਰਾਂ ਦੇ ਮੁਫਤ ਬਿਜਲੀ ਆ ਰਹੀ ਹੈ ਨਾ, ਪੈਸੇ ਅਸੀਂ ਦੇ ਰਹੇ ਹਾਂ, ਸਾਡੇ ਕੋਲ ਪੈਸੇ ਹੈਗੇ, ਆ ਫਲਾਣੇ ਕੰਮ ਦੇ ਵਿੱਚ ਅਸੀਂ ਆਹ ਕਰ ਰਹੇ ਹਾਂ ਨਾ ਮੁਫਤ। ਇਹਦੇ ਨਾਲ ਲੋਕਾਂ ਨੂੰ ਫਿਰ ਲੱਗਦਾ ਵੀ ਅੱਛਾ ਸਾਰਾ ਕੁਝ ਸ਼ਾਇਦ ਮੁਫਤ ਦਿੱਤਾ ਹੀ ਜਾ ਸਕਦਾ। ਮੈਂ ਆਮ ਆਦਮੀ ਪਾਰਟੀ ਨੂੰ ਕੰਪਲੀਮੈਂਟ ਕਰਦਾ ਕਿ ਉਹਨਾਂ ਨੇ ਆਪਣਾ ਮਾਡਲ ਸਾਰੀਆਂ ਪਾਰਟੀਆਂ ਨੂੰ ਵੇਚਦਾ। ਹੁਣ ਕੋਈ ਪਾਰਟੀ ਇਹੋ ਜਿਹੀ ਨਹੀਂ ਜੋ ਇਸ ਮਾਡਲ ਦੀ ਗੱਲ ਨਹੀਂ ਕਰਦੀ। ਇਹਦਾ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ, ਕਰਨਾਟਕਾ 'ਚ ਕਾਂਗਰਸ ਨੇ ਵੀ ਕੀਤਾ, ਸਾਰਿਆਂ ਨੇ ਕੀਤਾ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਦੱਸਤਾ ਵੀ ਇਲੈਕਸ਼ਨ ਜਿਹੜਾ ਹੈਗਾ ਇਹ ਹਵਾ ਬਣਾ ਕੇ ਜਿੱਤਿਆ ਜਾ ਸਕਦਾ,
ਔਰ ਇਲੈਕਸ਼ਨ ਦੇ ਨਾਲ ਤੁਸੀਂ ਲੋਕਾਂ ਦੀਆਂ ਜਿਹੜੀਆਂ ਇਹ ਲੋੜਾਂ ਨੇ ਫ੍ਰੀ ਬੀਜ ਨਾਲ ਪੂਰੀਆਂ ਕਰ ਦਿਓ ਤੇ ਤੁਹਾਨੂੰ ਕੋਈ ਬਹੁਤਾ ਹੋਰ ਕੁਝ ਸੋਚਣ ਦੀ ਲੋੜ ਨਹੀਂ। ਮੈਂ ਸਮਝਦਾ ਵੀ ਬੜੀ ਇੱਕ ਨਵੀਂ ਚੀਜ਼ ਰਾਜਨੀਤੀ 'ਚ ਲੈ ਕੇ ਆਉਂਦੀ ਹੈ ਔਰ ਸਾਰੀਆਂ ਪਾਰਟੀਆਂ ਹੁਣ ਇਹੀ ਕਰ ਰਹੀਆਂ ਨੇ। ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਵੀ ਜਿਹੜਾ ਕ੍ਰਾਈਸਿਸ ਹੈ ਮਾਰਕੀਟ ਦੇ ਨਾਲ ਇਕਨੋਮੀ ਨੂੰ ਲਿੰਕ ਕਰਨ ਦਾ, ਉਸ ਕ੍ਰਾਈਸਿਸ ਦਾ ਆਨਸਰ ਇਹ ਫ੍ਰੀ ਬੀਜ ਲੱਭਿਆ ਜਾ ਰਿਹਾ, ਨਾ ਕਿ ਰਾਈਟ ਬੇਸਡ ਡਿਵੈਲਪਮੈਂਟ ਦੇ ਵਿੱਚ ਐਕਸੈਸ ਟੂ ਡਿਵੈਲਪਮੈਂਟ ਪ੍ਰੋਸੈਸਿਸ, ਟੂ ਜੌਬਸ, ਟੂ ਟੈਕਨੋਲੋਜੀ ਚੇਂਜ ਔਰ ਉਹਦੇ ਬਾਰੇ ਨੌਲੇਜ ਕੈਪੈਸਿਟੀ ਬਿਲਡਿੰਗ, ਉਹਦੇ 'ਚ ਨਹੀਂ ਲੱਭਿਆ ਜਾ ਰਿਹਾ। ਤੇ ਗੱਲ ਤਾਂ ਸਿਰਫ ਮਾਡਲ ਦੀ ਹੈ। ਹੁਣ ਮਾਡਲ ਜੇ ਇਹੀ ਹੈ ਤਾਂ ਠੀਕ ਹੈ, ਤਾਂ ਲੋਕਾਂ ਨੇ ਦੇਖਣਾ ਵੀ ਇਹ ਮਾਡਲ ਉਹਨਾਂ ਨੂੰ ਠੀਕ ਲੱਗਦਾ ਕਿ ਨਹੀਂ ਲੱਗਦਾ। ਜੇ ਤੁਸੀਂ ਮੈਂ ਇਹ ਗੱਲਾਂ ਕਰਾਂਗੇ ਲੋਕਾਂ ਨੂੰ ਸ਼ਾਇਦ ਲੱਗੇ ਨਹੀਂ ਯਾਰ ਜੋ ਮਾੜਾ ਮੋਟਾ ਮਿਲ ਰਿਹਾ ਤਾਂ ਉਹ ਵੀ ਬੰਦ ਕਰਾਉਣਗੇ। ਨਾਰਮਲੀ ਪੰਜਾਬ ਦੇ ਵਿੱਚ ਕਾਫੀ ਹਿਸਟੋਰੀਕਲੀ ਇੰਨੇ ਸਾਲਾਂ ਤੋਂ ਨਾ 2 ਪਾਰਟੀ ਸਿਸਟਮ ਟਾਈਪ ਜਾਂ ਇੱਕ ਲੈਵਲ ਦਾ ਬਣ ਗਿਆ ਸੀਗਾ, ਕਾਂਗਰਸ ਤੇ ਅਕਾਲੀ। ਅਕਾਲੀਆਂ ਨਾਲ ਚਾਹੇ ਬੀਜੇਪੀ ਦਾ ਅਲਾਇੰਸ ਹੋ ਜਾਏ, ਬੀਐਸਪੀ, ਉਹ ਇੱਕ ਅਲੱਗ ਕੁਐਸਚਨ ਹੈ ਛੋਟੇ ਪਾਰਟੀਆਂ ਦਾ ਸੀ। ਪਿਛਲੀਆਂ 2 ਅਸੈਂਬਲੀ ਇਲੈਕਸ਼ਨ 'ਚ ਅਕਾਲੀ ਦਲ ਬਿਲਕੁਲ ਹਾਸੀਅਤ ਹੈ, ਮਤਲਬ ਆਪੋਜੀਸ਼ਨ ਪਾਰਟੀ ਦਾ ਰੋਲ ਵੀ ਉਹਦੇ ਕੋਲ ਨਹੀਂ ਆ ਰਿਹਾ ਤੇ ਉਦੋਂ ਵੀ ਲਗਾਤਾਰ ਜਾ ਰਿਹਾ। ਅੱਛਾ, ਇੱਕ ਜਿਹੜਾ ਚੱਲਦਾ ਡਿਸਕੋਰਸ ਹੈ ਸਟੇਟ ਦੇ ਵਿੱਚ, ਉਹ ਇਹ ਕਹਿ ਰਹੇ ਨੇ ਕਿ ਸਾਡੀ ਸਟੇਟ ਨੂੰ ਅਕਾਲੀ ਦਲ ਵਰਗੀ ਇੱਕ ਰੀਜਨਲ ਪਾਰਟੀ ਦੀ ਲੋੜ ਹੈਗੀ ਹੈ। ਨਾਰਮਲੀ ਇੰਟੈਲੈਕਚੁਅਲ ਕਹਿੰਦੇ ਜਿਨ੍ਹਾਂ ਨਾਲ ਗੱਲ ਹੁੰਦੀ ਹੈ ਤਾਂ ਫਿਰ ਉਹਦਾ ਰਿਵਾਈਵਲ ਕਿਉਂ ਨਹੀਂ ਹੁੰਦਾ ਜੇਕਰ ਉਹ ਤੇ ਕਾਂਗਰਸ ਮੇਨ ਪਾਰਟੀ ਦੇ ਤੌਰ ਤੇ ਕੀ ਫਿਊਚਰ ਦੇ ਵਿੱਚ ਇਹੋ ਜਿਹਾ ਕੋਈ ਸੰਭਾਵਨਾ ਉਹਨੇ ਬਦਲੀ ਹੋਈ ਹਾਲਾਤ ਦੇ ਵਿੱਚ ਕਿ ਜ਼ਰੂਰੀ ਨਹੀਂ ਹੁੰਦਾ ਜਿਹੜਾ ਪਿਛਲੇ 70 ਸਾਲ 80 ਸਾਲ ਚੱਲਦਾ ਆ ਰਿਹਾ ਉਹ ਫਿਊਚਰ 'ਚ ਵੀ ਉਵੇਂ ਹੀ ਨੀਡ ਹੋਵੇ ਉਹਦੀ, ਜਾਂ ਜਿਵੇਂ ਇੱਕ ਹਾਈਪੋਥੈਟੀਕਲ ਸਵਾਲ ਹੈ ਜਿਵੇਂ ਵੀ ਕਾਂਗਰਸ ਤੇ ਆਪ ਵੀ ਦੋਨੋਂ 2 ਪਾਰਟੀ ਸਿਸਟਮ 'ਚ ਚੱਲ ਸਕਦਾ, ਜਾਂ ਨਾ ਹੁਣ ਇੱਕ ਬੀਜੇਪੀ ਆਪਣੀ ਚੌਥੀ ਪਾਰਟੀ ਉਸੇ ਫੋਰਸ ਨਾਲ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ, ਜਿਵੇਂ ਜਲੰਧਰ 'ਚ 4 ਕੋਨਾ ਮੁਕਾਬਲਾ ਹੋ ਗਿਆ ਕਿਸੇ ਨਾ ਕਿਸੇ ਲੈਵਲ ਦੇ ਵਿੱਚ। ਓਵਰਆਲ ਸਟੇਟ ਪੋਲੀਟਿਕਸ ਦਾ ਦ੍ਰਿਸ਼ ਤੁਸੀਂ ਕਿਵੇਂ ਦੇਖਦੇ ਹੋ ਫਿਊਚਰ ਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਜਿਹੜੀ ਗੱਲ ਪਹਿਲੇ ਕੀਤੀ ਹੈ ਕਿ ਪਾਰਟੀਆਂ ਦੇ ਵਿੱਚ ਕੋਈ ਆਈਡੀਓਲੋਜੀ ਰਹੀ ਨਹੀਂ ਤੇ ਕੋਈ ਬਾਉਂਡਰੀ ਨਹੀਂ ਰਹੀ। ਸੋ ਆਈਡੀਓਲੋਜੀ ਦੀ ਐਬਸੈਂਸ 'ਚ ਤੇ ਤੁਸੀਂ ਇਹ ਮੰਨਣਾ ਵੀ 2 ਪਾਰਟੀ, ਹੁਣ ਤਾਂ ਮੈਨੂੰ ਪਤਾ ਹੀ ਨਹੀਂ ਕਿੰਨੀ ਪਾਰਟੀ ਸਿਸਟਮ ਹੈ, ਕਿਉਂਕਿ ਪਾਰਟੀਆਂ ਨਹੀਂ ਹੈਗੀਆਂ, ਸਾਰੀਆਂ ਇੱਕ ਗਰੁੱਪ ਹੈ ਪੋਲੀਟੀਸ਼ੀਅਨ ਦਾ, ਕੋਈ ਇੱਧਰ ਚਲੇ ਜਾਂਦੇ ਕੋਈ ਉੱਧਰ ਨੂੰ ਚਲੇ ਜਾਂਦੇ ਨੇ। ਤਾਂ ਹੁਣ ਤਾਂ ਪਾਰਟੀ ਸਿਸਟਮ ਹੀ ਹੈ ਨਹੀਂ, ਮਤਲਬ ਪਾਰਟੀ ਕੋਈ ਹੈ ਤੇ ਧੜੇ ਅਲੱਗ-ਅਲੱਗ ਨੇ। ਇਹ ਗੱਲ, ਔਰ ਇਹਦੇ ਨਾਲ ਜਿਹੜੀ ਤੁਸੀਂ ਅਕਾਲੀ ਦਲ ਦੀ ਜਿਹੜੀ ਸੀਰੀਅਸ ਨੋਟ ਤੇ ਗੱਲ ਕੀਤੀ ਉਹ ਬੜੀ ਸੀਰੀਅਸ ਗੱਲ ਹੈ। ਮੈਂ ਇਹਨੂੰ ਕਿਸਾਨ ਐਜੀਟੇਸ਼ਨ ਨਾਲ ਲਿੰਕ ਕਰਦਾ ਕਿ ਜਿਹੜੀ ਇੱਕ ਪੈਜੈਂਟਰੀ ਉਹਦੀ ਹੈਜਮਨੀ ਸੀ, ਕੰਟਰੋਲ ਸੀ, ਦਬਦਬਾ ਸੀ, ਰਾਜਨੀਤੀ 'ਚ ਵੀ, ਸਮਾਜ 'ਚ ਵੀ, ਇਕੋਨਮੀ 'ਚ ਵੀ। ਉਸ ਦਾ ਦਬਦਬਾ ਘੱਟ ਹੋਇਆ ਇਕੋਨਮੀ 'ਚ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਮਾਰਕੀਟ ਦੇ ਨਾਲ, ਮੰਡੀਕਰਨ ਦੇ ਨਾਲ ਉਹ ਹੁਣ ਬਾਹਰ ਮਾਰਕੀਟ 'ਚ ਚਲੇ ਗਏ। ਹੁਣ ਉਹਦੀ ਮਰਜ਼ੀ ਹੈ ਖਰੀਦਣ ਜਾਂ ਨਾ ਖਰੀਦਣ, ਉਹਨਾਂ ਦਾ ਦਬਦਬਾ ਉੱਥੇ ਘਟਿਆ। ਉਹਦੇ ਨਾਲ ਤੁਸੀਂ ਦੇਖੋ ਰਾਜਨੀਤੀ 'ਚ ਵੀ ਦਬਦਬਾ ਘਟਿਆ। ਹੁਣ ਗੱਲ ਹੁੰਦੀ ਹੈ ਕਿ ਖਾਲੀ ਇੱਕ ਪਰਟੀਕੂਲਰ ਪੈਜੈਂਟ ਗਰੁੱਪ ਦਾ ਬੰਦਾ ਨਾ ਆਵੇ, ਹੁਣ ਤਾਂ ਦਲਿਤ ਵੀ ਆ ਸਕਦਾ ਤੇ ਦੂਜੀ ਜਿਹੜੇ ਲੋਕ ਨੇ ਇੱਥੇ ਵਿਚਰਨ ਵਾਲੇ, ਚਾਹੇ ਉਹ ਹਿੰਦੂ ਨੇ, ਟ੍ਰੇਡਰ ਨੇ, ਉਹ ਵੀ CM ਬਣ ਸਕਦੇ ਨੇ, ਜਦ ਕਿ ਇਹ ਗੱਲ ਤੁਸੀਂ 10 ਸਾਲ ਪਹਿਲੇ ਸੋਚ ਵੀ ਨਹੀਂ ਸਕਦੇ ਸੀ। ਸੋ ਉਹ ਦਬਦਬਾ ਰਾਜਨੀਤੀ 'ਚ ਵੀ ਘਟਿਆ, ਸਮਾਜ ਦੇ ਵਿੱਚ ਵੀ ਉਹ ਦਬਦਬਾ ਘਟਿਆ। ਜਿਹੜਾ ਇੱਕ ਇਹ ਸਾਰਾ ਗਰੁੱਪ ਇੱਕ ਮੋਨੋਲਿਥਿਕ ਹੁੰਦਾ ਸੀ, ਮੈਜੋਰਟੀ ਇੱਕ ਗਰੁੱਪ 22-23% ਦੇ ਵਿੱਚ ਟੁੱਟੇ ਹੋਏ ਨਹੀਂ ਸੀ, ਹੁਣ ਇਹ ਸਾਰੇ ਅਲੱਗ-ਅਲੱਗ ਪਾਰਟੀਆਂ 'ਚ ਵਿਖਰੇ ਹੋਏ, ਪੈਜੈਂਟਰੀ ਅਲੱਗ-ਅਲੱਗ ਪਾਰਟੀਆਂ 'ਚ ਵਿਖਰੀ ਹੋਈ ਹੈ। ਸੋ ਅਕਾਲੀ ਦਲ ਲਈ ਬੜਾ ਵੱਡਾ ਚੈਲੰਜ ਬਣਿਆ ਕਿ ਤੁਸੀਂ ਜਦੋਂ ਇਹ ਸਾਰਾ ਕੁਝ ਹੋ ਗਿਆ, ਹੈਜਮਨੀ ਖਤਮ ਹੋ ਗਈ, ਤੇ ਹੁਣ ਤੁਸੀਂ ਨਵੀਂ ਸੋਚ ਦੇ ਨਾਲ ਨਵੀਆਂ ਅਲਾਇੰਸਿਸ, ਨਵੀਂ ਰਾਜਨੀਤੀ ਅੱਗੇ ਲੈ ਕੇ ਆਉਣੀ ਪੈਣੀ ਹੈ। ਉਹ ਰੀਜਨਲ ਦਾ ਕਰੈਕਟਰ ਤਾਂ ਉਹਦਾ ਹੋ ਸਕਦਾ, ਪਰ ਉਹ ਰੀਜਨਲ ਕਰੈਕਟਰ ਦੇ ਵਿੱਚ ਹੁਣ ਕਿਸਾਨ ਬੇਸ, ਪ੍ਰੈਜ਼ੈਂਟਰੀ ਬੇਸ ਰਾਜਨੀਤੀ ਨਹੀਂ ਹੋ ਸਕਦੀ। ਉਹ ਇੱਕ ਧੁਰਾ ਹੋ ਸਕਦੀ ਹੈ, ਹੁਣ ਉਹ ਸੈਂਟਰੈਲਿਟੀ ਨਹੀਂ ਹੋ ਸਕਦੀ, ਸੈਂਟਰ ਨਹੀਂ ਹੋ ਸਕਦਾ। ਉਹਦੇ ਨਾਲ ਹੁਣ ਤੁਹਾਨੂੰ ਅਲੱਗ-ਅਲੱਗ ਫੋਰਸਿਸ ਜਿਹੜੀਆਂ ਕਿ ਇੱਕ ਫਿਊਚਰ ਵੱਲ ਦੇਖਣਗੀਆਂ ਵੀ ਅਸੀਂ ਕਿਸ ਤਰ੍ਹਾਂ ਨਵੀਂ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਿਸ ਤਰ੍ਹਾਂ ਇਕੋਨਮੀ ਕੰਟਰੋਲ ਕਰਨੀ ਹੈ, ਕਿਸ ਤਰ੍ਹਾਂ ਅਸੀਂ ਰਾਜਨੀਤੀ 'ਚ ਆਪਣਾ ਇੱਕ ਗਰੁੱਪ ਬਣਾ ਕੇ ਅੱਗੇ ਆਉਣਾ। ਮੈਂ ਸਮਝਦਾ ਬਹੁਤ ਵੱਡਾ ਚੈਲੰਜ ਇਸ ਵੇਲੇ ਸਾਰੀ ਪਾਰਟੀਆਂ ਅੱਗੇ ਇਹ ਹੈ ਕਿ ਵੀ ਹੁਣ ਇਸ ਵੇਲੇ ਤੁਹਾਨੂੰ ਇਹ ਕਿਹਾ ਜਾ ਸਕਦਾ ਵੀ ਇੱਕ ਸਿੱਖੀ ਵਾਲਾ ਡਿਸਕੋਰਸ ਕਿ ਵੀ ਇਹ ਪਾਰਟੀ ਸਿੱਖ ਓਰੀਐਂਟਡ ਸੀ ਤੇ ਇਹਨਾਂ ਨੂੰ ਉਸ ਡਿਸਕੋਰਸ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਇੱਛਾ ਹੋ ਸਕਦੀ ਹੈ, ਪੋਲੀਟੀਕਲ ਡਿਸਕੋਰਸ ਹੋ ਸਕਦਾ ਹੈ, ਪਰ ਇਲੈਕਸ਼ਨ ਪੋਲੀਟਿਕਸ 'ਚ ਉਹ ਡਿਸਕੋਰਸ ਦੀ ਰੈਲੇਵੈਂਸ 21% ਤੱਕ ਹੀ ਹੈ। ਤੇ ਉਹਨਾਂ 'ਚ ਕਿੰਨਾ ਲੈ ਲਓਗੇ ਸ਼ੇਅਰ ਉਹ ਦੇਖ ਲੈਣ, ਉਹ ਇਹਨਾਂ ਦੀ ਇੱਛਾ ਹੈ। ਹੁਣ ਇਸ ਵੇਲੇ ਡਾਇਵਰਸੀਫਾਈ ਕਰਨ ਦੀ ਲੋੜ ਹੈ ਰਾਜਨੀਤੀ ਨੂੰ,
ਉਹਨੂੰ ਨਵੀਂ ਸੰਦਰਭ ਦੇ ਵਿੱਚ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਇੱਕ ਨਵੀਂ ਵਿਜ਼ਨ ਲੈ ਕੇ, ਮੈਂ ਸਮਝਦਾ ਬੜਾ ਵੱਡਾ ਚੈਲੰਜ ਹੈ ਇਸ ਵੇਲੇ ਅਕਾਲੀ ਦਲ ਅੱਗੇ ਕਿ ਉਸ ਵਿਜ਼ਨ ਨੂੰ ਅਨਕਵਰ ਕਰਨ, ਜਿਹੜੀ ਵਿਜ਼ਨ ਪੰਜਾਬੀ ਸੁਸਾਇਟੀ ਦੇ ਚੈਲੰਜਿਸ ਨੂੰ ਰਿਫਲੈਕਟ ਕਰੇ, ਕਿਉਂਕਿ ਬਾਕੀ ਪਾਰਟੀਆਂ ਦਾ ਨੈਸ਼ਨਲ ਹੈ ਕਰੈਕਟਰ 'ਚ ਤੇ ਉਹਨਾਂ ਨੂੰ ਆਪਣਾ ਨੈਸ਼ਨਲ ਏਜੰਡਾ ਰੀਜਨਲਾਈਜ਼ ਕਰਨਾ ਹੈ। ਅਕਾਲੀ ਦਲ ਨੇ ਰੀਜਨਲ ਏਜੰਡੇ ਨੂੰ ਨੈਸ਼ਨਲਾਈਜ਼ ਕਰਨਾ, ਚੈਲੰਜ ਦੂਜੇ ਤਰ੍ਹਾਂ ਦਾ, ਤੇ ਪਹਿਲੇ ਰੀਜਨਲ ਏਜੰਡਾ ਬਣਾਓਗੇ ਤੇ ਨੈਸ਼ਨਲਾਈਜ਼ ਕਰੋਗੇ ਨਾ। ਤੇ ਮੈਂ ਸਮਝਦਾ ਵੀ ਇਹ ਇੱਕ ਬੜਾ ਵੱਡਾ ਚੈਲੰਜ ਹੈ ਅਕਾਲੀ ਦਲ ਅੱਗੇ ਕਿ ਆਪਣਾ ਇੱਕ ਰੀਜਨਲ ਏਜੰਡਾ ਬਣਾ ਕੇ ਲਿਆਉਣ, ਉਹ ਅੱਗੇ ਲੈ ਕੇ ਜਾਣ। ਹੁਣ ਜਿਵੇਂ ਬੀਜੇਪੀ ਦਾ ਜਿਹੜਾ ਕ੍ਰਾਈਸਿਸ ਹੈ, ਨੈਸ਼ਨਲ ਪਾਰਟੀ ਹੈ ਪਰ ਉਹ ਪ੍ਰਿਟੈਂਡ ਕਰ ਰਹੀ ਹੈ ਕਿ ਅਸੀਂ ਰੀਜਨਲ ਹਾਂ, ਤੇ ਪ੍ਰਿਟੈਂਸ ਮੇ ਨਾਟ ਟੇਕ ਯੂ ਵੈਰੀ ਫਾਰ। ਪ੍ਰਿਟੈਂਸ ਜ਼ਿਆਦਾ ਅੱਗੇ ਨਹੀਂ ਜਾ ਸਕਦੀ ਕਿ ਤੁਸੀਂ ਉਹਦੇ 'ਚ ਇੱਕ ਪਰਟੀਕੂਲਰ ਤਰ੍ਹਾਂ ਦੇ ਬੰਦੇ ਰੱਖ ਲਏ ਤੇ ਤੁਸੀਂ ਕਿਹਾ ਜੀ ਹੁਣ ਅਸੀਂ ਪੰਜਾਬ ਪਾਰਟੀ ਹੋ ਗਏ। ਨਹੀਂ, ਉਹ ਇੱਕ ਆਰਗੈਨਿਕ ਹੁੰਦਾ, ਉਹਦੇ ਲਈ ਤੁਹਾਨੂੰ ਇੱਕ ਅਲੱਗ ਸੋਚ ਤੇ ਉਹ ਹੈ। ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਉਹ ਬਿਲਕੁਲ ਇਸ ਵੇਲੇ ਵਿਲਡਰਨੈਸ 'ਚ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾਈਏ ਔਰ ਕਿਹੜਾ ਏਜੰਡਾ ਲੈ ਕੇ ਆਈਏ। ਔਰ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਇੱਕ ਉਹ ਸਟੇਜ 'ਚ ਹੈ ਜਿਹਦੀ ਫਿਲਾਸਫੀ ਇਹੀ ਹੈ ਕਿ ਵੀ ਇਹਦੇ ਬਾਰੇ ਕੋਈ ਸਟੇਟ ਸਪੈਸੀਫਿਕ ਮਾਡਲ ਲਿਆਉਣ ਦੀ ਲੋੜ ਨਹੀਂ ਹੈ। ਫੈਡਰਲਿਜ਼ਮ ਦਾ ਮਸਲਾ ਹੈਗਾ, ਜਦੋਂ ਅਰਾਈਜ਼ ਹੋਏਗਾ ਟੇਕ ਅਪ ਕਰ ਲਾਂਗੇ, ਜਿਵੇਂ ਦਿੱਲੀ 'ਚ ਹੁਣ ਅਰਾਈਜ਼ ਹੋਇਆ। ਤੇ ਉਹਨਾਂ ਦੀ ਆਪਣੀ ਸੋਚ ਦੇ ਵਿੱਚ ਕੋਈ ਸਟੇਟ ਲੈਵਲ, ਰੀਜਨਲ ਲੈਵਲ ਮਾਡਲ ਦੀ ਅਹਿਮੀਅਤ ਉਹਨਾਂ ਦੇ ਆਪਣੇ ਮੈਨੀਫੈਸਟੋ ਜਾਂ ਸੋਚ ਨਜ਼ਰ ਨਹੀਂ ਆਉਂਦੀ। ਕਿਉਂਕਿ ਇਦੋਂ ਪਹਿਲਾਂ ਜਿਹੜਾ ਚੱਲਦਾ ਸੀ ਟ੍ਰੈਡੀਸ਼ਨਲ ਸਾਡੇ ਕੰਮ ਪੰਜਾਬ 'ਚ, ਆਪਾਂ ਕਹਿੰਦੇ ਸੀ ਨਾ ਕਾਂਗਰਸ ਦਾ ਕੰਬੀਨੇਸ਼ਨ ਹੈ ਦਲਿਤ ਪਲੱਸ ਅਰਬਨ ਟ੍ਰੇਨ, ਅਕਾਲੀ ਦਲ ਦਾ ਕਿਸਾਨੀ ਪਲੱਸ ਪੰਥ, ਜੋ ਵੀ ਬਾਕੀ ਤਾਂ ਮਿਲ ਹੀ ਜਾਂਦੀਆਂ ਨੇ ਵੋਟਾਂ ਥੋੜ੍ਹੇ ਬਹੁਤ ਜਿੰਨੇ ਉੱਧਰੋਂ ਉਹਨੂੰ ਮਿਲ ਗਿਆ ਉਹਨੂੰ। ਹੁਣ ਅਕਾਲੀ ਦਲ ਦੇ ਤਾਂ ਇਹ ਵੀ ਇੱਕ ਬਲੇਮ ਲੱਗਦਾ ਖਾਸ ਤੌਰ 'ਤੇ 2015 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਜਾਂ ਉਹ ਸ਼ਾਰਟ ਆਊਟ ਨਹੀਂ ਹੋਇਆ ਪ੍ਰੋਬਲਮ ਕਿਸੇ ਪ੍ਰੋਪਰ ਤਰੀਕੇ ਨਾਲ, ਉਹਦੇ ਨਾਲ ਨਾਰਾਜ਼ਗੀ ਹੋ ਗਈ ਹੈ। ਕਿਸਾਨੀ ਬਿੱਲਾਂ ਨੂੰ ਵੀ ਪਹਿਲਾਂ ਉਹਨਾਂ ਨੇ ਡਿਫੈਂਡ ਕੀਤਾ, ਕਾਫੀ ਦੇਰ ਤੱਕ ਕਰਦੇ ਰਹੇ, ਫਿਰ ਚਾਹੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਦੇ ਰਹੇ ਵੀ। ਉਹ ਜਿਹੜੀਆਂ ਬੇਸਿਕ ਦੋ ਨਾਰਾਜ਼ਗੀਆਂ ਸੀ, ਇਹ ਵੀ ਕਾਫੀ ਵੱਡਾ ਰੋਲ ਹੈ ਕਿ ਉੱਥੇ ਚਲੇ ਗਏ। ਨਹੀਂ ਸ਼ਾਇਦ ਹਾਰਦੇ ਸਹੀ, ਪਰ ਉੱਥੇ ਨਹੀਂ ਸੀ ਜਾਣਾ ਜਿੱਥੇ। ਨਹੀਂ, 18% ਵੋਟ ਸ਼ੇਅਰ ਹੈ ਪਿਛਲੀ ਵਾਰ ਦਾ। ਔਰ ਇਹਦੇ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਬੇਅਦਬੀ ਤਾਂ ਅਕਾਲ ਤਖਤ ਦੀ ਵੀ ਹੋਈ ਸੀ ਜਦੋਂ ਟੈਂਕ ਗਏ ਸੀ, ਤੇ ਬੇਅਦਬੀ ਦਾ ਮੁੱਦਾ ਇੰਪੋਰਟੈਂਟ ਹੈ ਪੋਲੀਟਿਕਸ 'ਚ। ਇਲੈਕਸ਼ਨ 'ਚ ਮੈਂ ਕਹਿ ਰਿਹਾ ਕਿ ਇੰਨਾ ਜ਼ਿਆਦਾ ਰਿਫਲੈਕਟ ਨਹੀਂ ਕਰਦਾ, ਮੈਂ ਉਸ ਗੱਲ 'ਤੇ ਐਗਰੀ ਕਰ ਰਿਹਾ। ਪਰ ਬੇਅਦਬੀ ਤਾਂ ਅਲੱਗ-ਅਲੱਗ ਹਿਸਟੋਰਿਕ ਟਾਈਮ 'ਤੇ ਹੁੰਦੀਆਂ ਰਹੀਆਂ, ਔਰ ਜਿਹੜੀ ਬੇਅਦਬੀ ਜਿਹੜੀ ਪਾਰਟੀਆਂ ਨਾਲ ਜੁੜਦੀਆਂ ਰਹੀਆਂ ਉਹ ਪਾਵਰ 'ਚ ਵੀ ਆਉਂਦੀਆਂ ਰਹੀਆਂ। ਜਿਵੇਂ ਕਾਂਗਰਸ ਪਾਰਟੀ 84 'ਤੇ ਜੁੜੀ, ਪਾਵਰ 'ਚ ਵੀ ਆਈ, ਔਰ ਹੁਣ ਵੀ ਹਾਲੇ ਫੋਰਸ ਹੈ। ਇੱਦਾਂ ਹੀ ਅਕਾਲੀ ਦਲ ਦਾ ਬੇਅਦਬੀ ਦਾ ਮੁੱਦਾ ਮੈਂ ਸਮਝਦਾ ਪੋਲੀਟੀਕਲ ਡਿਸਕੋਰਸ ਲਈ ਰੈਲੇਵੈਂਟ ਹੈ, ਪਰ ਇਲੈਕਸ਼ਨ ਅਰਥਮੈਟਿਕਸ 'ਚ ਉਹਦੀ ਲਿਮਿਟਿਡ ਵੈਲਿਊ ਹੈ। ਮੈਂ ਮਤਲਬ ਇਹ ਪੁਆਇੰਟ ਸਿਰਫ ਕਹਿਣਾ ਚਾਹ ਰਿਹਾ, ਕਿਉਂਕਿ ਉਹਦੇ ਵਿੱਚ ਡਿਫਰੈਂਟ ਹੋਰ ਗਰੁੱਪ ਬੜੇ ਇਨਵੋਲਵ ਨੇ ਇਸ ਵੇਲੇ, ਔਰ ਉਹਨਾਂ ਦਾ ਕੰਬੀਨੇਸ਼ਨ। ਜਿਵੇਂ ਪੰਜਾਬ 'ਚ ਨਾਲੇ ਹੋਰ ਇੰਟਰਸਟਿੰਗ ਹੈ ਕਿ ਪੰਜਾਬ 'ਚ ਜਿਹੜਾ ਹਿੰਦੂ ਹੈ ਉਹ ਹਿੰਦੂਤਵ ਹੈ ਨਹੀਂ, ਉਹ ਕਦੀ ਰਾਮ ਜਨਮ ਭੂਮੀ ਨਹੀਂ ਗਿਆ ਡੈਲੀਗੇਸ਼ਨ ਲੈ ਕੇ, ਇਹਦਾ ਕਰੈਕਟਰ ਹੀ ਅਲੱਗ ਹੈ ਇਹ ਹਿੰਦੂ ਦਾ। ਪੰਜਾਬ ਦਾ ਦਲਿਤ ਜਿਹੜਾ ਉਹ ਮਨੂਵਾਦ ਦੇ ਅਗੇਂਸਟ ਨਹੀਂ ਹੈਗਾ, ਤੇ ਮਾਇਆਵਤੀ ਨੂੰ ਯੂਪੀ ਜਾਣਾ ਪਿਆ, ਇਹ ਵੀ ਅਲੱਗ ਤਰ੍ਹਾਂ ਦਾ ਇੱਕ ਦਲਿਤ ਹੈ। ਹੁਣ ਇਹਨਾਂ ਦੀ ਜਿਹੜੀ ਇੱਕ ਸਾਂਝ ਹੈ, ਪੰਜਾਬੀ ਆਇਡੈਂਟੀਟੀ ਦੀ ਸਾਂਝ ਹੈ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਕਾਲੀ ਪਾਰਟੀ ਪੰਜਾਬੀ ਪਾਰਟੀ ਬਣ ਗਈ, ਇਸ ਕਰਕੇ ਨੁਕਸਾਨ ਹੋ ਗਿਆ। ਮੈਂ ਸਮਝਦਾ ਵੀ ਪੰਜਾਬੀ ਪਾਰਟੀ ਬਣ ਗਈ ਤਾਂ ਇਸੇ ਕਰਕੇ 10 ਸਾਲ ਰਾਜ ਕਰ ਗਈ ਪਿੱਛੇ, ਨਹੀਂ ਤਾਂ ਆਉਣਾ ਹੀ ਨਹੀਂ ਸੀ। ਪੋਲੀਟੀਕਲ ਡਿਸਕੋਰਸ 'ਚ ਨੁਕਸਾਨ ਹੋ ਸਕਦਾ। ਇਲੈਕਟੋਰਲ ਪੋਲਿਟਿਕਸ ਦਾ ਲੌਜਿਕ ਇਹ ਹੈ ਕਿ ਤੁਹਾਨੂੰ ਪੰਜਾਬੀ ਪਾਰਟੀ ਬਣਨਾ ਪੈਣਾ। ਈਵਨ ਬੀਜੇਪੀ ਵੀ ਇਹੀ ਕੋਸ਼ਿਸ਼ ਕਰ ਰਹੀ ਹੈ, ਕਾਂਗਰਸ ਵੀ ਕਰ ਰਹੀ ਹੈ, ਆਮ ਆਦਮੀ ਪਾਰਟੀ ਵੀ ਕਰ ਰਹੀ ਹੈ, ਤੇ ਸੈਂਟਰੈਲਿਟੀ ਉਹ 'ਚ ਸਿੱਖੀਜ਼ਮ ਦੀ ਵੀ ਲੈ ਰਹੇ, ਸਾਰੇ ਹੀ ਲੈ ਰਹੇ ਨੇ। ਸੋ ਮੇਰਾ ਸਿਰਫ ਕਹਿਣ ਦਾ ਭਾਵ ਇਸ ਵੇਲੇ ਇਹ ਹੈ ਕਿ ਜਦ ਤੱਕ ਤੁਸੀਂ ਇਸ ਵੇਲੇ ਪੰਜਾਬੀ ਆਇਡੈਂਟੀਟੀ, ਪੰਜਾਬੀਅਤ ਉਹਦੇ ਨਾਲ ਨਹੀਂ ਜੁੜੋਗੇ, ਪਾਰਟੀਆਂ ਦਾ ਫਿਊਚਰ ਹੈ ਨਹੀਂ। ਮਤਲਬ ਮੈਨੂੰ ਲੱਗਦਾ ਹੈ ਤੁਸੀਂ ਜੇ ਇੱਕੋ ਜੇ ਮਾਇਆਵਤੀ ਜੀ ਖਾਲੀ ਦਲਿਤ ਸੰਵਾਦ ਲੈ ਕੇ ਆ ਜਾਣ, ਕੋਈ ਫਿਊਚਰ ਨਹੀਂ। ਅਕਾਲੀ ਦਲ ਜੇ ਸਿਰਫ ਸਿੱਖੀ ਦੀ ਗੱਲ ਕਰਕੇ ਉਹਨੂੰ ਰਿਵਾਈਵ ਕਰਕੇ ਇਲੈਕਸ਼ਨ 'ਚ ਜਾਣ ਦੀ ਕੋਸ਼ਿਸ਼ ਕਰਨ ਤੇ ਠੀਕ ਹੈ, ਦੇ ਕੈਨ ਬੀ ਇਹ ਪ੍ਰੈਸ਼ਰ ਗਰੁੱਪ, ਪੋਲੀਟੀਕਲ ਗਰੁੱਪ ਰਹਿਣਗੇ, ਆਪਣਾ ਉਨੇ ਕੁ ਸੀਮਤ ਹੋ ਜਾਊਗੇ, ਪਾਵਰ 'ਚ ਨਹੀਂ ਆ ਸਕਦੇ, ਕਿਉਂਕਿ ਇਹ 1992 ਤੋਂ ਪਹਿਲੇ ਦੀ ਰਾਜਨੀਤੀ ਆ ਜਾਣੀ ਹੈ। ਜੇ ਬੀਜੇਪੀ ਖਾਲੀ ਹਿੰਦੂਆਂ ਦੀ ਗੱਲ ਕਰਨ ਲੱਗ ਜਾਏ, ਪੰਜਾਬੀ ਹਿੰਦੂਆਂ ਦੀ, ਹਿੰਦੀ ਐਜੀਟੇਸ਼ਨ ਹਿੰਦੂਆਂ ਦੀ ਜਾਂ ਹਿੰਦੀ ਲੈਂਗੁਏਜ ਦੀ ਕੁਛ ਇਹੋ ਜਿਹੀ ਗੱਲ ਕਰਨ ਲੱਗ ਜਾਣ, ਮੈਨੂੰ ਨਹੀਂ ਲੱਗਦਾ ਉਹ ਵੀ ਆ ਸਕਦੇ। ਸੋ ਇਸ ਵੇਲੇ ਇਹ ਫੇਜ਼ ਪੰਜਾਬ 'ਚ ਉਹ ਹੈ ਜਿਹੜੇ ਫੇਜ਼ 'ਚ ਪੰਜਾਬ ਕ੍ਰਾਸ ਰੋਡ 'ਤੇ ਹੈ। ਕਿਹੜੇ ਰਾਜਨੀਤਿਕ ਦਲ ਇਸ ਰੀਜਨਲਿਜ਼ਮ ਦੀ ਇੱਕ ਨਵੀਂ ਪਰਿਭਾਸ਼ਾ ਦੇ ਕੇ ਉਹਨੂੰ ਇੱਕ ਨੈਸ਼ਨਲ ਮੇਨ ਸਟ੍ਰੀਮ ਨਾਲ ਜੋੜਦੇ ਨੇ, ਉਹੀ ਕਾਮਯਾਬ ਹੋ ਸਕਦੇ ਨੇ। ਉਹ ਚੈਲੰਜ ਹੈ, ਅਤੇ ਮੈਨੂੰ ਲੱਗਦਾ ਉਹ ਡਿਬੇਟ ਨਾ ਤਾਂ ਯੂਨੀਵਰਸਿਟੀਆਂ 'ਚ ਹੋ ਰਿਹਾ, ਨਾ ਉਹ ਡਿਬੇਟ
ਮੈਂ ਦੇਖਦਾ ਜਰਨਲਿਜ਼ਮ 'ਚ ਕਿਤੇ ਹੋ ਰਿਹਾ, ਨਾ ਹੀ ਅਲੱਗ-ਅਲੱਗ ਸੰਸਥਾਵਾਂ 'ਚ ਹੋ ਰਿਹਾ ਤੇ ਨਾ ਹੀ ਪਾਰਟੀਆਂ 'ਚ ਹੋ ਰਿਹਾ। ਤੇ ਉਸ ਡਿਬੇਟ ਦੀ ਘਾਟ ਡਿਬੇਟ ਤਾਂ ਖੈਰ ਵਿਧਾਨ ਸਭਾ 'ਚ ਵੀ ਬੰਦ ਹੋ ਰਹੀ ਹੈ। ਬੰਦ ਤੇ ਹੋ ਗਈ। ਆ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਲਾਸਟ ਸਵਾਲ, ਕਿਉਂਕਿ ਕਾਫੀ ਆਪਾਂ ਗੱਲਬਾਤ ਕਰ ਲਈ, ਫਿਰ ਵੀ ਕਦੇ ਫਿਰ ਮੌਕਾ ਮਿਲਿਆ ਕਰਾਂਗੇ। ਤੇ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਬਾਣੀ ਵਾਲਾ ਇੱਕ ਨਵਾਂ ਮੁੱਦਾ ਸਾਹਮਣੇ, ਵੈਸੇ ਗਾਹੇ ਬਗਾਹੇ ਉੱਠਦਾ ਰਿਹਾ ਸੀ ਇਹ ਕਦੇ ਮੁੱਦਾ ਕਿ ਇੱਕ ਚੈਨਲ ਕੋਲ ਮੋਨੋਪੋਲੀ ਕਿਉਂ ਆ, ਕੱਲਾ ਸਵਾਲ ਇੰਨਾ ਉੱਠਦਾ ਸੀ ਇੱਕ ਕੋਲ ਨਾ ਹੋਵੇ ਤੇ ਬਾਕੀ ਹੈ। ਪਰ ਜਿਹੜੀ ਪੋਲੀਟੀਕਲ ਇੰਟਰਫੇਸ ਐਸਾ ਮਤਲਬ ਸਟੇਟ ਗਵਰਨਮੈਂਟ ਬਿੱਲ ਲਿਆ ਕੇ ਤੇ ਉਹ ਜਿਹੜਾ 1925 ਦਾ ਐਕਟ ਹੈ ਉਹਦੇ 'ਚ ਅਸੀਂ ਅਮੈਂਡ ਕਰਕੇ ਇਹ ਕਰਾਂਗੇ, ਉਹ ਵੀ ਵਿਦਆਊਟ ਕੰਸੈਂਟ, ਮਤਲਬ ਜਿਹੜੀ ਇੱਕ ਜਿੱਥੇ ਤੁਸੀਂ ਇੰਪਲੀਮੈਂਟ ਕਰਨਾ, ਜਿਹਨੂੰ ਤੁਸੀਂ ਆਰਡਰ ਕਰਨਾ, ਉਹਦਾ ਕੋਈ ਕੰਸੈਂਟ ਨਹੀਂ। ਹਿਸਟੋਰੀਕਲੀ ਤਾਂ ਇਹ ਕਿਹਾ ਜਾਂਦਾ ਸੀ, ਚਾਹੇ ਉਹ ਮਾਸਟਰ ਤਾਰਾ ਸਿੰਘ ਤੇ ਨਹਿਰੂ ਪੈਕਟ ਹੋਵੇ, ਚਾਹੇ ਉਹ ਉਸ ਤੋਂ ਪਹਿਲਾਂ ਦੀ ਵੀ ਗੱਲ ਹੋਵੇ, ਜਾਂ ਸ਼੍ਰੋਮਣੀ ਕਮੇਟੀ ਦੇ ਆਪਦੇ ਵੀ ਮਤੇ ਨੇ ਕਿ ਕੋਈ ਵੀ ਉੱਥੇ ਤਬਦੀਲੀ ਕਰਨੀ ਆ ਤਾਂ ਉਹਦੇ ਰੈਜੂਲੇਸ਼ਨ ਪਹਿਲਾਂ ਚਾਹੀਦਾ, ਫਿਰ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜਦੇ ਸੀ, ਫਿਰ ਉਸ ਸੈਕਟ 'ਚ ਕੋਈ ਗੱਲ ਹੁੰਦੀ ਸੀ। ਇਹ ਇੱਕ ਨਵਾਂ ਤਰੀਕਾਕਾਰ ਹੈ ਕਿ ਉਹ ਤੋਂ ਪੁੱਛੇ ਯੂਨੀਲੈਟਰਲੀ ਆਪਣੇ ਤਰੀਕੇ ਨਾਲ ਆਪਾਂ ਇੱਕ ਕਰ ਦਿੰਦੇ ਹਾਂ ਤੇ ਉਹਨੂੰ ਕਹਾਂਗੇ ਹੁਣ ਤੂੰ ਅੱਗੇ ਤੋਂ ਇਹ ਕਰਨਾ। ਇਹਦੇ ਦੋ ਸਵਾਲ ਨੇ, ਇੱਕ ਤਾਂ ਤੁਹਾਡੀ ਅਥਾਰਟੇਰੀਅਨ ਅਪਰੋਚ ਦਾ ਇੱਕ ਨਜ਼ਰੀਆ, ਜਾਂ ਦੂਜਾ ਸਵਾਲ ਇਹ ਵੀ ਹੈ ਕਿ ਤੁਸੀਂ ਜਿੱਦਾਂ ਸੈਕੂਲਰ ਸਟੇਟ ਹੈ, ਆਪਣੇ ਆਪ ਨੂੰ ਸਮਝਦੇ ਹੋ ਸਾਰੇ, ਤੁਸੀਂ ਕਿਸੇ ਵੀ ਰਿਲੀਜਨ 'ਚ, ਚਲੋ ਇੱਥੇ ਸਿੱਖ ਮੈਜੋਰਿਟੀ ਹੈ ਤਾਂ ਕੱਲ੍ਹ ਨੂੰ ਕਿਸੇ ਵੀ ਸੂਬੇ 'ਚ ਫਿਰ ਦੂਜੀ ਗੌਰਮੈਂਟ ਵੀ ਕਰੂਗੀ, ਜਾਂ ਇੱਥੇ ਵੀ ਡਿਮਾਂਡ ਉੱਠ ਕੱਢਦੀ ਹੈ ਕਿਸੇ ਨਾ ਕਿਸੇ ਹੋਰ ਮਾਮਲੇ ਦੇ ਵਿੱਚ। ਇਹ ਇੱਕ ਨਵਾਂ ਪਿੰਡੋਰਾ ਬਾਕਸ ਨਹੀਂ ਖੁੱਲ੍ਹ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ? ਅਮੀਰ ਜੀ, ਇਹਦੇ 'ਚ ਜਿਵੇਂ ਦਿੱਲੀ 'ਚ ਇੱਕ ਆਰਡੀਨੈਂਸ ਦੀ ਗੱਲ ਹੋ ਰਹੀ ਹੈ ਔਰ ਆਮ ਆਦਮੀ ਪਾਰਟੀ ਸਾਰੇ ਦੇਸ਼ 'ਚ ਜਾ ਕੇ ਇੱਕ ਓਪੀਨੀਅਨ ਬਣਾ ਰਹੀ ਹੈ ਕਿ ਇੱਦਾਂ ਦਾ ਆਰਡੀਨੈਂਸ ਇਸ਼ੂ ਹੋ ਕੇ ਇਲੈਕਟਿਡ ਗਵਰਨਮੈਂਟ ਦੀ ਆਟੋਨਮੀ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਹੈ ਸੈਂਟਰ ਵੱਲੋਂ। ਮੈਂ ਉਹਨੂੰ ਠੀਕ ਸਮਝਦਾ, ਗੱਲ ਉਹਨਾਂ ਦੀ ਵੀ ਠੀਕ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਬਿਲਕੁਲ। ਕੇਜਰੀਵਾਲ ਸਾਹਿਬ ਇਹ ਵੀ ਕਹਿ ਰਹੇ ਨੇ ਵੀ ਜੇ ਤੁਸੀਂ ਹੁਣ ਸਾਡੇ ਨਾਲ ਇਹ ਤੇ ਨਾ ਆਏ, ਕੱਲ੍ਹ ਨੂੰ ਤੁਹਾਡੀਆਂ ਸਟੇਟਾਂ 'ਚ ਵੀ ਆਈ ਕਰੋ। ਇਹੀ ਹੋਗਾ। ਤੇ ਉਹ ਜੇ ਅਸੀਂ ਦੇਖੀਏ ਵੀ SGPC ਇੱਕ ਇਲੈਕਟਿਡ ਬੋਡੀ ਹੈ ਜਿਹਦਾ ਇੱਕ ਆਪਣਾ ਇਲੈਕਟੋਰਲ ਕਾਲਜ ਹੈ, ਔਰ ਉਹ ਇਲੈਕਸ਼ਨ ਕਰਕੇ ਇੱਕ ਬੋਡੀ ਨੂੰ ਚੁਣਦੇ ਨੇ। ਹੁਣ ਕੋਈ ਦੂਜੀ ਜਿਹੜੀ ਗਵਰਨਮੈਂਟ, ਉਹ ਜਿਵੇਂ ਸੈਂਟਰ ਗਵਰਨਮੈਂਟ ਹੈ ਜਾਂ ਹੁਣ ਸਟੇਟ ਗਵਰਨਮੈਂਟ ਹੈ, ਉਹ ਵੀ ਇਲੈਕਟਿਡ, ਉਹ ਕਹਿੰਦੀ ਨਹੀਂ ਤੁਸੀਂ ਇਹ 'ਚ ਆਪਣਾ ਇਹ ਫਲਾਣਾ ਐਕਟ ਅਮੈਂਡ ਕਰੋ। ਇਹ ਮੈਂ ਸਮਝਦਾ ਉਸੇ ਗੱਲ ਨੂੰ ਨਿਗੇਟ ਕਰਦਾ ਜਿਹਨੂੰ ਅਸੀਂ ਦਿੱਲੀ 'ਚ ਸਪੋਰਟ ਕਰ ਰਹੇ ਹਾਂ। ਇੱਥੇ ਅਸੀਂ ਕਹਿ ਰਹੇ ਹਾਂ ਵੀ ਆਮ ਆਦਮੀ ਪਾਰਟੀ ਉਹੀ ਕੰਮ ਕਰ ਰਹੀ ਹੈ ਜਿਹਦੇ ਲਈ ਉਹ ਦਿੱਲੀ ਓਪੀਨੀਅਨ ਮੋਬਿਲਾਈਜ਼ ਕਰ ਰਹੀ ਹੈ ਕਿ ਆਰਡੀਨੈਂਸ ਦੇ ਖਿਲਾਫ ਸਾਰੇ ਇਕੱਠੇ ਹੋ। ਤੇ ਇੱਥੇ ਵੀ ਮੈਨੂੰ ਇਹ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਇਸ ਗੱਲ ਨੂੰ ਅਵਾਇਡ ਕਰ ਸਕਦੀ ਸੀ, ਕਿਉਂਕਿ ਇਹ ਕਿਸੇ ਵੀ ਇਲੈਕਟਿਡ ਗਵਰਨਮੈਂਟ ਨੂੰ, ਇਲੈਕਟਿਡ ਜਿਹੜੀ ਇੰਸਟੀਟਿਊਸ਼ਨ ਹੈ ਜਿਹਦਾ ਆਪਣਾ ਇਲੈਕਟੋਰਲ ਕਾਲਜ ਹੈ, ਉਹਨੂੰ ਤੁਸੀਂ ਜੇ ਕੁਝ ਵੀ ਡਿਕਟੇਟ ਕਰੋਗੇ ਅਨਡੈਮੋਕ੍ਰੈਟਿਕ ਹੈ। ਔਰ ਮੈਂ ਇਹ ਸਮਝਦਾ ਕਿ ਇਹ ਗੱਲ ਹੋ ਸਕਦੀ ਸੀ ਵੀ ਤੁਸੀਂ ਇਹ ਕਹਿ ਸਕਦੇ ਹੋ ਅਸੀਂ ਐਕਟ ਅਮੈਂਡ ਕਰਦੇ ਹਾਂ ਵੀ ਇਲੈਕਸ਼ਨ ਹਰ 5 ਸਾਲ ਬਾਅਦ ਕਰਾ ਲਓ, ਇਹਦਾ ਹੋਣਾ ਚਾਹੀਦਾ, ਔਰ ਉਸ ਇਲੈਕਸ਼ਨ 'ਚ ਹਿੱਸਾ ਲੈ ਕੇ ਅੰਦਰ ਤੁਸੀਂ ਜੋ ਮਰਜ਼ੀ ਤਬਦੀਲੀਆਂ ਕਰ ਲਵੋ। ਇਹ ਵੀ ਤਰੀਕਾ ਹੋ ਸਕਦਾ ਸੀ। ਜਾਂ ਜਿਹੜੀ ਕਹਿ ਰਹੇ ਅਸੀਂ ਤਾਂ ਇਲੈਕਸ਼ਨ ਲੜ ਰਹੀ ਨਹੀਂ, ਅਸੀਂ ਤਾਂ ਸੈਕੂਲਰ ਪਾਰਟੀ ਹਾਂ। ਤੇ ਫਿਰ ਜਿਹੜੀ ਗਵਰਨਮੈਂਟ ਹੈ, ਕਾਂਗਰਸ ਵੀ ਇਹੀ ਕਹਿੰਦੀ ਅਸੀਂ ਨਹੀਂ ਲੜ ਰਹੇ ਸੀ ਨਹੀਂ। ਪਹਿਲੇ ਦੇਖੋ ਪ੍ਰਤਾਪ ਸਿੰਘ ਕੈਰੋ ਜੀ ਕਾਂਗਰਸ ਪਾਰਟੀ ਲੜੇ, ਇਲੈਕਸ਼ਨ ਲੜੇ, ਔਰ ਮੈਨੂੰ ਯਾਦ ਹੈ ਇੱਕ ਕਮਿਊਨਿਸਟ ਮੈਂਬਰ ਵੀ, ਕਮਿਊਨਿਸਟ ਪਾਰਟੀ ਤੋਂ ਵੀ ਬੰਦਾ ਜਿੱਤ ਕੇ ਆਇਆ ਸੀ। ਤੇ ਫਿਰ ਤੁਸੀਂ ਇਹ ਹੈ ਨਾ, ਫਿਰ ਜਿਹੜੀ ਸਾਧ ਸੰਗਤ ਹੈ ਜਿਨ੍ਹਾਂ ਨੇ ਇਲੈਕਟ ਕੀਤਾ ਇਲੈਕਟੋਰਲ ਕਾਲਜ, ਆਪੇ ਇਹਨਾਂ ਨੂੰ ਪਨਿਸ਼ ਕਰ ਦਊਗੀ ਤੇ ਉਹਨਾਂ ਨੂੰ ਮੋਬਿਲਾਈਜ਼ ਕਰ ਲਓ। ਦੇਖੋ ਗੱਲ ਸਿਰਫ ਅੱਜ ਕੱਲ੍ਹ ਇੰਨੀ ਹੈ ਕਿ ਵੀ ਜੇ ਤੁਸੀਂ ਸਰਕਾਰਾਂ ਜੇ ਕਹਿਣ ਲੱਗੀਆਂ ਵੀ ਹਨੂੰਮਾਨ ਚਾਲੀਸਾ ਦਾ ਪਾਠ ਹਰ ਚੈਨਲ 'ਚ ਹੋਣਾ ਚਾਹੀਦਾ, ਮੋਦੀ ਜੀ ਕੱਲ੍ਹ ਪਾਰਲੀਮੈਂਟ 'ਚ ਅਨਾਊਂਸ ਕਰ ਦੇਣ, ਤੇ ਅਸੀਂ ਵੈਸ਼ਨੋ ਦੇਵੀ ਟਰਸਟ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਹ ਸਭ ਨੂੰ ਫ੍ਰੀ ਪਹੁੰਚਾਓ, ਤੇ ਤੁਸੀਂ ਕਿਸੇ ਇੱਕ ਚੈਨਲ ਨੂੰ ਨਾ ਦਿਓ, ਜਿਹੜੇ ਹੋਰ ਵੀ ਭਗਤੀ ਦੇ ਕਈ ਚੈਨਲ ਚੱਲਦੇ ਹੁੰਦੇ ਨੇ। ਮੈਨੂੰ ਲੱਗਦਾ ਗਵਰਨਮੈਂਟਸ ਨੂੰ ਇਸ ਕੰਮ ਤੋਂ ਪਰੇ ਰਹਿਣਾ ਚਾਹੀਦਾ ਔਰ ਇਹ ਉਹਨਾਂ 'ਤੇ ਛੱਡ ਦੇਣਾ ਚਾਹੀਦਾ। ਸੁਝਾਅ ਦੇ ਸਕਦੇ ਹੋ ਤੇ ਉਹ ਤੁਸੀਂ ਹੁਣ ਜਿਵੇਂ DGP ਵਾਲਾ ਮਸਲਾ ਹੈ, ਮੈਂ ਸਮਝਦਾ ਵੀ ਬੜਾ ਵੈਲਿਡ ਮਸਲਾ ਹੈ। ਇਹਦੇ ਵਿੱਚ ਸਟੇਟ ਨੂੰ ਅਧਿਕਾਰ ਹੋਣਾ ਚਾਹੀਦਾ ਹੈ ਕਿ ਆਪਣਾ DGP ਚੁਣ ਸਕੇ। ਮੈਨੂੰ ਯਾਦ ਹੈ ਉਦੋਂ ਜਦੋਂ ਇਹ ਹੋਈ ਸੀ ਚੇਂਜ, ਸੁਪਰੀਮ ਕੋਰਟ ਦੀ ਜਜਮੈਂਟ ਆਈ, ਤੇ ਉਦੋਂ ਨਿਤੀਸ਼ ਕੁਮਾਰ ਜੀ ਨੇ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ 'ਚ ਕਿਹਾ ਸੀ ਕਿ ਲਾ ਐਂਡ ਆਰਡਰ ਸਟੇਟ ਸਬਜੈਕਟ ਹੈ, ਅਸੀਂ ਅਕਾਊਂਟੇਬਲ ਹਾਂ ਉਹਦੇ ਲਈ, ਤੇ ਸਾਡੇ DG ਅਸੀਂ ਆਪ ਲਾਉਣ ਦਾ ਸਾਨੂੰ ਅਧਿਕਾਰ ਹੋਣਾ ਚਾਹੀਦਾ। ਮੈਂ ਸਮਝਦਾ ਵੀ ਇਹ ਠੀਕ ਹੈ, ਇਹ ਐਕਟ ਆਉਣਾ ਚਾਹੀਦਾ ਸੀ, ਇਹਦੇ ਬਾਰੇ ਕਿਸੇ ਨੂੰ ਕੋਈ ਦੋ ਰਾਏ ਨਹੀਂ, ਕਿਉਂਕਿ ਇਹ ਐਕਟ ਸੈਂਟਰ ਉਹਦਾ ਹੀ ਵਾਇਲੇਟ ਕਰ ਰਿਹਾ। ਦੇਖੋ ਮੇਨ ਪ੍ਰਿੰਸੀਪਲ ਇਹ ਹੈ ਕਿ ਸੈਂਟਰ ਜਾਂ ਵੱਡੀ ਜਿਹੜੀ ਸਰਕਾਰ ਹੈ ਉਹ ਦੂਜੀਆਂ ਸਰਕਾਰਾਂ ਨੂੰ ਵਾਇਲੇਟ ਨਾ ਕਰੇ, ਇਲੈਕਟਿਡ ਬਾਡੀਜ਼ ਦੀ ਆਟੋਨਮੀ ਖਤਮ ਨਾ ਕਰੇ। ਅਸੀਂ ਉਸੇ ਸੰਦਰਭ 'ਚ ਗੱਲ ਕਰ ਰਹੇ ਹਾਂ ਕਿ ਇਹ ਪ੍ਰਿੰਸੀਪਲ ਨੂੰ ਵੀ ਬਰਕਰਾਰ ਰੱਖਣਾ ਚਾਹੀਦਾ। ਔਰ ਉਸ ਤੋਂ ਬਾਅਦ ਆ ਗਿਆ ਜਿਹੜਾ ਤੀਜਾ ਅਗਲਾ ਰੈਜ਼ੋਲੂਸ਼ਨ ਸੀਗਾ ਇਹਨਾਂ ਦਾ, ਗਵਰਨਰ ਦਾ। ਮੈਂ ਸਮਝਦਾ ਕਿ ਵੀ ਜਿਹੜਾ ਗਵਰਨਰ ਦੇ ਬਾਰੇ ਸ਼ੁਰੂ 'ਚ ਗੱਲ ਹੁੰਦੀ ਸੀ, ਜਦੋਂ ਸ਼ੁਰੂ ਹੋਇਆ ਕਿ ਕੌਨਸਟੀਟਿਊਸ਼ਨਲ ਅਥਾਰਟੀ ਜਿਹੜੀ ਹੈ, ਬਾਡੀ ਇੰਸਟੀਟਿਊਸ਼ਨ ਹੈ ਜਾਂ ਗਵਰਨਰ
ਹੁੰਦਾ ਕਨਸਟੀਟਿਊਸ਼ਨਲ ਹੈੱਡ, ਉਹ ਯੂਨੀਵਰਸਿਟੀਆਂ ਚਾਂਸਲਰ ਰਵੇ, ਕਿਉਂਕਿ ਉਹਦੇ ਨਾਲ ਡਾਇਰੈਕਟ ਪੋਲੀਟੀਕਲ ਇੰਟਰਫੇਰੈਂਸ ਯੂਨੀਵਰਸਿਟੀ 'ਚ ਨਾ ਹੋਵੇ। ਔਰ ਇਹ ਬਿਲਕੁਲ ਠੀਕ ਗੱਲ ਹੈ ਕਿ ਵੀ ਆਉਣ ਵਾਲੇ ਸਮੇਂ 'ਚ ਇਹ ਡਿਸਟੋਰਸ਼ਨ ਆਈ, ਗਵਰਨਰ ਕਈ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਬਣ ਕੇ ਗੱਲ ਕਰਨ ਲੱਗ ਗਏ। ਪਰ ਇਹਦਾ ਇਹ ਮਤਲਬ ਨਹੀਂ ਤੁਸੀਂ ਇਹ ਕਹਿ ਦਿਓ ਵੀ ਆਪਾਂ ਫਿਰ ਜੇ ਗਵਰਨਰ ਦੇ ਡਾਇਰੈਕਟ ਹੀ ਕਰ ਲਵਾਂਗੇ, ਤੇ ਤੁਸੀਂ ਉਹ ਪ੍ਰਿੰਸੀਪਲ ਨੂੰ ਜਿਹੜਾ ਡਿਸਟੋਰਸ਼ਨ ਸੀ ਉਹਨੂੰ ਰੂਲ ਨਹੀਂ ਬਣਾ ਸਕਦੇ। ਉਹਦੇ ਬਾਰੇ ਸੋਚਣਾ ਚਾਹੀਦਾ ਹੈ। ਤੁਸੀਂ ਸੁਝਾਅ ਦੇ ਸਕਦੇ ਹੋ ਵੀ ਗਵਰਨਰ ਸਾਹਿਬ ਨੂੰ ਵੀ ਤੁਸੀਂ ਇਹ ਕੁਝ ਮੈਂਬਰ ਕਮੇਟੀ ਬਣਾ ਦਿਓ ਜਿਹੜੀ ਕਿ ਉਹਦੇ ਫੈਸਲੇ ਕਰੇ, ਗਵਰਨਰ ਸਾਹਿਬ ਨੂੰ ਅਸਿਸਟ ਕਰੇ, ਐਮੀਨੈਂਟ ਲੋਕ ਜਿਹੜੇ ਹੋਣ। ਇੱਦਾਂ ਦੀ ਕੋਈ ਹੈਲਦੀ ਸੰਵਾਦ ਹੋ ਸਕਦਾ। ਤੇ ਮੈਂ ਸਮਝਦਾ ਵੀ ਇੱਕ ਕੋਈ ਮਿਕਸ ਜਿਹੀ ਗੱਲ ਹੈ, ਇਹ ਕੋਈ ਚੰਗੀਆਂ ਗੱਲਾਂ ਵੀ ਹੈ, ਕੋਈ ਮਾੜੀਆਂ ਗੱਲਾਂ ਵੀ ਹੈ। ਉਹ ਇਸ ਕਰਕੇ ਹੈ ਵੀ ਇੱਕ ਫਰੇਮਵਰਕ ਜਿਹੜਾ ਹੈ ਡੈਮੋਕ੍ਰੇਸੀ ਦੀ ਸਪਿਰਿਟ, ਡਿਸੈਂਟ ਤੇ ਕੰਸੈਂਟ ਦਾ ਜਿਹੜਾ ਇੱਕ ਆਪਸ 'ਚ ਤਾਲਮੇਲ ਸੀ, ਉਹ ਕਿਤੇ ਗੜਬੜਾ ਜਾ ਗਿਆ। ਉਹਦੇ ਕਰਕੇ ਤੁਸੀਂ ਦੇਖੋ ਵੀ ਤੁਹਾਨੂੰ ਇੱਦਾਂ ਦੀਆਂ ਕੰਟਰਾਡਿਕਸ਼ਨ, ਡਿਸਟੋਰਸ਼ਨ ਨਜ਼ਰ ਆਉਂਦੀਆਂ ਨੈਸ਼ਨਲ ਲੈਵਲ 'ਤੇ ਵੀ, ਇੱਥੇ ਵੀ ਪੰਜਾਬ ਸਟੇਟ 'ਚ। ਸਾਨੂੰ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਕਿ ਵੀ ਇਹ ਅਸੀਂ ਕੁਝ ਪ੍ਰਿੰਸੀਪਲ 'ਤੇ ਚੱਲੀਏ, ਨਾ ਕਿ ਮਤਲਬ ਕਨਵੀਨੀਅੰਸ ਦੇ ਹਿਸਾਬ 'ਚ ਅਸੀਂ ਆਪਣੇ ਫੈਸਲੇ ਕਰੀਏ। ਬਿਲਕੁਲ ਜੀ, ਜਿਹੜਾ ਡੈਸੈਂਟ ਹੈ ਡੈਮੋਕ੍ਰੇਸੀ ਦਾ ਬੇਸਿਕ ਵੈਲਿਊ ਸਿਸਟਮ ਹੁੰਦਾ ਹੈ ਕਿ ਉਹ ਕੇਵਲ ਮੈਜੋਰਿਟੀ ਨਹੀਂ, ਮਿਨੋਰਟੀ ਦੇ ਗੱਲ ਵੀ ਸੁਣਨੀ ਪੈਂਦੀ ਹੈ। ਚਾਹੇ ਇੱਕ ਬੰਦਾ ਵੀ ਖੜ੍ਹ ਕੇ ਅਸੈਂਬਲੀ 'ਚ ਬੋਲੇ, ਕਿਤੇ ਵੀ ਬੋਲੇ, ਉਹਦੀ ਗੱਲ ਵੱਲ ਤਵੱਜੋ ਦੇਣ ਦਾ ਕੁਐਸਚਨ ਹੈ। ਦੂਜਾ ਡਿਵੈਲਪਮੈਂਟ ਦੀ ਓਵਰਆਲ ਅਪਰੋਚ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਡਿਵੈਲਪਮੈਂਟ ਦੇ ਮਾਡਲ 'ਤੇ ਸ਼ਾਇਦ ਸਾਡੇ ਕੋਲ ਡਿਫਰੈਂਟ ਪੋਲੀਟੀਕਲ ਧਿਰਾਂ ਨਜ਼ਰ ਨਹੀਂ ਆ ਰਹੀਆਂ, ਜਿਹੜੀਆਂ ਥੋੜ੍ਹਾ ਜਿਹਾ ਆਪਣੇ ਤਰੀਕੇ ਨਾਲ ਸੋਚਦੀਆਂ। ਹੁਣ ਜਾਂ ਪੈਰਾਡਾਈਮ ਸ਼ਿਫਟ ਦੇ ਐਂਗਲ ਤੋਂ ਜਿੰਨੇ ਸੀਰੀਅਸ ਇਸ਼ੂ ਨੇ, ਜਿਵੇਂ ਇਕਨੋਮਿਕਸ ਦੇ ਵੱਲ ਅਸੀਂ ਅੱਖਾਂ ਮੀਚ ਕੇ ਚੱਲ ਰਹੇ ਹਾਂ, ਕੇਵਲ ਫ੍ਰੀ ਵੀ ਕਿੰਨਾ ਕੁ ਚਿਰ ਦੇ ਦੇਗੀ ਕੋਈ ਗੌਰਮੈਂਟ, ਮੈਨੂੰ ਲੱਗਦਾ ਜ਼ਿਆਦਾ ਲੰਮੀ ਦੌੜ ਨਹੀਂ ਹੋਣੀ ਇਸ ਲੈਵਲ ਦਾ ਜਿਹੜਾ ਚੱਲਦਾ, ਜਿੰਨੇ ਲੌਜਿਕ ਤੌਰ ਤੋਂ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਉਹਦੇ ਲਈ ਸਭ ਤੋਂ ਜੇ ਲਾਪਾ ਕੇ ਗੱਲ ਸਮਝ ਆਈ ਹੈ, ਤੇ ਉਹ ਗੱਲ ਸਭ ਤੋਂ ਬੜਾ ਕੁਐਸਚਨ ਇਹ ਹੈ, ਸਾਡੇ ਕੋਲ ਮਲਟੀਪਲ ਪਲੇਟਫਾਰਮ ਚਾਹੀਦੇ ਨੇ, ਤੇ ਉਹਨਾਂ ਪਲੇਟਫਾਰਮ ਦੇ ਵਿੱਚ ਖੁੱਲ੍ਹ ਕੇ ਗੱਲ ਕਰਨ ਦਾ ਮਾਹੌਲ ਹੋਣਾ ਚਾਹੀਦਾ ਸੰਵਾਦ ਦੇ ਵਿੱਚ, ਤਾਂ ਕਿ ਉਹਦੇ 'ਚੋਂ ਜੋ ਸੜ ਕੇ ਚੀਜ਼ਾਂ ਆਉਣਗੀਆਂ ਹੌਲੀ ਹੌਲੀ ਸ਼ਾਇਦ ਉਹ ਬੌਧਿਕ ਤੌਰ 'ਤੇ ਵੀ ਇਨਰਿਚ ਕਰਨਗੀਆਂ ਪੰਜਾਬ ਦੇ ਲੋਕਾਂ ਨੂੰ ਵੀ ਤੇ ਬਾਕੀ ਲੋਕਾਂ ਨੂੰ ਵੀ, ਤੇ ਸਾਡੇ ਐਡਮਿਨਿਸਟ੍ਰੇਸ਼ਨ ਨੂੰ, ਗਵਰਨੈਂਸ ਕਿਵੇਂ ਚੱਲੇ, ਇਹ ਸਾਰੇ ਮਾਮਲੇ ਦੇ ਵਿੱਚ ਉਹਦਾ ਰੋਲ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਅੱਜ ਲਈ ਇੰਨਾ ਹੀ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ।